ਲਫ਼ਜ਼ਾਂ ਦੀ ਲੋਏ, ਲਫ਼ਜ਼ਾਂ ਦੀ ਲੋਏ। ਬਹੁਤ ਬਹੁਤ ਸਵਾਗਤ। ਆਓ ਅੱਜ ਦੇ ਇਸ ਪ੍ਰੋਗਰਾਮ ਨੂੰ ਸ਼ੁਰੂ ਕਰੀਏ। ਸਾਰਿਆਂ ਤੋਂ ਪਹਿਲਾਂ ਮੈਂ ਖਿਮਾ ਦਾ ਜਾਚਕ ਹਾਂ ਕਿ ਇਹ ਪ੍ਰੋਗਰਾਮ ਮਿੱਥੇ ਸਮੇਂ ਅਨੁਸਾਰ ਜਿਵੇਂ ਅਕਸਰ ਹੁੰਦਾ ਸ਼ੁਰੂ ਨਹੀਂ ਹੋ ਸਕਿਆ ਕਿਉਂਕਿ ਸਾਨੂੰ ਕੁਝ ਤਕਨੀਕੀ ਪ੍ਰੋਬਲਮਸ ਆਈਆਂ ਤੇ ਸਾਰੇ ਦਰਸ਼ਕ, ਸਾਰੇ ਸਰੋਤੇ ਜਿਹੜੇ ਆਨਲਾਈਨ ਫੇਸਬੁੱਕ ਤੇ ਜੁੜੇ ਸੀ, ਤੁਸੀਂ ਬੜੀ ਤਾਂਘ ਦੇ ਨਾਲ ਇੰਤਜ਼ਾਰ ਕਰ ਰਹੇ ਸੀ। ਮੁਆਫ ਕਰਨਾ, ਪਰ ਉਮੀਦ ਹੈ ਕਿ ਹੁਣ ਇਸ ਪ੍ਰੋਗਰਾਮ ਨੂੰ ਅਸੀਂ ਜਿਸ ਤਰ੍ਹਾਂ ਸਾਡਾ ਪਲਾਨ ਸੀ ਉਸੇ ਤਰ੍ਹਾਂ ਹੀ ਅੱਗੇ ਚਲਾਵਾਂਗੇ। ਸਾਰਿਆਂ ਤੋਂ ਪਹਿਲਾਂ ਮੈਂ ਸਾਰੇ ਜਿਹੜੇ ਸਾਡੇ ਪ੍ਰਾਹੁਣੇ ਸਾਡੇ ਨਾਲ ਜੁੜੇ ਨੇ, ਬਹੁਤ ਦੂਰ ਦੂਰ ਤੋਂ, ਲੁਧਿਆਣੇ ਤੋਂ ਡਾਕਟਰ ਸੁਰਜੀਤ ਪਾਤਰ, ਜਸਵੰਤ ਜ਼ਫਰ ਜੀ, ਕੈਲਗਰੀ ਤੋਂ ਸੁਰਿੰਦਰ ਗੀਤ ਜੀ, ਲੰਡਨ ਓਨਟਾਰੀਓ ਤੋਂ ਸੁਰਿੰਦਰ ਭਾਰਤੀ ਜੀ ਤੇ ਨਵਤੇਜ ਭਾਰਤੀ ਜੀ, ਮੈਂ ਸਾਰਿਆਂ ਦਾ ਬਹੁਤ ਬਹੁਤ ਜੀ ਆਇਆਂ ਆਖਦਾ ਤੇ ਸਾਰੇ ਹੀ ਜਿਹੜੇ ਦਰਸ਼ਕ ਫੇਸਬੁੱਕ ਤੇ ਜੁੜੇ ਨੇ ਉਹਨਾਂ ਦਾ ਵੀ। ਪੰਜਾਬੀ ਕਲਮ ਕੇਂਦਰ ਮੌਂਟਰੀਅਲ ਵੱਲੋਂ ਕਵਿਤਾ, ਕਾਵਿ ਪ੍ਰੇਮੀਆਂ ਅਤੇ ਕਵਿਤਾ ਦੇ ਸਿਰਮੌਰ ਸਿਰਜਕਾਂ ਨੂੰ ਜੀ ਆਇਆਂ। ਕਵਿਤਾ ਕਿਸੇ ਵਕਤ ਜਾਂ ਟਾਈਮ ਦੀ ਮੁਹਤਾਜ ਨਹੀਂ, ਇਸੇ ਕਰਕੇ ਉਹ ਅੱਜ ਬੜੀ ਖੁਸ਼ ਹੈ ਕਿ ਉਸਦੀ ਕਥਾ ਸੁਣਨ ਲਈ ਕਿਸੇ ਦੀ ਅੱਧੀ ਰਾਤ ਹੈ, ਕਿਸੇ ਦਾ ਤੜਕਾ, ਕਿਸੇ ਦੀ ਸਵੇਰ ਕਵਿਤਾ ਦੀ ਚਾਹ ਨਾਲ ਹੋ ਰਹੀ ਹੈ ਤੇ ਕੋਈ ਆਥਣ ਵੇਲੇ ਇਸ ਦੇ ਘੁੱਟ ਭਰ ਰਿਹਾ। ਗੱਲ ਕੀ ਕਵਿਤਾ ਦੀ ਅੱਜ ਫੁੱਲ ਟੌਰ ਹੈ। ਇਸ ਤੋਂ ਪਹਿਲਾਂ ਕਿ ਮੇਰੇ ਨਿੱਕੇ ਸ਼ਬਦਕੋਸ਼ ਦੇ ਅਲਫਾਜ਼ ਥੁੜ ਜਾਣ, ਚੰਗਾ ਹੋਵੇ ਮੈਂ ਲਫ਼ਜ਼ਾਂ ਦੀ ਲੋਏ ਕਰਨ ਆਏ ਨਫੀਸ ਮਹਿਮਾਨਾਂ ਨੂੰ ਆਨਲਾਈਨ ਸਰੋਤਿਆਂ ਨਾਲ ਰੂਬਰੂ ਕਰਾਵਾਂ। ਆਓ ਸਭ ਤੋਂ ਪਹਿਲਾਂ ਲੁਧਿਆਣੇ ਨਾਲ ਹੈਂਡਸ਼ੇਕ ਕਰੀਏ। ਸਾਰਿਆਂ ਤੋਂ ਪਹਿਲਾਂ ਮੌਜੂਦ ਪੰਜਾਬੀ ਕਵਿਤਾ ਦਾ ਸਨਮਾਨ ਤੇ ਜਿੰਦ ਜਾਨ ਸਤਿਕਾਰਤ ਸੁਰਜੀਤ ਪਾਤਰ ਜੀ। ਪਾਤਰ ਸਾਹਿਬ, ਦੋ ਲਫ਼ਜ਼। ਤੁਸੀਂ ਅਨਮਿਊਟ ਕਰਨਾ ਪੈਣਾ ਤੁਹਾਨੂੰ। ਸੁਬੇਗ ਉਹਨਾਂ ਨੂੰ ਅਨਮਿਊਟ ਕਰ ਦਿਓ। ਠੀਕ ਹੈ ਜੀ। ਵਿੰਦਰ ਜੀ ਬਹੁਤ ਸ਼ੁਕਰੀਆ, ਤੁਸੀਂ ਇਹਨਾਂ ਵਿਯੋਗ ਦੇ ਦਿਨਾਂ ਵਿੱਚ ਵੀ ਸੰਯੋਗ ਸਿਰਜਿਆ ਤਕਨੀਕ ਦੇ ਸਹਾਰੇ, ਔਰ ਇੰਨੇ ਪਿਆਰੇ ਦੋਸਤਾਂ ਨੂੰ ਮਿਲਾਉਣਾ। ਅੱਜ ਕਿੰਨਾ ਲੋਕਾਂ ਤੱਕ ਸਾਡੇ ਬੋਲ ਪਹੁੰਚਣਗੇ, ਉਹਨਾਂ ਦੇ ਪ੍ਰਤੀਕਰਮ ਸਾਡੇ ਤੱਕ ਪਹੁੰਚਣਗੇ। ਸੋ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡਾ, ਲਫ਼ਜ਼ਾਂ ਦੀ ਲੋਏ ਵਾਲਿਆਂ ਦਾ। ਸੋ ਪ੍ਰਦੇਸ਼ 'ਚ ਬੈਠੇ ਤੁਸੀਂ ਇੰਨਾ ਵੱਡਾ ਕੰਮ ਕਰ ਰਹੇ ਹੋ, ਔਰ ਬਹੁਤ ਸ਼ੁਕਰਗੁਜ਼ਾਰ ਹਾਂ, ਔਰ ਬਹੁਤ ਪਿਆਰ ਤੇ ਸਤਿਕਾਰ ਦਿੰਦੇ ਹਾਂ ਤੁਹਾਨੂੰ। ਬਹੁਤ ਸ਼ੁਕਰੀਆ ਪਾਤਰ ਸਾਹਿਬ। ਲੁਧਿਆਣੇ ਤੋਂ ਹੀ ਸ਼ਾਮਲ ਹੋਏ ਨੇ ਕਵਿਤਾ ਦੇ ਇਮੋਸ਼ਨ ਨੂੰ ਸਿੱਖਿਆ, ਸਮਾਜ ਅਤੇ ਵਾਤਾਵਰਣ ਦੇ ਮਸਲਿਆਂ ਨਾਲ ਜੋੜਨ ਵਾਲੇ ਸਰਦਾਰ ਜਸਵੰਤ ਸਿੰਘ ਜ਼ਫਰ ਜੀ। ਦੇਸ਼ 'ਚ ਬੈਠੇ ਤੁਸੀਂ ਇੰਨਾ ਵੱਡਾ ਕੰਮ ਕਰ ਰਹੇ ਹੋ, ਔਰ ਬਹੁਤ ਸ਼ੁਕਰਗੁਜ਼ਾਰ ਹਾਂ, ਔਰ ਬਹੁਤ ਪਿਆਰ ਤੇ ਸਤਿਕਾਰ ਦਿੰਦੇ ਹਾਂ। ਸ਼ੁਕਰੀਆ ਜੀ ਗੁਰਿੰਦਰ ਜੀ। ਮੇਰੇ ਵੱਲੋਂ ਵੀ ਪਾਤਰ ਸਾਹਿਬ ਵਾਲੀਆਂ ਗੱਲਾਂ ਸਾਰੀਆਂ। ਤੇ ਅਸੀਂ ਇੱਕ ਸ਼ਹਿਰ 'ਚ ਰਹਿੰਦੇ ਹਾਂ ਵੀ ਇਹਨਾਂ ਦਿਨਾਂ 'ਚ ਉਸ ਤਰ੍ਹਾਂ ਨਹੀਂ ਮਿਲਦੇ ਜਿਸ ਤਰ੍ਹਾਂ ਗਾਹੇ ਗਾਹੇ ਮਿਲਦੇ ਸੀ, ਤੇ ਹੁਣ ਅਸੀਂ ਵੀ ਆਪਸ ਵਿੱਚ ਤੁਹਾਡੀ ਮਾਰਫਤ ਹੀ ਮਿਲ ਰਹੇ ਹਾਂ। ਤੁਹਾਡਾ ਬਹੁਤ ਧੰਨਵਾਦ, ਬਹੁਤ ਚੰਗਾ ਲੱਗ ਰਿਹਾ। ਬਹੁਤ ਜੀ ਆਇਆਂ ਜ਼ਫਰ ਜੀ। ਤੇ ਅੱਗੇ ਕੈਨੇਡਾ 'ਚ ਪੰਜਾਬੀ ਕਵਿਤਾ ਦੀ ਰਾਜਧਾਨੀ ਲੰਡਨ ਓਨਟਾਰੀਓ ਦੀ ਨਿੱਘੀ ਸਵੇਰ ਮਾਣ ਦੀ ਸੁਭਾਗ ਜੋੜੀ ਸਾਡੇ ਮਹਿਬੂਬ ਪਿਆਰੇ ਨਵਤੇਜ ਭਾਰਤੀ ਜੀ ਤੇ ਸੁਰਿੰਦਰ ਭਾਰਤੀ ਜੀ, ਜਾਂ ਕਹਿ ਲਓ ਮੇਡ ਫॉर ਈਚ ਅਦਰ। ਜੀ ਆਇਆਂ ਨੂੰ ਸਰ ਜੀ, ਆਂਟੀ ਜੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਬਹੁਤ ਬਹੁਤ ਖੁਸ਼ੀ ਹੋਈ ਹੈ ਤੁਹਾਨੂੰ ਮਿਲ ਕੇ, ਤੇ ਤੁਹਾਡਾ ਸ਼ੁਕਰ ਕਰਦੇ ਹਾਂ ਕਿ ਤੁਸੀਂ ਇਹੋ ਜਿਹੇ ਚਿਹਰਿਆਂ ਦੇ ਦਰਸ਼ਨ ਕਰਵਾਏ ਨੇ। ਦੂਰ ਦੂਰ ਲੁਧਿਆਣੇ ਤੋਂ ਸੁਰਜੀਤ ਤੇ ਜ਼ਫਰ ਹੋਰਾਂ ਦਾ ਚਿਹਰਾ ਦੇਖਿਆ। ਫਿਰ ਕਵਿਤਾ ਸ਼ਾਇਦ ਦੂਰ ਬੈਠਿਆਂ ਨੂੰ ਨੇੜ ਲਿਆਉਂਦੀ ਆ। ਇਹ ਕਵਿਤਾ ਦਾ ਇੱਕ ਧਰਮ ਹੈ ਜਾਂ ਕਰਮ ਹੈ। ਸੋ ਤੁਸੀਂ ਉਸ ਕਰਮ ਦੇ ਵਿੱਚ ਸਹਾਈ ਹੋ ਰਹੇ ਹੋ। ਤੁਹਾਡਾ ਵੀ ਸ਼ੁਕਰੀਆ, ਬਹੁਤ ਮੌਂਟਰੀਅਲ ਦਾ ਸ਼ੁਕਰੀਆ। ਬਹੁਤ ਪਿਆਰ ਸੁਰਿੰਦਰ ਜੀ।
to all of us. ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਮੇਰੇ ਵੱਲੋਂ ਠੀਕ ਹੈ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਸਾਰਿਆਂ ਨੂੰ ਦੇਖ ਕੇ ਬਹੁਤ ਖੁਸ਼ੀ ਹੋਈ ਹੈ। ਤੇ ਮੈਨੂੰ ਵੀ ਬਹੁਤ ਖੁਸ਼ੀ ਹੋਈ ਤੇ ਵੀ ਤੁਸੀਂ ਮੈਨੂੰ ਐਡੇ ਵੱਡੇ ਮਹਾਨ ਕਵੀਆਂ ਦੇ ਵਿਚਕਾਰ ਲਿਆ ਕੇ ਬਿਠਾ ਦਿੱਤਾ। ਮੇਰੀ ਆਵਾਜ਼ ਥੋੜੀ ਜੀ ਭਾਰੀ ਜੀ ਹੈ ਮੇਰੇ ਕੰਨ ਦੇ ਵਿੱਚ, ਫਿਰ ਅੱਜ ਹਵਾ ਭਰ ਗਈ ਹੈ, ਪਤਾ ਨਹੀਂ ਕਈ ਦਿਨਾਂ ਤੋਂ ਇਸ ਤਰ੍ਹਾਂ ਹੋ ਰਿਹਾ, ਤੇ ਮੈਂ ਇਸ ਗੱਲ ਦੀ ਮਾਫੀ ਚਾਹੁੰਦੀ ਹਾਂ। ਕੋਈ ਗੱਲ ਨਹੀਂ, ਮੈਂ ਅਜੇ ਲੰਡਨ ਹੀ ਸੀਗਾ ਤੇ ਤੁਸੀਂ ਮੇਰੀ ਆਵਾਜ਼ ਕੈਲਗਰੀ ਚ ਸੁਣ ਲਈ। ਹਾਂਜੀ ਹਾਂਜੀ, ਕਿਉਂਕਿ ਮੈਂ ਅਜੇ ਸੁਰਿੰਦਰ ਭਾਰਤੀ ਉਹਨਾਂ ਨਾਲ ਗੱਲਬਾਤ ਕਰ ਰਿਹਾ ਸੀਗਾ, ਤੇ ਪਰ ਕੋਈ ਗੱਲ ਨਹੀਂ, ਤੁਹਾਡੇ ਕੋਲ ਪਹੁੰਚਦੇ ਹਾਂ ਜਲਦੀ 2 ਮਿੰਟ ਚ। ਸੁਰਿੰਦਰ ਜੀ। ਹਾਂਜੀ, ਸਤਿ ਸ੍ਰੀ ਅਕਾਲ ਜੀ। ਮੈਂ ਤਾਂ ਕਹਤਾ ਸਾਰਿਆਂ ਨੂੰ ਦੇਖ ਕੇ ਖੁਸ਼ੀ ਹੋਈ ਹੈ। ਮੈਂ ਪਹਿਲੀ ਵਾਰੀ ਉੱਪਰ ਆਈ ਹਾਂ, ਸੋ ਮੈਨੂੰ ਥੋੜੀ ਜਿਹੀ ਚੱਕ ਹੈ। ਕੋਈ ਗੱਲ ਨਹੀਂ, ਬਸ 2 ਮਿੰਟ ਦੀ ਗੱਲ ਹੈ। ਤੇ ਹੁਣ ਐਲਬਰਟਾ ਕੈਲਗਰੀ ਤੋਂ ਸਾਡੇ ਸਭ ਲਈ ਅੱਜ ਆਪਣੀ ਸੋਚ ਕਵਿਤਾ ਦਾ ਬ੍ਰੇਕਫਾਸਟ ਲੈ ਕੇ ਆਏ ਨੇ। ਖੁੱਲੀ ਕਵਿਤਾ ਦੀ ਚਾਹ ਦੇ ਨਾਲ ਨਾਲ ਗਜ਼ਲਾਂ ਵਰਗੇ ਬਿਸਕੁਟ। ਸੁਰਿੰਦਰ ਗੀਤ ਜੀ, ਤੁਹਾਡਾ ਵੀ ਸਵਾਗਤ। ਧੰਨਵਾਦ ਜੀ, ਬਹੁਤ ਬਹੁਤ ਸ਼ੁਕਰੀਆ। ਇਸ ਤੋਂ ਪਹਿਲਾਂ ਕਿ ਮੈਂ ਪੰਜਾਬੀ ਕਲਮ ਕੇਂਦਰ ਦੀ ਟੀਮ ਨੂੰ ਰੂਬਰੂ ਕਰਾਵਾਂ, ਦੁਨੀਆ ਭਰ ਚੋਂ ਜੁੜ ਚੁੱਕੇ ਤਮਾਮ ਸਰੋਤਿਆਂ ਨੂੰ ਖੁਸ਼ਾਮਦੀਦ ਅਤੇ ਪਿਆਰ। ਪ੍ਰੋਗਰਾਮ ਬਾਰੇ ਸੰਖੇਪ ਜਾਣਕਾਰੀ, ਅਗਲੇ 90 ਮਿੰਟਾਂ ਦੀ ਰੂਪਰੇਖਾ। ਪ੍ਰੋਗਰਾਮ ਨੂੰ ਵਾਰਮ ਅਪ ਕਰਨ ਦੀ ਜ਼ਿੰਮੇਵਾਰੀ ਲੋਕਲ ਕਵੀਆਂ ਦੇ ਸਿਰ ਹੈ, ਸੋ ਅਸੀਂ ਥੋੜਾ ਜਿਹਾ ਗਰਾਊਂਡ ਤੇ ਚੂਨਾ ਵਗੈਰਾ ਖਿਲਾਰਾਂਗੇ, ਲਾਈਨਾਂ ਮਾਰਾਂਗੇ ਜਿਵੇਂ ਟੂਰਨਾਮੈਂਟ ਤੋਂ ਪਹਿਲਾਂ ਕਰੀਦਾ, ਤੇ ਤੁਹਾਡੇ ਸਵਾਗਤ 'ਚ ਥੋੜੀਆਂ ਕਵਿਤਾਵਾਂ ਨਾਲ ਝੰਡੀਆਂ ਲਾਵਾਂਗੇ। ਫਿਰ ਆਪਾਂ ਸਿੱਧੇ ਸੁਰਿੰਦਰ ਗੀਤ ਜੀ ਦੇ ਸ਼ਹਿਰ ਕੈਲਗਰੀ 'ਚ ਦਸਤਕ ਦੇਵਾਂਗੇ, ਤੇ ਕੈਲਗਰੀ ਤੋਂ ਬਾਅਦ ਫਿਰ ਲੰਡਨ ਓਨਟਾਰੀਓ ਸੁਰਿੰਦਰ ਭਾਰਤੀ ਜੀ ਤੋਂ ਕੁੰਜੀਆਂ ਲੈ ਕੇ ਨਵਤੇਜ ਭਾਰਤੀ ਜੀ ਦੀ ਲੀਲਾ ਦਾ ਆਨੰਦ ਮਾਣਾਂਗੇ। ਤੇ ਲੰਡਨ ਤੋਂ ਫਿਰ ਸਿੱਧੀ ਫਲਾਈਟ ਲੈ ਕੇ ਗਹਿਲੇਵਾਲ ਦੇ ਉੱਪਰੋਂ ਹਵਾਈ ਸਰਵੇਖਣ ਕਰਕੇ ਲੁਧਿਆਣੇ ਜਸਵੰਤ ਜ਼ਫਰ ਹੋਣਾ ਦੇ ਬਿਜਲੀ ਬੋਰਡ 'ਚ ਲੈਂਡ ਕਰਾਂਗੇ, ਤੇ ਆਖਰੀ ਪੜਾਅ 'ਚ ਸਰੋਤਿਆਂ ਦੀਆਂ ਬਾਕੀ ਸਾਰੀਆਂ ਆਸਾਂ ਪੂਰੀਆਂ ਕਰਨ ਲਈ ਜਾਵਾਂਗੇ ਆਸ਼ਾਪੁਰੀ, ਕਵਿਤਾ ਦੇ ਮੱਕੇ ਪਾਤਰ ਸਾਹਿਬ ਦੀ ਕਿਤਾਬਾਂ ਵਾਲੀ ਬੈਠਕ ਦੇ ਵਿੱਚ। ਸੋ ਦੋਸਤੋ, ਇਹ ਸੀ ਅੱਜ ਦੇ ਪ੍ਰੋਗਰਾਮ ਦੀ ਰੂਪਰੇਖਾ। ਤੇ ਹੁਣ ਮੈਂ ਜਿਵੇਂ ਕਿਹਾ ਵੀ ਇਸ ਪ੍ਰੋਗਰਾਮ ਨੂੰ ਥੋੜਾ ਜਿਹਾ ਗਰਮਾਉਣ ਲਈ, ਵਾਰਮ ਅਪ ਕਰਨ ਲਈ, ਸਾਡੇ ਜਿਹੜੇ ਜਦੋਂ ਪਾਤਰ ਸਾਹਿਬ 2007 ਚ ਮੌਂਟਰੀਅਲ ਆਏ ਤੇ ਉਹ ਇੱਕ ਕਵਿਤਾ ਦਾ ਕਿੰਡਰਗਾਰਟਨ ਖੋਲ ਗਏ, ਇੱਕ ਨਰਸਰੀ ਖੋਲ ਗਏ ਮੌਂਟਰੀਅਲ ਦੇ ਵਿੱਚ। ਤੇ ਉਹਦੇ ਜਿਹੜੇ ਸਟੂਡੈਂਟ ਸੀਗੇ ਤੇ ਸਾਰੇ ਤਕਰੀਬਨ ਕਾਫੀ ਉਮਰ ਵਾਲੇ, ਪਰ ਅਸੀਂ ਨਿਸ਼ਚਾ ਕੀਤਾ ਵੀ ਆਪਾਂ ਬੱਚਿਆਂ ਵਾਂਗੂ ਹੀ ਥੋੜਾ ਚਿਰ ਰਹਿਣਾ, ਕੁਝ ਸਿੱਖਣਾ, ਕਵਿਤਾ ਨੂੰ ਦਿਮਾਗ ਤੇ ਚੜਾਉਣਾ ਨਹੀਂ, ਤੇ ਪਹਿਲਾਂ ਕੁਝ ਸਿੱਖੀਏ ਤੇ ਥੋੜਾ ਥੋੜਾ। ਸੋ ਅਜੇ ਵੀ ਸਿੱਖਣ ਦਾ ਜਿਹੜਾ ਪ੍ਰੋਸੈਸ ਹੈ ਉਹ ਜਾਰੀ ਹੈ, ਤੇ ਮੈਂ ਉਸ ਟੀਮ ਦੇ ਵਿੱਚੋਂ ਸਾਡੇ ਕੁਝ ਜਿਹੜੇ ਕਵੀਜਨ ਉਹ ਬਹੁਤ ਬਰੀਫ ਦੇ ਵਿੱਚ ਆਪਣੀ ਆਪਣੀ ਨਜ਼ਮ ਪੇਸ਼ ਕਰਨਗੇ। ਸਾਰਿਆਂ ਤੋਂ ਪਹਿਲਾਂ ਮੈਂ ਦਾਵਤ ਦੇਵਾਂਗਾ ਬਹੁ ਪੱਖੀ ਹਸਤੀ, ਮਕਬੂਲ ਚਿੱਤਰਕਾਰ, ਪੁਰਾਤਨ ਕਾਵ ਧਾਰਾਵਾਂ ਤੇ ਭਾਸ਼ਾਵਾਂ ਨਾਲ ਸਿਰਜਦੇ ਤੇ ਨਿਤ ਕਰਦੀਆਂ ਨਜ਼ਮਾਂ ਉਚਾਰਦੇ ਤੇ ਲਿਖਦੇ ਮਨਜੀਤ ਚਾਤਰਿਕ ਜੀ। ਮਨਜੀਤ ਜੀ, ਓਵਰ ਟੂ ਯੂ। ਵਾਹਿਗੁਰੂ ਜੀ, ਧੰਨਵਾਦ, ਧੰਨਵਾਦ ਮਹਾਰਾਜ। ਇੰਨੇ ਮਹਾਨ ਕਵੀਆਂ 'ਚ ਆਪ ਜੀ ਨੇ ਦਾਸ ਨੂੰ ਪੜ੍ਹਨ ਦਾ ਮੌਕਾ ਦਿੱਤਾ। ਧੰਨਵਾਦ ਸਾਰਿਆਂ ਦਾ। ਸਾਰਿਆਂ ਨੂੰ ਸਾਦਰ ਪ੍ਰਣਾਮ, ਕੋਟਾਨ ਕੋਟਾ ਦੰਡਵਤ ਪ੍ਰਣਾਮ ਸਾਰਿਆਂ ਨੂੰ। ਕਵਿਤਾ ਹੈ ਜੀ, ਸੁਖ ਸੁਮੀਤ ਸਹਿਜ ਸੀਤ, ਪ੍ਰਣਯ ਗੀਤ ਅਤ ਪੁਨੀਤ। ਸੁਖ ਸੁਮੀਤ ਸਹਿਜ ਸੀਤ, ਪ੍ਰਣਯ ਗੀਤ ਅਤ ਪੁਨੀਤ। शब्द सुरत सहज जुरत, रहस रुच बढ़ाए हैं। जल तरंग मन उमंग, बरस सरस शब्द संग। अंग संग भजन संग, ब्रह्म गीत गाए हैं। शब्द ही आनंद रूप, शब्द ही आनंद रूप। अत अनूप छाम धूप, परम भूप। रुमक ठुमक उमक हुमक, सच में समाये हैं। मन महीप सद समीप, दिव्य दीप शब्द सीप। सरल तरल प्रेम परल प्रीत, गंड पाए हैं। रेख मेख सहज पेख,
कर्म लेख गुण विशेख, चतुर चपल अकुल अकल, भरम भीत ढाए हैं। रोग सोग सहज जोग, त्याग भोग सब अरोग, निमख 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 निमख, शब्द में समाये हैं। शंखनाद शंखनाद गुण गुणाद, जुग जुगाद परम साध, मधुर 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 धुन बजाए हैं। अरब खरब सरब दरब कंठ, शंख कोट ओत पोत। अरब खरब सरब दरब, शंख कोट ओत पोत, तन है मन है शन है शन है, सच में समाये हैं। नानका नवीन मीत शब्द सीत, गुण गुणीत शब्द सुरत, सहज जुरत प्रीत परण आए हैं। आखिरी पंक्तियां जी। चात्रिको चितौर मोर, सहज तोर घन है घोर ही हो। क्या बात है। चात्रिको चितौर मोर, सहज तोर घन है घोर ही होड़, स्वाद बूंद नयन मूंद, गुण है गूंद गटक से पिलाए हैं। सुख सुमीत सहज सीत, प्रणय गीत अत पुनीत, शब्द सुरत सहज जुरत, रहस रुच बढ़ाए हैं। रहस रुच बढ़ाए हैं। वाहिगुरु जी का खालसा, वाहिगुरु जी की फतेह। बहुत वाह वाह। ਪਿੱਛੇ ਚਿੱਤਰਕਲਾ, ਕਵਿਤਾ ਅਤੇ ਨ੍ਰਿਤ ਦੀ ਇੱਕ ਭਾਸ਼ਾ ਵੀ ਹੁੰਦੀ ਹੈ, ਤੇ ਉਹ ਹੁੰਦੀ ਹੈ ਚਾਤਰਿਕ ਸਾਹਿਬ ਦੀ ਕਵਿਤਾ। ਸਹੀ ਬਾਤ। ਸੋ ਤੇ ਹੁਣ ਮੈਂ ਜਿਨ੍ਹਾਂ ਨੂੰ ਦਾਵਤ ਦੇਣ ਜਾ ਰਿਹਾ, ਅਫਰੀਕਾ 'ਚ ਜੰਮੇ, ਇੰਗਲੈਂਡ 'ਚ ਪਲੇ ਤੇ ਕੈਨੇਡਾ 'ਚ ਫੈਲੇ, ਪਰ ਕਵਿਤਾ ਪੰਜਾਬੀ 'ਚ ਲਿਖਦੇ ਆ। ਹੈ ਨਾ ਅਚੰਭੇ ਵਾਲੀ ਗੱਲ। ਸੁਖਵਿੰਦਰ ਜੋਤਲਾ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਬਹੁਤ ਬਹੁਤ ਸਵਾਗਤ। ਤਾਂ ਬਹੁਤ ਖੁਸ਼ੀ ਹੋ ਰਹੀ ਹੈ ਮਿਲ ਕੇ ਤੁਹਾਨੂੰ। ਸੋ ਇਹ ਮੈਂ ਕਵਿਤਾ ਲਿਖੀ ਹੈ, ਮੰਜ਼ਿਲ ਦੀ ਤਲਾਸ਼। ਮੰਜ਼ਿਲ ਦੀ ਤਲਾਸ਼ ਵਿੱਚ ਹਾਂ ਮੈਂ, ਚੇਤਨ ਵਿੱਚ ਜਾਂ ਅਵਚੇਤਨ ਵਿੱਚ। ਹਾਂ, ਮੰਜ਼ਿਲ ਤੇ ਪਹੁੰਚਣ ਲਈ ਮੁਕਾਮ ਛੱਡ ਤੁਰਨਾ ਪੈਂਦਾ ਹੈ। ਜਿਉਂ ਸਾਗਰ ਦੇ ਮਿਲਾਪ ਲਈ ਨਦੀ ਨੂੰ ਰੁੜਨਾ ਪੈਂਦਾ ਹੈ, ਚੇਤਨ ਵਿੱਚ ਜਾਂ ਅਵਚੇਤਨ ਵਿੱਚ। ਕਦੀ ਮੈਂ ਸੋਚਾਂ ਵਿੱਚ ਖੁੱਭ ਜਾਂਦਾ ਹਾਂ, ਇੰਨਾ ਖੁੱਭ ਜਾਂਦਾ ਹਾਂ ਕਿ ਡੁੱਬ ਜਾਂਦਾ ਹਾਂ। ਫਿਰ ਸਾਹ ਲੈਣ ਲਈ ਉੱਪਰ ਆਉਂਦਾ ਹਾਂ। ਕੀ ਸੁੰਡੀ ਦੀ ਮੰਜ਼ਿਲ ਤਿਤਲੀ ਬਣਨਾ ਹੈ? ਕੀ ਸੁੰਡੀ ਦੀ ਮੰਜ਼ਿਲ ਤਿਤਲੀ ਬਣਨਾ ਹੈ? ਚੇਤਨ ਵਿੱਚ ਜਾਂ ਅਵਚੇਤਨ ਵਿੱਚ, ਮੰਜ਼ਿਲ ਦੀ ਤਲਾਸ਼ ਵਿੱਚ ਹਾਂ ਮੈਂ। ਕਦੀ ਲੱਗਦਾ ਹੈ ਮੰਜ਼ਿਲ ਲਾਗੇ ਹੀ ਹੈ, ਮੈਂ ਤੁਰਨ ਲੱਗਦਾ ਹਾਂ, ਮੰਜ਼ਿਲ ਦੂਰ ਦੌੜ ਜਾਂਦੀ ਹੈ। ਕੀ ਇਹ ਮੰਜ਼ਿਲ ਭੇਸ ਬਦਲ ਰਹੀ ਹੈ ਕਿ ਮੈਂ ਹੀ ਮੰਜ਼ਿਲ ਬਦਲ ਲਈ? ਜਾਂ ਮੰਜ਼ਿਲ ਹੀ ਕਠਿਨ ਸੀ, ਜਾਂ ਮੈਂ ਕਾਬਿਲ ਹੀ ਨਹੀਂ ਸੀ ਮੰਜ਼ਿਲ ਦੇ। ਹਾਂ, ਹਰ ਇੱਕ ਲਈ ਸੰਭਵ ਨਹੀਂ ਹੁੰਦਾ। ਸ਼ਾਇਦ ਇਸੇ ਲਈ ਮੈਂ ਰੁਕ ਗਿਆ। ਜ਼ਿੰਦਗੀ ਬੀਤ ਨਾ ਜਾਏ, ਜ਼ਿੰਦਗੀ ਖੋਜਦਿਆਂ। ਆਖਿਰ ਲਾਈਨਾਂ ਹਨ। ਪੁੱਛਦਾ ਹਾਂ ਆਪਣੇ ਆਲੇ ਦੁਆਲੇ ਤੋਂ, ਮੈਂ ਉਸੇ ਹੀ ਮੰਜ਼ਿਲ ਤੇ ਹੈ ਜਾਣਾ। ਸਭ ਮੈਨੂੰ, ਮੈਂ ਸਭ ਨੂੰ ਪਿਆਰ ਕਰਾਂ, ਰੁੱਸਿਆਂ ਨੂੰ ਮੈਂ ਯਾਰ ਕਹਾਂ। ਸਭ ਜਹਾਂ ਤੇ ਅਮਨ ਮੈਂ ਚਾਹਾਂ, ਰੁੱਖ ਲਗਾਵਾਂ ਸਹਿਰੇ ਹਟਾਵਾਂ। ਰੁੱਖ ਲਗਾਵਾਂ ਸਹਿਰੇ ਘਟਾਵਾਂ, ਰੰਗ ਦੁਨੀਆ ਨੂੰ ਹਰਾ ਚੜਾਵਾਂ। ਚਲੋ ਸਫ਼ਰ ਤੇ ਨਿਕਲੀਏ, ਚਲੋ ਮੰਜ਼ਿਲ ਤੈਅ ਕਰੀਏ। ਅਵਚੇਤਨ 'ਚ ਨਹੀਂ, ਚੇਤਨ ਵਿੱਚ। ਚਲੋ ਸਫ਼ਰ ਤੇ ਨਿਕਲੀਏ, ਚਲੋ ਮੰਜ਼ਿਲ ਤੈਅ ਕਰੀਏ। ਅਵਚੇਤਨ 'ਚ ਨਹੀਂ, ਚੇਤਨ ਵਿੱਚ। ਬਹੁਤ ਖੂਬਸੂਰਤ।
ਪੰਜਾਬ, ਹਿੰਦੁਸਤਾਨ, ਪਾਕਿਸਤਾਨ 'ਚ ਨਾਂ ਪੈਦਾ ਹੋ ਕੇ ਜਦੋਂ ਬਾਹਰਲੇ ਮੁਲਕਾਂ 'ਚ ਜੰਮੇ ਬੱਚਿਆਂ ਦੇ ਕੋਲੋਂ ਉਹਨਾਂ ਦੀ ਜਿਹੜੀ ਪੰਜਾਬੀ ਕਵਿਤਾ ਰਚਣ ਦੀ ਇੱਕ ਉਹਨਾਂ ਦੀ ਦਿਲਚਸਪੀ ਅਤੇ ਹਿੰਮਤ ਜਦੋਂ ਸਾਹਮਣੇ ਆਉਂਦੀ ਹੈ ਤਾਂ ਲੱਗਦਾ ਕਿ ਭਾਸ਼ਾ, ਪੰਜਾਬੀ ਭਾਸ਼ਾ ਦਾ ਜਿਹੜਾ ਭਵਿੱਖ ਹੈ ਉਹ ਸੋਹਣਾ ਲੱਗਦਾ, ਉਹਦੇ 'ਚ ਆਸ ਵੱਜਦੀ ਹੈ। ਸੋ ਸੁਖਵਿੰਦਰ ਜੀ ਬਹੁਤ ਸ਼ੁਕਰੀਆ। ਤੇ ਹੁਣ ਮੈਂ ਤੁਹਾਨੂੰ ਰੂਬਰੂ ਕਰਾ ਰਿਹਾ ਹਰਜਿੰਦਰ ਪੱਤੜ ਹੋਰਾਂ ਨਾਲ। ਪੰਜਾਬੀ ਕਲਮ ਕੇਂਦਰ ਦੇ ਆਈਡੀਏ ਨੂੰ ਅਸਲੀਅਤ ਬਣਾਉਣ ਦਾ ਰੋਲ ਹਰਜਿੰਦਰ ਹੋਰਾਂ ਨੇ ਨਿਭਾਇਆ ਔਰ ਬਹੁਤ ਬਾਖੂਬੀ ਨਿਭਾਇਆ। ਬਹੁਤ ਸਾਲਾਂ ਤੋਂ ਸਾਰਿਆਂ ਨੂੰ ਜੋੜਿਆ, ਸਾਨੂੰ ਸਾਰਿਆਂ ਨੂੰ ਫੜ ਫੜ ਕੇ ਇਸ ਆਈਡੀਏ ਦੇ ਪਿੱਛੇ ਖੜਾ ਕੀਤਾ ਤੇ ਕਵਿਤਾ ਦਾ ਪੈਂਡਾ ਰਚਨਾਇਆ। ਹਰਜਿੰਦਰ ਪੱਤੜ ਜੀ ਬਹੁਤ ਬਹੁਤ ਧੰਨਵਾਦ। ਸਾਰੇ ਹੀ ਮਹਿਮਾਨਾਂ ਨੂੰ, ਸਾਰਿਆਂ ਨੂੰ ਪਿਆਰ ਭਰੀ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਬਾਕੀ ਦੇਖਣਾ ਤੁਸੀਂ ਲਿਖ। ਮੇਰੀ ਪਹਿਲੀ ਕਵਿਤਾ ਜਿਹਦਾ ਨਾਂ ਹੈ ਮੈਂ ਦਰਿਆ ਬਣ ਗਿਆ। ਮੈਨੂੰ ਤਾਂ ਇਹੀ ਪਤਾ ਸੀ ਦਰਿਆ ਵਗਦੇ ਹੁੰਦੇ ਨੇ, ਮੈਨੂੰ ਤਾਂ ਇਹੀ ਪਤਾ ਸੀ ਦਰਿਆ ਵਗਦੇ ਹੁੰਦੇ ਨੇ, ਬਰਸਾਤਾਂ ਵਿੱਚ ਚੜ ਜਾਂਦੇ ਨੇ, ਹਾੜਾਂ ਵਿੱਚ ਲਹਿ ਜਾਂਦੇ ਨੇ, ਦਰਿਆ ਰੁਕਦੇ ਨਹੀਂ ਕਦੀ, ਸ਼ਾਇਦ ਇਹੀ ਵੇਖ ਮੈਂ ਦਰਿਆ ਬਣ ਗਿਆ। ਸ਼ਾਇਦ ਇਹੀ ਦੇਖ ਮੈਂ ਦਰਿਆ ਬਣ ਗਿਆ, ਵਗਣ ਵੀ ਲੱਗ ਪਿਆ ਤੇ ਵਗਦਾ ਵਗਦਾ ਇੱਕ ਦਿਨ ਕੈਨੇਡਾ ਪਹੁੰਚ ਗਿਆ। ਤੇ ਵਗਦਾ ਵਗਦਾ ਆਖਰ ਇੱਕ ਦਿਨ ਕੈਨੇਡਾ ਪਹੁੰਚ ਗਿਆ। ਇੱਥੇ ਪਹੁੰਚਦਾ ਹੀ ਜੰਮ ਗਿਆ, ਇੱਥੇ ਪਹੁੰਚਦਾ ਹੀ ਜੰਮ ਗਿਆ। ਵਗਦਾ ਇੱਕ ਦਰਿਆ ਇਸ ਤਰ੍ਹਾਂ ਕੁਝ ਥੰਮ ਗਿਆ ਜਿਵੇਂ ਵਗਣਾ ਹੀ ਭੁੱਲ ਗਿਆ ਹੋਵੇ। ਹਾਂ ਜਦ ਕਿਤੇ ਤਾਪਮਾਨ ਚੜ੍ਹਦਾ ਹੈ, ਹਾਂ ਜਦ ਕਿਤੇ ਤਾਪਮਾਨ ਚੜ੍ਹਦਾ ਹੈ ਤਾਂ ਵਗ ਵੀ ਪਈਦਾ ਹੈ। ਇੱਥੇ ਦਰਿਆ ਏਦਾਂ ਹੀ ਵਗਦੇ ਹਨ, ਇੱਥੇ ਦਰਿਆ ਏਦਾਂ ਹੀ ਵਗਦੇ। ਬਹੁਤ ਖੂਬਸੂਰਤ, ਬਹੁਤ ਇੱਕ ਛੋਟੀ ਜਿਹੀ ਕਵਿਤਾ ਹੋਰ ਹੈ ਅਸਲ ਵਿੱਚ। ਮੇਰਾ ਹੀ ਦੋਸ਼ ਹੈ, ਮੇਰੇ ਬੱਚੇ ਨੇ ਰੰਗਾਂ ਦੇ ਨਾਮ ਆਪੇ ਹੀ ਰੱਖ ਲਏ। ਉਹ ਚਿੱਟੇ ਨੂੰ ਦੁੱਧ ਰੰਗ, ਹਰੇ ਨੂੰ ਪੱਤਾ ਰੰਗ, ਲਾਲ ਨੂੰ ਲਹੂ ਰੰਗ, ਕਾਲੇ ਨੂੰ ਰਾਤ ਰੰਗ, ਨੀਲੇ ਨੂੰ ਰੱਬ ਰੰਗ, ਪੀਲੇ ਨੂੰ ਝੰਡਾ ਰੰਗ। ਉਹ ਇੰਜ ਰੰਗਾਂ ਦੇ ਨਾਂ ਲਿਆ ਕਰੇ, ਕਿਆ ਬਾਤ, ਰੰਗ ਜਾ ਕਰੇ। ਕਿਆ ਬਾਤ ਹੈ, ਕਿਆ ਉਹ ਇੰਜ ਰੰਗਾਂ ਦੇ ਨਾਂ ਲਿਆ ਕਰੇ, ਮੈਨੂੰ ਰੰਗਾਂ ਵਿੱਚ ਰੰਗ ਦਿਆ ਕਰੇ। ਹੁਣ ਉਹ ਕੁਝ ਵੱਡਾ ਹੋ ਗਿਆ ਹੈ, ਹੁਣ ਉਹ ਕੁਝ ਵੱਡਾ ਹੋ ਗਿਆ ਹੈ ਤੇ ਉਹ ਮੇਰੇ ਸਿਖਾਏ ਹੋਏ ਰੰਗਾਂ ਦੇ ਨਾਮ ਜਿਵੇਂ ਵਾਈਟ, ਗ੍ਰੀਨ, ਰੈੱਡ, ਬਲੈਕ, ਬਲੂ ਤੇ ਯੈਲੋ ਬੜੇ ਸਾਫ਼ ਕਹਿ ਲੈਂਦਾ ਹੈ। ਪਰ ਇਹਨਾਂ ਰੰਗਾਂ ਦੇ ਨਾਵਾਂ ਵਿੱਚ ਮੈਨੂੰ ਰੰਗਾਂ 'ਚ ਰੰਗਣ ਦੀ ਸਮਰੱਥਾ ਨਹੀਂ ਹੈ। ਬੱਚੇ ਦਾ ਨਹੀਂ, ਮੇਰਾ ਹੀ ਕਸੂਰ ਹੈ। ਬੱਚੇ ਦਾ ਨਹੀਂ, ਮੇਰਾ ਹੀ ਕਸੂਰ ਹੈ। ਬਹੁਤ ਅੱਛਾ, ਕਿਆ ਧੰਨਵਾਦ, ਮਿਹਰਬਾਨੀ। ਬਹੁਤ ਖੂਬਸੂਰਤ, ਬਹੁਤ ਡੂੰਘਾ ਇਹ ਮੈਸੇਜ ਬੋਲਦੇ ਪਏ ਆਵਾਜ਼ ਨਹੀਂ ਆ ਰਹੀ ਕਿਉਂਕਿ ਉਹਨਾਂ ਨੇ ਸ਼ੁਕਰੀਆ ਜੀ। ਹੁਣ ਮੈਂ ਅੱਗੇ ਦਾਵਤ ਦਿੰਦਾ ਸੁਰਜੀਤ ਪਾਵਾ ਜੀ ਨੂੰ। ਤੇ ਸੁਰਜੀਤ ਪਾਵਾ ਜੀ ਪਹਿਲਾਂ ਕਵੀ, ਫਿਰ ਫਿਲਮ ਸਾਜ਼ ਤੇ ਥੀਏਟਰੀਕਲ ਆਵਾਜ਼ ਦੇ ਮਾਲਕ। ਤੇ ਕਈ ਵਾਰ ਤਾਂ ਮੇਰਾ ਦਿਲ ਕਰਦਾ ਕਿ ਮੈਂ ਤੁਹਾਡੇ ਇੰਨੇ ਗੁਣਾਂ ਨੂੰ ਦੇਖ ਕੇ ਤੁਹਾਨੂੰ ਸੁਰਜੀਤ ਪਾਵਾ ਦੀ ਬਜਾਏ ਸੁਰਜੀਤ ਬਹੁ ਗੁਣਾ ਆਖਾਂ। ਪਹਿਲਾਂ ਕਵਿਤਾ ਸੁਣ ਲੈਂਦੇ, ਨਾਲੇ ਗੱਲ ਫੇਸਬੁੱਕ ਤੇ ਰਹਿਣੀ, ਆਪਾਂ ਅੱਗੇ ਨਹੀਂ ਕਿਸੇ ਨਾਲ ਕਰਨੀ। ਸੁਰਜੀਤ ਪਾਵਾ ਜੀ। ਹਾਂਜੀ, ਮਿਹਰਬਾਨੀ ਜੀ। ਸਾਰਿਆਂ ਦਾ ਬਹੁਤ ਸਵਾਗਤ ਹੈ। ਸ਼ਾਮ ਦਾ ਸੂਰਜ, ਜੋ ਕਿ ਗੁਰਿੰਦਰ ਜੀ ਦਾ ਸੁਝਾਅ ਸੀ, ਉਹ ਪੜ੍ਹਨ ਤੋਂ ਪਹਿਲਾਂ ਮੈਂ 2-3 ਸ਼ੇਰ ਆਪਣੀ ਉਸ ਦਿਲਚਸਪੀ ਬਾਰੇ ਕਹਿਣਾ ਚਾਹਾਂਗਾ ਜੋ ਪਿਛਲੇ ਕੁਝ ਵਰਿਆਂ ਤੋਂ ਮੇਰੇ ਅੰਦਰ ਪਨਪ ਰਹੀ ਹੈ। ਯਾਨੀ ਕਿ ਸਿੱਖ ਸਿੱਕੇ ਇਤਿਹਾਸ ਤੇ ਸਿੱਖ ਕੌਮ। ਬੰਦਾ ਨਾ ਰਚੇ ਇਤਿਹਾਸ ਕੋਈ, ਬੰਦਾ ਨਾ ਰਚੇ ਇਤਿਹਾਸ ਕੋਈ, ਇਤਿਹਾਸ ਬੰਦੇ ਨੂੰ ਰਚਦਾ ਹੈ। ਨਾ ਰਚੇ ਇਤਿਹਾਸ ਕੋਈ, ਇਤਿਹਾਸ ਬੰਦੇ ਨੂੰ ਘੜਦਾ ਹੈ। ਗੋਬਿੰਦ
ਹਰ ਗੋਬਿੰਦ ਕਾਲ ਥਾਏ, ਗੋਬਿੰਦ ਹਰ ਗੋਬਿੰਦ ਕਾਲ ਥਾਏ, ਜਦ ਪਹਿਲਾ ਸਿੱਕਾ ਟਲਦਾ ਹੈ। ਵਾਓ। ਕਹਿੰਦੇ ਨੇ ਇਤਿਹਾਸ ਦੀ ਲੋ, ਕਹਿੰਦੇ ਨੇ ਇਤਿਹਾਸ ਦੀ ਲੋ ਭਵਿੱਖ ਦੀ ਪੈੜ ਰੁਸ਼ਨਾਉਂਦੀ ਹੈ। ਨਹੀਂ ਅਲਵਿਦਾ ਮਿਲਾਂਗੇ ਫੇਰ, ਤਾਰੀਖ ਸਦਾ ਸਮਝਾਉਂਦੀ ਹੈ। ਤੇ ਆਖਰੀ ਹੈ, ਵਿਸ਼ਵ ਯੁੱਧ ਜਾਂ ਤਾਕਤ ਉਡੀਕਦੇ ਹੋ, ਵਿਸ਼ਵ ਯੁੱਧ ਜਾਂ ਤਾਕਤ ਉਡੀਕਦੇ ਹੋ, ਦੇਸ਼ ਬਣਨ ਦੀ ਨਾ ਹੁੰਦੀ ਬਹਾਰ ਕੋਈ, ਦੇਸ਼ ਬਣਨ ਦੀ ਨਾ ਹੁੰਦੀ ਬਹਾਰ ਕੋਈ, ਕੋਈ ਮਸੀਹਾ ਜਾਂ ਰਹਿਬਰ ਨਹੀਂ ਆਉਣਾ, ਕੋਈ ਮਸੀਹਾ ਜਾਂ ਰਹਿਬਰ ਨਹੀਂ ਆਉਣਾ, ਨਾ ਹੁਣ ਜਰਨੈਲੀ ਹੋਣੀ ਯਲਗਾਰ ਕੋਈ, ਨਾ ਹੁਣ ਜਰਨੈਲੀ ਹੋਣੀ ਯਲਗਾਰ ਕੋਈ, ਜੁਗਰਾਫੀਏ ਆਪੇ ਬਦਲ ਜਾਂਦੇ ਜਦੋਂ ਹੁੰਦੀ ਕੌਮ ਤਿਆਰ ਕੋਈ, ਜੁਗਰਾਫੀਏ ਆਪੇ ਬਦਲ ਜਾਂਦੇ ਜਦੋਂ ਹੁੰਦੀ ਕੌਮ ਤਿਆਰ ਕੋਈ। ਤੇ ਹੁਣ ਸ਼ਾਮ ਦਾ ਸੂਰਜ ਤੁਹਾਡੀ ਨਜ਼ਰ ਤੇ ਤੁਹਾਡੀ ਜ਼ਾਤ ਨਾਲ, ਹਰ ਸ਼ਾਮ ਜਦੋਂ ਸੂਰਜ ਡੁੱਬਣ ਲੱਗਦਾ ਹੈ ਤਾਂ ਮੈਂ ਉਸ ਨੂੰ ਹੱਥਾਂ ਨਾਲ ਰੋਕਣ ਦੀ ਕੋਸ਼ਿਸ਼ ਕਰਦਾ ਹਾਂ। ਜਦੋਂ ਮੇਰੇ ਹੱਥ ਸੜਨ ਲੱਗਦੇ ਹਨ ਤਾਂ ਮੈਂ ਉਸ ਨੂੰ ਬਾਹਾਂ ਦੀ ਗਲਵਕੜੀ ਵਿੱਚ ਭਰ ਲੈਂਦਾ ਹਾਂ। ਜਦੋਂ ਮੇਰਾ ਸੀਨਾ ਤਪਣ ਲੱਗਦਾ ਹੈ ਤਾਂ ਮੈਂ ਸਾਰਾ ਸੂਰਜ ਨਿਗਲ ਜਾਂਦਾ। ਹਰ ਸ਼ਾਮ ਦਾ ਸੂਰਜ ਮੇਰੀ ਛਾਤੀ ਵਿੱਚ ਡੁੱਬਦਾ ਹੈ। ਸਾਰੀ ਰਾਤ ਮੇਰਾ ਪਿੰਡਾ ਬਲਦਾ ਹੈ। ਹਥੇਲੀਆਂ ਵਿੱਚੋਂ ਜਿਵੇਂ ਲਪਟਾਂ ਨਿਕਲਦੀਆਂ ਹਨ, ਪੈਰਾਂ ਦੇ ਤਲਵਿਆਂ ਚੋਂ ਸੇਕ ਮਗਦਾ ਹੈ। ਸਾਰੀ ਰਾਤ ਮੈਂ ਸਾਹਾਂ ਦੀ ਭਾਫ ਵਿੱਚ ਸੜਦਾ ਹਾਂ। ਸਾਰੀ ਰਾਤ ਮੈਂ ਸਾਹਾਂ ਦੀ ਭਾਫ ਵਿੱਚ ਸੜਦਾ ਹਾਂ। ਬਰਸਾਤ ਦੀ ਰਾਤ ਵਿੱਚ ਧੂਣੀ ਵਾਂਗ ਧੁਖਦਾ ਹਾਂ। ਸਵੇਰੇ ਉਨੀਂਦਰੇ ਨਾਲ ਮੇਰੀਆਂ ਅੱਖਾਂ ਰੜਕਦੀਆਂ ਹਨ ਤਾਂ ਲੱਗਦਾ ਹੈ ਜਿਵੇਂ ਸੂਰਜ ਮੇਰੀਆਂ ਅੱਖਾਂ 'ਚੋਂ ਚੜ੍ਹਦਾ ਹੈ। ਹਰ ਸਵੇਰ ਦਾ ਸੂਰਜ ਮੇਰੀਆਂ ਅੱਖਾਂ 'ਚੋਂ ਚੜ੍ਹਦਾ ਹੈ। ਹਰ ਸ਼ਾਮ ਦਾ ਸੂਰਜ ਸੁਰਜੀਤ ਦੀ ਛਾਤੀ ਵਿੱਚ ਡੁੱਬਦਾ ਹੈ। ਓ ਵਾਓ, ਬਹੁਤ ਖੂਬਸੂਰਤ ਜੀ ਜੀ, ਬਹੁਤ ਖੂਬਸੂਰਤ, ਬਹੁਤ ਖੂਬਸੂਰਤ। ਤੇ ਹੁਣ ਮੈਂ ਸਾਡੇ ਜਵਾਨ ਕਵੀ ਮੋਹਨਪ੍ਰੀਤ ਪੱਤੜ ਉਹਨਾਂ ਨੂੰ ਅਜੀਬ ਕਰਦਾ। ਮੋਹਨਪ੍ਰੀਤ ਦੀ ਕਲਮ 'ਚ ਬਹੁਤ ਸਹਿਜ ਹੈ ਤੇ ਮੋਹਨਪ੍ਰੀਤ ਦੀ ਕਲਮ ਸੱਚ ਹੈ, ਨਿਰਛਲ ਹੈ, ਸੁੰਦਰ ਹੈ ਤੇ ਕ੍ਰਿਸਟਲ ਕਲੀਅਰ ਹੈ। ਵਾਓ। ਇਹ ਸਾਡੇ ਸਾਰਿਆਂ ਚੋਂ ਸਾਨੂੰ ਜਦੋਂ ਵੀ ਪੰਜਾਬੀ ਕਵਿਤਾ ਬੋਲਣ ਦਾ ਜਦੋਂ ਮੌਕਾ ਮਿਲਦਾ, ਮਿਲ ਬੈਠ ਕੇ ਤੇ ਘੱਟ ਤੋਂ ਘੱਟ ਲਫ਼ਜ਼ਾਂ ਦੇ ਵਿੱਚ ਬਹੁਤ ਖੂਬਸੂਰਤ ਔਰ ਬਹੁਤ ਹੀ ਦਿਲ ਨੂੰ ਛੂੰਹਦੀ ਕਵਿਤਾ ਲੈ ਕੇ ਆਉਂਦੇ ਨੇ ਮੋਹਨਪ੍ਰੀਤ ਪੱਤੜ। बहुत बहुत धन्यवाद गुरु जी। एक छोटी जी कविता पेश कर लगा। मैं राहगीर हाँ उस युग दा जिथे बंदा होना नहीं पुगदा। मैं राहगीर हाँ उस युग दा जिथे बंदा होना नहीं पुगदा। जिथों कुल परिंदे तुर जांदे, नैना चो सुपने खुर जांदे। जिथे डोब के डूंगे पानी विच जिउंदे ही सज्जन तुर जांदे। दिल हो गए मारू थल जहे, दिल हो गए मारू थल जहे। कोई बीज प्यार दा नहीं उगदा। मैं राहगीर हां उस युग दा। वाह जी। जिथे शक्ति हवा च रुख खड़े, पानी पहाड़ मैदान रड़े। पैरां च रुड़दे लख वार मरण, सिर हसदे ने आसमान चढ़े। पर के इतिहास दे पाड़ के भी ये वक्त किसे नू नहीं भुलदा। मैं राहगीर हां उस युग दा जिथे बंदा होना नहीं पुगदा। आखिरी पराई। धरती चाहे अगन दा कुंड बन जाए, घर मेरा ठंडा ठार रहे। विस घुल जाए सारी पौन अंदर, मेरे जियां दा विंगा ना वाल होवे। किकर दे बीजा विचों कोई, किकर दे बीजा कणछावां नहीं उगदा। मैं राहगीर हां उस युग दा जिथे बंदा होना नहीं पुगदा। बहुत बहुत धन्यवाद। बहुत बढ़िया, बहुत बढ़िया।
क्या बात है, क्या बात है। बहुत ਪਿਆਰ ਮਨਪ੍ਰੀਤ ਜੀ, ਬਹੁਤ ਖੂਬਸੂਰਤ। ਤੇ ਇਹ ਸੀ ਵਾਰਮ ਅਪ ਸੈਸ਼ਨ ਸਾਡਾ ਲੋਕਲ ਪੋਇਟਰੀ ਦਾ। ਗੁਰਿੰਦਰ ਜੀ ਤੁਸੀਂ ਵੀ ਇੱਕ ਕਵਿਤਾ ਆਪਣੀ ਪੜੋ ਪੂਰੀ ਕੰਪਲੀਟ ਪਲੀਜ਼। ਇੱਕ ਛੋਟੀ ਮੈਂ ਸੋਚਿਆ ਸੀ ਅਗਰ ਆਪਾਂ ਟਾਈਮ ਸਿਰ ਪ੍ਰੋਗਰਾਮ, ਕੋਈ ਗੱਲ ਇੱਕ ਕਵਿਤਾ ਬਣਦਾ ਤੁਹਾਡਾ ਜ਼ਰੂਰੀ ਮਤਲਬ ਨਜ਼ਰ ਪਟੂਗਾ। ਹਾਂ ਜ਼ਰੂਰ ਮੈਂ ਪੜੋ, ਅਖੀਰ ਚ ਪੜੂਗਾ, ਨਜ਼ਰ ਨਹੀਂ ਲੱਗੂ ਪ੍ਰੋਗਰਾਮ ਨੂੰ। ਚਲੋ ਠੀਕ ਆ, ਉਹ ਵੀ ਠੀਕ ਆ। ਠੀਕ ਹੈ। ਤੇ ਮੈਂ ਚਾਹੁੰਦਾ ਵੀ ਜਿਹੜੇ ਸਾਡੇ ਗੈਸਟ ਪੋਇਟਸ ਹੈਗੇ ਆ ਵੀ ਅਸੀਂ ਹੁਣ ਸ਼ੁਰੂ ਕਰੀਏ, ਕਿਉਂਕਿ ਇਸ ਪ੍ਰੋਗਰਾਮ ਨਾਲ ਅੰਤਰਰਾਸ਼ਟਰੀ ਸਰੋਤੇ ਜੁੜੇ ਆ ਤੇ ਉਹਨਾਂ ਨੂੰ ਬੜੀ ਤਾਂਘ ਆ ਸੁਣਨ ਦੀ ਸਾਰਿਆਂ ਨੂੰ। ਸੋ ਸਾਰਿਆਂ ਤੋਂ ਪਹਿਲੀ ਵਾਰ ਸਾਡੇ ਇਸ ਪ੍ਰੋਗਰਾਮ 'ਚ ਸ਼ਾਮਲ ਹੋਏ ਨੇ ਜਿਨ੍ਹਾਂ ਦੀਆਂ ਨਜ਼ਮਾਂ ਤਿਤਲੀਆਂ ਵਾਂਗ ਉਡਾਰੀਆਂ ਭਰਦੀਆਂ ਨੇ, ਜਿਨ੍ਹਾਂ ਦੀ ਫੁਲਵਾੜੀ ਚੰਦ ਦੇ ਫੁੱਲ ਬੀਜ ਕੇ ਸੂਰਜ ਪੈਦਾ ਕਰਨ ਦੀ ਹਿੰਮਤ ਰੱਖਦੀ ਹੈ। ਫਿਰ ਜੀ ਆਇਆਂ ਨੂੰ ਸੁਰਿੰਦਰ ਗੀਤ ਜੀ, ਆਓ ਹੁਣ ਸਾਡੇ ਨਾਲ ਆਪਣੀਆਂ ਨਜ਼ਮਾਂ ਤੇ ਗਜ਼ਲਾਂ ਸਾਂਝੀਆਂ ਕਰੋ। ਸੁਰਿੰਦਰ ਗੀਤ। ਆਵਾਜ਼ ਨਹੀਂ ਸੁਣਦੇ। ਹਾਂਜੀ ਹੁਣ ਠੀਕ ਹੈ? ਹਾਂਜੀ ਜੀ, ਹਾਂਜੀ ਮੇਰੀ ਥੋੜੀ ਆਵਾਜ਼ ਖਰਾਬ ਹੈ, ਭਾਰੀ ਜੀ ਹੋਈ ਹੈ, ਮੇਰੇ ਕੰਨ ਦੇ ਵਿੱਚ ਪ੍ਰੋਬਲਮ ਹੈ, ਹਵਾ ਜੀ ਭਰ ਜਾਂਦੀ ਫਿਰ ਆਵਾਜ਼ ਭਾਰੀ ਹੋ ਜਾਂਦੀ ਹੈ। ਸੋ ਮੈਂ ਇੱਕ ਕਵਿਤਾ ਤੇ ਇੱਕ ਗਜ਼ਲ ਪੇਸ਼ ਕਰਾਂਗੀ। ਕਵਿਤਾ ਹੈ ਮਹਿੰਗਾ ਸੂਟ। ਮਹਿੰਗਾ ਸੂਟ। ਪਤੀ ਦੀ 2 ਨੰਬਰ ਦੀ ਕਮਾਈ ਤੇ ਪਲਦੀ ਕਿਸੇ ਮਹਿੰਗੀ ਬੁਟੀਕ ਤੇ 15-20 ਹਜ਼ਾਰ ਦਾ ਸੂਟ ਪਾਈ ਬੈਠੀ, ਮੋਟੇ ਮੋਟੇ ਨੈਣਾ ਵਾਲੀ ਮੁਟਿਆਰ ਮੈਨੂੰ ਸਿਰ ਤੋਂ ਲੈ ਕੇ ਪੈਰਾਂ ਤੱਕ ਵੇਖਦੀ ਹੈ। ਨੱਕ ਤੇ ਬੁੱਲਾਂ ਨੂੰ ਵਿੰਗਾ ਟੇਢਾ ਕਰ ਆਖਦੀ ਹੈ, ਅੱਜ ਕੱਲ ਇਹੋ ਜਿਹੇ ਸੂਟ ਕੋਈ ਨਹੀਂ ਪਾਉਂਦਾ। ਹੁਣ ਪੰਜਾਬ ਨੇ ਬਹੁਤ ਤਰੱਕੀ ਕਰ ਲਈ ਹੈ। ਹੁਣ ਪੰਜਾਬ ਉਹ ਨਹੀਂ ਰਿਹਾ ਜੋ ਤੁਸੀਂ ਛੱਡ ਕੇ ਗਏ ਸੀ। ਇੱਥੇ ਪੈਰ ਪੈਰ ਤੇ ਮਹਿੰਗੇ ਮਹਿੰਗੇ ਮਾਲ ਹਨ। ਇੱਥੇ ਉਹ ਸਭ ਕੁਝ ਮਿਲਦਾ ਹੈ ਜੋ ਕੈਨੇਡਾ ਅਮਰੀਕਾ ਵਿੱਚ ਮਿਲਦਾ ਹੈ। ਉਹ ਫਿਰ ਮੇਰੇ ਸੂਟ ਵੱਲ ਵੇਖਦੀ ਹੈ ਤੇ ਆਖਦੀ ਹੈ, ਇਹੋ ਜਿਹੇ ਸੂਟ ਬੁਰੇ ਲੱਗਦੇ ਹਨ। ਉਸਦੇ ਬੋਲ ਆਰੇ ਵਾਂਗ ਮੈਨੂੰ ਆਪਣੇ ਸਰੀਰ ਉੱਪਰ ਚੱਲਦੇ ਮਹਿਸੂਸ ਹੁੰਦੇ ਹਨ। ਉਸਦੀ ਰੀਸੇ ਮੈਂ ਵੀ ਇੱਕ ਮਹਿੰਗਾ ਜਿਹਾ ਸੂਟ ਲੈਣ ਦਾ ਮਨ ਬਣਾਉਂਦੀ ਹਾਂ, ਪਰ ਐਨ ਉਸ ਵੇਲੇ ਮੇਰੀਆਂ ਅੱਖਾਂ ਮੂਹਰੇ ਆਪਣੇ 8 ਸਾਲ ਦੇ ਮੁੰਡੇ ਦੇ ਆਪਰੇਸ਼ਨ ਲਈ ਘਰ ਘਰ ਮਦਦ ਲਈ ਗੁਹਾਰ ਪਾਉਂਦੀ, ਦਾਣੇ ਤੇ ਪੈਸੇ ਇਕੱਠੇ ਕਰਦੀ ਮੇਰੇ ਪਿੰਡ ਦੇ ਨਸ਼ਈ ਮੀਤੇ ਚਿਹੌਰ ਦੀ ਸੋਹਣੀ ਸੁਨੱਖੀ ਬਹੂ। ਪਰ ਐਨ ਉਸ ਵੇਲੇ ਮੇਰੀਆਂ ਅੱਖਾਂ ਮੂਹਰੇ ਆ ਜਾਂਦੀ ਹੈ ਆਪਣੇ ਮੁੰਡੇ ਦੇ ਆਪਰੇਸ਼ਨ ਲਈ ਘਰ ਘਰ ਮਦਦ ਲਈ ਗੁਹਾਰ ਪਾਉਂਦੀ, ਦਾਣੇ ਤੇ ਪੈਸੇ ਇਕੱਠੇ ਕਰਦੀ ਮੇਰੇ ਪਿੰਡ ਦੇ ਨਸ਼ਈ ਮੀਤੇ ਚਿਹੌਰ ਦੀ ਸੋਹਣੀ ਸੁਨੱਖੀ ਬਹੂ। ਤੇ ਪਿੰਡ ਦੀ ਅੱਧ-ਖੜ ਉਮਰ ਦੀ ਚਾਚੀ ਜੋ ਆਪਣੇ ਜੱਟ ਪੁਣੇ ਨੂੰ ਪਿੱਛੇ ਛੱਡ ਪਿੰਡ ਚੋਂ ਵਾਧੂ ਘਾਟੂ ਗੋਹਾ ਇਕੱਠਾ ਕਰਦੀ ਹੈ, ਪਾਥੀਆਂ ਪੱਥ ਕੇ ਵੇਚਦੀ ਹੈ, ਆਪਣਾ ਘਰ ਤੇ ਬਿਮਾਰ ਪਤੀ ਦੀ ਦਵਾ ਦਾਰੂ ਚਲਾਉਂਦੀ ਹੈ। ਤੇ ਉਹ ਸਾਰੀਆਂ ਔਰਤਾਂ ਮੇਰੀ ਸੋਚ ਨੂੰ ਘੇਰ ਲੈਂਦੀਆਂ ਹਨ, ਜਿਨ੍ਹਾਂ ਨੇ ਕਦੇ ਨਵਾਂ ਕੱਪੜਾ ਨਹੀਂ ਪਾਇਆ, ਸਗੋਂ ਲੋਕਾਂ ਦਾ ਉਤਾਰਨ ਹੀ ਪਾਇਆ ਹੈ। ਮੈਂ ਉਦਾਸ ਹੋ ਜਾਂਦੀ ਹਾਂ, ਮੇਰੇ ਅੰਦਰ ਤੂਜੇ ਪੈਂਦੀ ਹੈ, ਮੂੰਹ ਸੁੱਕਦਾ ਹੈ, ਪਾਣੀ ਦੀ ਘੁੱਟ ਭਰਦੀ ਹਾਂ। ਮੇਰੇ ਹੱਥੋਂ ਮੇਰਾ ਪਰਸ ਖਿਸਕ ਜਾਂਦਾ ਹੈ, ਫਰਸ਼ ਤੇ ਡਿੱਗ ਪੈਂਦਾ ਹੈ, ਚੁੱਕਣ ਲੱਗਦੀ ਹਾਂ, ਹੱਥ ਠੰਡੀ ਫਰਸ਼ ਨੂੰ ਛੂੰਹਦਾ ਹੈ, ਅੱਖਾਂ ਮੂਹਰੇ ਘੁੰਮ ਜਾਂਦਾ ਹੈ ਘਰ ਦੀ ਨੌਕਰਾਣੀ ਦਾ 7 ਮਹੀਨਿਆਂ ਦਾ ਠੰਡੀ ਫਰਸ਼ ਤੇ ਚੀ ਚੀ ਕਰਦਾ ਰੁੜਦਾ ਫਿਰਦਾ ਮਾਂ ਦੀ ਗੋਦੀ ਦਾ ਨਿੱਘ ਭਾਲਦਾ ਜਵਾਕ। ਮੈਂ ਪਰਸ ਖੋਲਦੀ ਹਾਂ ਤੇ ਫਿਰ ਸੋਚਦੀ ਹਾਂ, ਇਸ ਇੱਕ ਸੂਟ ਦੇ ਪੈਸੇ ਕਈਆਂ ਦਾ ਕਈ ਕੁਝ ਸਵਾਰ ਸਕਦੇ ਹਨ। ਮੈਂ ਮਹਿੰਗਾ ਸੂਟ ਵਾਪਸ ਕਰ ਦਿੰਦੀ ਹਾਂ ਤੇ ਆਖਦੀ ਹਾਂ, ਨਹੀਂ ਭੈਣੇ, ਮੇਰੇ ਪੰਜਾਬ ਨੇ
ਕੋਈ ਤਰੱਕੀ ਨਹੀਂ ਕੀਤੀ। ਨਹੀਂ ਭੈਣੇ, ਮੇਰੇ ਪੰਜਾਬ ਨੇ ਕੋਈ ਤਰੱਕੀ ਨਹੀਂ ਕੀਤੀ। ਬਹੁਤ ਖੂਬਸੂਰਤ, ਬਹੁਤ ਕਿਆ ਬਾਤ, ਧੰਨਵਾਦ। ਕਿਆ ਬਾਤ। ਤੇ ਬਹੁਤ ਇੱਕ ਗਜ਼ਲ ਹੈ। मुश्किल बड़ा है जीना आपे तो दूर जाके, मुश्किल बड़ा है जीना आपे तो दूर जाके, अपने ही पेट खातर अपना ही मांस खाके। लगदी बड़ी है रौनक तेरे महानगर विच, लगदी बड़ी है रौनक तेरे महानगर विच, आ देख तू वराना साडे घरां च आके। ਇਹ ਜੂਨ ਹੈ ਮਨੁੱਖਾ ਜਾਂ ਹੋਰ ਕੋਈ ਨਾ ਹੈ, ਇਹ ਜੂਨ ਹੈ ਮਨੁੱਖਾ ਜਾਂ ਹੋਰ ਕੋਈ ਨਾ ਹੈ, ਪੁੱਛੀ ਖੁਦਾ ਦੇ ਕੋਲੋਂ ਨੈਣਾ ਚ ਨੈਣ ਪਾ ਕੇ। ਨਾ ਮਜ਼ਹਬ ਨੂੰ ਪਤਾ ਹੈ ਨਾ ਧਰਮ ਕੋਈ ਜਾਣੇ, ਨਾ ਮਜ਼ਹਬ ਨੂੰ ਪਤਾ ਹੈ ਨਾ ਧਰਮ ਕੋਈ ਜਾਣੇ, ਇਸ ਖੇਡ ਅੱਗ ਦੀ ਨੇ ਮੁੱਕਣਾ ਕਿੱਥੇ ਕੁ ਜਾ ਕੇ। ਕੀ ਕੱਟ ਰਿਹਾ ਹੈ ਲੋਕੋ ਦੁਨੀਆ ਦਾ ਇਹ ਵਪਾਰੀ, ਕੀ ਖੱਟ ਰਿਹਾ ਹੈ ਲੋਕੋ ਦੁਨੀਆ ਦਾ ਇਹ ਵਪਾਰੀ, ਅੱਜ ਤੇਲ ਤੇ ਲਹੂ ਦਾ ਇੱਕੋ ਹੀ ਪਾ ਬਣਾ ਕੇ। ਮੈਂ ਤਾਂ ਇੰਨਾ ਕਿਹਾ ਸੀ, ਮੈਂ ਤਾਂ ਇੰਨਾ ਕਿਹਾ ਸੀ, ਇਹ ਰਾਜ ਹਨੇਰ ਦਾ ਹੈ, ਮੱਥੇ 'ਚ ਮੇਰੇ ਮਾਰੇ ਪੱਥਰ ਤੁਸੀਂ ਵਗਾ ਕੇ। ਸੁਕਰਾਤ ਜੇ ਤੂੰ ਬਣਨਾ ਕਰ ਪਾਰ ਖੂ ਨਜ਼ਰ ਤੂੰ, ਸੁਕਰਾਤ ਜੇ ਤੂੰ ਬਣਨਾ ਕਰ ਪਾਰ ਖੂ ਨਜ਼ਰ ਤੂੰ, ਤੇ ਸੱਚ ਨੂੰ ਬਚਾਵੀਂ ਹੋਠਾਂ ਤੇ ਜ਼ਹਿਰ ਲਾ ਕੇ। ਸ਼ਬਦਾਂ ਦਾ ਲੈ ਸਹਾਰਾ ਮੈਂ ਆ ਸਕੀ ਹਾਂ ਇੱਥੇ, ਸ਼ਬਦਾਂ ਦਾ ਲੈ ਸਹਾਰਾ ਮੈਂ ਆ ਸਕੀ ਹਾਂ ਇੱਥੇ। ਹੌਲਾ ਜਿਹਾ ਮਨ, ਹੌਲਾ ਜਿਹਾ ਹੋ ਜਾਂਦਾ ਹੈ ਮਨ ਗੀਤ ਆਪਣਾ ਗਾ ਕੇ, ਹੌਲਾ ਜਿਹਾ ਹੋ ਜਾਂਦਾ ਹੈ ਮਨ ਗੀਤ ਆਪਣਾ। ਬਹੁਤ ਹੀ ਖੂਬਸੂਰਤ, ਬਹੁਤ ਵਧੀਆ, ਬਹੁਤ ਸ਼ੁਕਰੀਆ ਸੁਰਿੰਦਰ ਜੀ। ਬਹੁਤ ਖੂਬਸੂਰਤ ਦਿਲ ਨੂੰ ਛੂਹਣੀਆਂ ਨਜ਼ਮਾਂ ਤੇ ਗਜ਼ਲ ਤੁਸੀਂ ਪੇਸ਼ ਕੀਤੀ। ਥੋੜਾ ਮਾਹੌਲ ਨੂੰ ਸੰਜੀਦਗੀ ਤੋਂ ਹਲਕੇਪਨ ਵੱਲ ਜਾਂਦਾ ਹੋਇਆ ਮੈਂ ਇੱਕ ਹਾਈਕੂ ਤੁਹਾਡੀ ਪਹਿਲੀ ਨਜ਼ਮ ਨਾਲ ਮਿਲਦਾ ਜੁਲਦਾ। ਹਾਂਜੀ। ਪੱਗ ਲੈਣ ਗਿਆ ਬਾਜ਼ਾਰ, ਸਿਨੈਰੀਓ ਆ ਵੈਸੇ ਟੈਕਨੀਕਲੀ। ਪੱਗ ਲੈਣ ਗਿਆ ਬਾਜ਼ਾਰ, ਬਜਾਜੀ ਵਾਲੇ ਵੇਚਤੀ ਪਟਿਆਲਾ ਸਲਵਾਰ। ਇੱਕ ਆਪਣੀ ਵਾਈਫ ਲਈ ਲਿਖਿਆ ਸੀ ਛੋਟਾ ਜਿਹਾ 4 ਲਾਈਨਾਂ। ਖਾ ਲਿਆ ਦਿਨ ਸਟੋਰ ਨੇ, ਖਾ ਲਿਆ ਦਿਨ ਸਟੋਰ ਨੇ ਅੱਧੋ ਅੱਧੇ ਭਾ, ਬੋਝਾ ਖਾਲੀ ਹੋ ਗਿਆ ਲੱਥਾ ਨਾ ਤੇਰਾ ਚਾਹ। ਸੋ ਸਾਡੇ ਸਾਰਿਆਂ ਦੀ ਮੁਸ਼ਕ ਪ੍ਰੋਬਲਮ ਆ, ਪਰ ਚਲੋ ਖੈਰ ਮੈਂ ਕੁੱਟ ਖਾ ਲੈਣਾ ਇਹਦੇ ਪਿੱਛੇ ਤੁਹਾਡੇ ਔਨ ਬਿਹਾਫ ਆਫ ਐਵਰੀਵਨ ਐਲਸ। ਤੇ ਬਹੁਤ ਸ਼ੁਕਰੀਆ। ਤੇ ਹੁਣ ਫਲਾਈਟ ਆਪਾਂ ਕੈਲਗਰੀ ਤੋਂ ਫਿਰ ਈਸਟ ਲੰਡਨ ਓਨਟਾਰੀਓ ਵੱਲ। ਸੋ ਕਲਮ ਕੇਂਦਰ ਦੀ ਜਿਹੜੀ ਨਰਸਰੀ ਜਦੋਂ ਵਧਣ ਫੁੱਲਣ ਲੱਗੀ ਤਾਂ ਸਾਨੂੰ ਲੰਡਨ ਓਨਟਾਰੀਓ ਤੋਂ ਨਤੇਜ ਭਾਰਤੀ ਜੀ ਤੇ ਸੁਰਿੰਦਰ ਭਾਰਤੀ ਜੀ ਤੱਕੋਂ ਰੁੱਗ ਭਰ ਕੇ ਕਵਿਤਾ ਦਾ ਪਿਆਰ ਮਿਲਿਆ ਹਮੇਸ਼ਾ, ਚਾਹੇ ਅਸੀਂ ਉਹਨਾਂ ਨੂੰ ਆਟਵਾ ਮਿਲੇ ਜਾਂ ਕਾਨਫਰੰਸਿਸ ਤੇ ਜਾਂ ਕਿਤੇ ਹੋਰ। ਬਹੁਤ ਨਿੱਘ ਔਰ ਬਹੁਤ ਸਾਨੂੰ ਹੌਸਲਾ ਮਿਲਿਆ, ਉਹਦੇ ਲਈ ਬਹੁਤ ਬਹੁਤ ਸ਼ੁਕਰੀਆ। ਇਹਨਾਂ ਦੇ ਮੋਹ, ਇਹਨਾਂ ਦੀ ਜਿਹੜੀ ਮੋਹ ਨਾਲ ਲਬਰੇਜ਼ ਸ਼ਾਇਰੀ ਪਿੱਛੇ ਸ਼ਾਇਦ ਭਾਰਤੀ ਜੀ ਤੇ ਸੁਰਿੰਦਰ ਆਂਟੀ ਜੀ ਦੇ ਜਿਹੜਾ ਸੰਯੋਗ ਤੇ ਆਪਸੀ ਕੈਮਿਸਟਰੀ ਹੈ ਉਹਦਾ ਵੀ ਇੱਕ ਖਾਸ ਰੋਲ ਹੈ। ਇਸ ਕਰਕੇ ਹੀ ਮੈਨੂੰ ਲੱਗਦਾ ਪਈ ਇਹਨਾਂ ਦੀਆਂ ਜਿਹੜੀਆਂ ਨਜ਼ਮਾਂ ਹੈ ਜਦੋਂ ਮੈਂ ਪੜ੍ਹਦਾ, ਚਾਹੇ ਮੈਂ ਕੁੰਜੀਆਂ ਪੜ੍ਹਾਂ ਜਾਂ ਲੀਲਾ ਪੜ੍ਹਾਂ, ਇਹ ਲੱਗਦਾ ਜਿਵੇਂ ਇਹਨਾਂ ਦੇ ਵਿਆਹ ਤੋਂ ਪਹਿਲਾਂ ਇਹਨਾਂ ਦੀਆਂ ਨਜ਼ਮਾਂ ਆਪੋ 'ਚ ਇੱਕ ਦੂਜੇ ਨੂੰ ਜਾਣਦੀਆਂ ਸਨ। ਇੱਥੇ ਆਥਣ ਸੋਹਲਾ ਗਾਵਦੀ, ਇੱਥੇ ਆਸਾ ਗਾਵੇ ਭੌਰ, ਇੱਥੇ ਪੰਛੀ ਭਰਨ ਉਡਾਰੀਆਂ, ਇੱਥੇ ਹੇਕਾਂ ਲਾਵੇ ਮੋਰ। ਸੁਰਿੰਦਰ ਕੌਰ ਚਾਹਲ AKA ਭਾਰਤੀ ਜੀ, ਓਵਰ ਟੂ ਯੂ। ਆਪਣੀਆਂ ਸੋਹਣੀਆਂ ਸੁਚੱਜੀਆਂ ਸੁਧੀਆਂ ਕਵਿਤਾਵਾਂ ਨਾਲ ਅੱਜ ਸਾਡੇ ਸਾਰੇ ਸਰੋਤਿਆਂ ਨੂੰ ਉਹਨਾਂ ਦੀਆਂ ਆਸਾਂ ਸਰਸ਼ਾਰ ਕਰ ਦਿਓ, ਸਰਸ਼ਾਰ ਨਿਹਾਲ ਕਰ ਦਿਓ, ਨਿਹਾਲ ਕਰ ਦਿਓ, ਨਿਹਾਲ ਕਰ ਦਿਓ। ਚਾਹੇ ਮਾਮੇ ਦੀ ਕੁੜੀ ਤੇ ਚਾਹੇ ਭੂਆ ਦੀ ਕੁੜੀ ਜਿਹੜੀ ਪਾਠ ਕਰਦੀ ਆ। ਚਲੋ ਭੂਆ ਦੀ ਕੁੜੀ ਪਹਿਲਾਂ ਸੁਣਾ ਦਿੰਦੀ। ਮੇਰੀ ਭੂਆ ਦੀ ਧੀ।
ਇੱਕ ਹੱਥ ਵਿੱਚ ਗੁਟਕਾ ਫੜੀ ਹਰ ਵੇਲੇ ਪਾਠ ਕਰਦੀ ਰਹਿੰਦੀ ਹੈ, ਪਰ ਉਹਨੂੰ ਪਤਾ ਹੁੰਦਾ ਹੈ ਆਲੇ ਦੁਆਲੇ ਕੋਈ ਕੀ ਕਰਦਾ ਹੈ, ਕੀ ਕਹਿੰਦਾ ਹੈ। ਹਰ ਮੂੰਹ ਹਿਲਾਉਂਦੇ ਨੂੰ ਪੁੱਛਦੀ ਹੈ ਵੀ ਤੂੰ ਕੀ ਖਾਨਾ ਹੈ, ਤੇ ਪਾਠ ਦੀ ਲੜੀ ਜਾਰੀ ਰੱਖਦੀ ਹੈ। ਭੋਰਾ ਮੈਨੂੰ ਵੀ ਦੇਈਂ, ਕਹਿ ਗੁਟਕੇ ਨਾਲ ਦਾ ਹੱਥ ਅੱਗੇ ਕਰ ਦਿੰਦੀ ਹੈ। ਪਾਠ ਕਰਦੀ ਕਰਦੀ ਹੱਥ ਉਤਲੀ ਚੀਜ਼ ਖਾ ਕਹਿੰਦੀ ਹੈ, ਵੇ ਛੋਟਿਆ ਮੇਰਾ ਹੱਥ ਸੁੱਚਾ ਕਰਾਈ। ਇੱਕੋ ਹੱਥ ਧਵਾ ਕੇ ਫਿਰ ਪਾਠ ਕਰਨ ਲੱਗ ਜਾਂਦੀ ਹੈ ਮੇਰੀ ਭੂਆ ਦੀ ਧੀ। ਧਮਕੀ, ਇੱਕ ਛੋਟੀ ਜਿਹੀ ਪਾਣਾ ਧਮਕੀ ਧਮਕੀ ਕਰਦੀ ਹੱਥ ਉਤਲੀ ਚੀਜ਼ ਖਾ। ਇਹ ਧਮਕੀ ਮੈਨੂੰ ਨਹੀਂ ਦਿੱਤੀ ਵੈਸੇ। ਮੇਰਾ ਧਮਕੀ ਪਤਾ ਲੱਗੂਗਾ ਕੀ ਛੁਪੀ ਹੋਈ ਧਮਕੀ ਹੋਵੇ। ਜਦੋਂ ਕਦੇ ਦਾਦੀ ਗੁੱਸੇ ਹੁੰਦੀ ਪੇਕੇ ਤੁਰ ਜਾਣ ਦੀ ਧਮਕੀ ਦਿੰਦੀ। ਜਦੋਂ ਕਦੇ ਦਾਦੀ ਗੁੱਸੇ ਹੁੰਦੀ ਪੇਕੇ ਤੁਰ ਜਾਣ ਦੀ ਧਮਕੀ ਦਿੰਦੀ। ਉਹ ਪੇਕੇ ਜਿੱਥੇ ਉਸਦੇ ਮਾਂ-ਬਾਪ ਨਹੀਂ, ਜਿੱਥੇ ਉਸਦੇ ਭਰਾ ਭਰਜਾਈਆਂ ਦੀ ਨਹੀਂ, ਉਸਦੀਆਂ ਨੂੰਹਾਂ ਦੀ ਚੱਲਦੀ ਹੈ। ਮਾਈ ਨੂੰ ਉੱਥੇ ਨਾ ਕੋਈ ਯਾਦ ਕਰਦਾ ਹੈ, ਨਾ ਉਡੀਕਦਾ ਹੈ, ਪਰ ਦਾਦੀ ਹਾਲੇ ਵੀ ਪੇਕੇ ਤੁਰ ਜਾਣ ਦੀ ਧਮਕੀ ਦਿੰਦੀ। ਕੁੰਜੀ ਸੁਣਾਓ। ਕੁੰਜੀ ਪ੍ਰਾਹੁਣੀਆਂ ਨੂੰ ਉਹਦੇ ਚੋਂ ਕੁੜੀਆਂ ਪ੍ਰਾਹੁਣੀਆਂ ਆਈਆਂ ਨੂੰ ਹਾਂਜੀ ਘਰ ਵਿੱਚੋਂ ਢੂੰਡਦੀਆਂ ਹਨ ਪੁਰਾਣੇ ਨਕਸ਼, ਰੌਲ ਘਚੋਲਾ, ਟੁਣਕਦੀਆਂ ਆਵਾਜ਼ਾਂ। ਵਾਹ। ਪ੍ਰਾਹੁਣੀਆਂ ਕੁੜੀਆਂ ਘਰ ਦੇ ਹਰ ਕੋਨੇ ਨੂੰ ਵੇਖਦੀਆਂ ਹਨ, ਅੱਖਾਂ ਤੇ ਹੱਥ ਧਰ ਧਰ। ਪੋਲੇ ਹੱਥੀਂ ਪਲੋਸਦੀਆਂ ਹਨ ਰਜਾਈ ਗਦੈਲੇ, ਕੱਢੀਆਂ ਚਾਦਰਾਂ ਸਿਰਹਾਣੇ। ਬੁੱਢੀ ਮਾਮੀ ਨੂੰ ਮਿਲ ਕੁੜੀਆਂ ਸਾਰੀ ਰਾਤ ਗੱਲਾਂ 'ਚ ਲੰਘਾਉਂਦੀਆਂ ਹਨ, ਆਪਣੀ ਮੁੱਖ ਚੁੱਕੀ ਮਾਂ ਦੀ ਗੱਲ ਕਰਦੀਆਂ ਹਨ, ਤੁਰ ਗਏ ਮਾਮੇ ਦੀਆਂ ਬਾਤਾਂ ਪਾਉਂਦੀਆਂ ਹਨ। ਵਾਹ ਜੀ। ਪ੍ਰਾਹੁਣੀਆਂ ਕੁੜੀਆਂ ਇੱਕ ਦੂਜੇ ਦਾ ਦੁੱਖ ਸੁੱਖ ਕਰਦੀਆਂ, ਹੰਝੂ ਕੇਰਦੀਆਂ, ਖਿੜਖਿੜ ਹੱਸਦੀਆਂ ਹਨ। ਵਿਆਹ ਵਿੱਚ ਨੱਚ ਨੱਚ ਬੋਲੀਆਂ ਹੋਈਆਂ ਝੱਗਾ ਚੁੰਨੀ ਲੈ ਖੁਸ਼ ਹਨ। ਇੱਕ ਇੱਕ ਕਰ ਪ੍ਰਾਹੁਣੀਆਂ ਕੁੜੀਆਂ ਤੁਰ ਜਾਣਗੀਆਂ, ਹੱਥ ਹਿਲਾਉਂਦੀਆਂ, ਪਿੱਛੇ ਮੁੜ ਮੁੜ ਝਾਕਦੀਆਂ, ਹੱਥ 'ਚ ਫੜੀ ਗੰਢ ਨੂੰ ਸੰਭਾਲਦੀਆਂ, ਦੁਆਵਾਂ ਦਿੰਦੀਆਂ, ਖੈਰ ਮੰਗਦੀਆਂ ਪ੍ਰਾਹੁਣੀਆਂ ਕੁੜੀਆਂ। ਵਾਹ ਜੀ, ਬਹੁਤ ਖੂਬਸੂਰਤ, ਕੀ ਬਾਤ, ਬਹੁਤ ਖੂਬਸੂਰਤ। ਤੇ ਜਿਹੜੀ ਤੁਹਾਡੀ ਦਾਦੀ ਵਾਲੀ ਨਜ਼ਮ ਆ, ਉਹ ਤੋਂ ਮੈਨੂੰ ਇੱਕ ਆਪਣਾ ਹਾਈਕੂ ਯਾਦ ਆਇਆ। ਪ੍ਰਾਹੁਣੇ ਬੱਸ ਚੜਾ, ਪ੍ਰਾਹੁਣੇ ਬੱਸ ਚੜਾ, ਘਰ ਨੂੰ ਮੁੜਦੀ ਬੇਬੇ, ਕੀਤੇ ਕਈ ਪੜਾ। ਗੋਡੇ ਦੁਖਦੇ ਆ ਬੈਠ ਬੈਠ ਕੇ, ਫਿਰ ਬੱਸ ਸਟੈਂਡ ਕਰਨੀ ਹੁੰਦੀ ਹੈ। ਤੇ ਆਓ ਇਸ ਪ੍ਰੋਗਰਾਮ ਨੂੰ ਹੁਣ ਅੱਗੇ ਤੋਰੀਏ। ਸਰਲ ਕਵਿਤਾ ਸਿਰਜਣਾ ਤੇ ਫਿਰ ਉਸਦੀ ਲੀਲਾ 'ਚ ਦੁਨੀਆ ਨੂੰ ਮਸਤ ਕਰ ਦੇਣਾ, ਜਾਂ ਫਿਜ਼ਿਕਸ ਦੇ ਮੁਤਾਬਕ ਕਹਿ ਲਓ ਕਿ ਆਮ ਲੋਕਾਂ ਦੀ ਭਾਸ਼ਾ 'ਚ ਲਿਖੀ ਕਵਿਤਾ ਨਾਲ ਸਬ ਐਟੋਮਿਕ ਲੈਵਲ ਤੇ ਜਾ ਕੇ ਕੰਬਣੀ ਛੇੜ ਦੇਣੀ। ਮੈਂ ਸਮਝਦਾ ਇੱਕ ਖਾਸ ਸਾਹਿਤਕ ਬਲੈਸਿੰਗ ਹੈ, ਜਿਹੜੀ ਕੇਵਲ ਐਕੈਡੈਮਿਕ ਐਕਸਪੋਜ਼ਰ ਨਾਲ ਨਹੀਂ ਮਿਲਦੀ। ਇਹਦੇ ਪਿੱਛੇ ਬੜੀ ਵੱਡੀ ਤਪੱਸਿਆ ਹੈ। ਤੇ ਆਓ ਹੁਣ ਸੁਣੀਏ ਆਪਣੇ ਪਿਆਰੇ ਬਜ਼ੁਰਗ ਕਵੀ ਨਵਤੇਜ ਭਾਰਤੀ ਹੋਣਾ ਨੂੰ। ਬਜ਼ੁਰਗ ਤੇ ਇਤਰਾਜ਼ ਹੈ ਵੀ ਬਜ਼ੁਰਗ ਕਵੀ ਨਹੀਂ। ਪਹਿਲਾ ਸ਼ਬਦ ਹੈ ਗੁਰਿੰਦਰ ਜਿਹੜਾ ਤੂੰ ਗਲਤ ਬੋਲਿਆ ਅੱਜ। ਮੈਂ ਤੇ ਜੋ ਮਰਜ਼ੀ ਕਹੋ, ਮੈਨੂੰ ਤੇ ਲਫ਼ਜ਼ ਦੇ ਵਿੱਚ ਬਹੁਤ ਕੁਝ, ਬਹੁਤ ਬਲੈਸਿੰਗ ਲੱਗਦੀ ਆ। ਮੈਂ ਤਾਂ ਵੇਟ ਕਰਦਾ, ਮੈਂ ਤਾਂ ਵੇਟ ਕਦੋਂ ਕੋਈ ਕਹਿਣਾ ਸ਼ੁਰੂ ਕਰੇ। ਮੈਨੂੰ ਇਹਦੇ 'ਚ ਬਾਬਾ ਜੀ ਔਰ ਗੁਰੂ ਜੀ ਦ੍ਰਿਸ਼ਟੀਗੋਚਰ ਹੁੰਦੇ ਆ। ਜੀ ਭਾਰਤੀ ਸਾਹਿਬ।
ਮੈਂ ਕਾਫੀ ਦੇਰ ਪਹਿਲਾਂ ਦੀ ਲਿਖੀ ਹੋਈ ਇੱਕ ਨਜ਼ਮ ਸੁਣਾਉਣਾ ਪਹਿਲਾਂ। ਮੈਨੂੰ ਪਿੱਛੇ ਜਾਣ ਦਾ ਇਸ ਉਮਰ ਚ ਸ਼ਾਇਦ ਸਾਰੇ ਨਹੀਂ ਹੋਵੇ, ਪਿੱਛੇ ਨੂੰ ਤੁਰਨ ਦਾ ਵੀ ਜੀ ਕਰਦਾ। ਉਸ ਪੰਜਾਬ ਵਿੱਚ ਜਿਹੜਾ ਪੰਜਾਬ ਹੁਣ ਰਿਹਾ ਨਹੀਂ। ਸੋ ਕਵਿਤਾ ਕਈ ਵਾਰ ਫਿਰ ਉਹ ਪੰਜਾਬ ਨੂੰ ਸਿਰਜਦੀ ਹੈ ਤੇ ਕਵੀ ਨੂੰ ਉਹਦੇ ਵਿੱਚ ਤੁਰਨ ਫਿਰਨ ਦਾ ਮੌਕਾ ਦਿੰਦੀ ਹੈ। ਮੇਰੀ ਆਵਾਜ਼ ਠੀਕ ਆ ਰਹੀ ਹੈ? ਹਾਂਜੀ। ਮੈਂ ਪਹਿਲਾਂ ਕਾਫੀ ਦੇਰ ਦੀ ਲਿਖੀ ਹੋਈ ਹੈ, ਮੇਰਾ ਜੀ ਕਰਦਾ ਪਲੀਜ਼ ਫਿਰ ਸਾਂਝੀ ਕਰਾਂ। ਬਾਜ਼ੀਗਰ ਨੇ ਘੱਗਰੀ ਵਾਲੀ ਬਾਜ਼ੀਗਰ ਨੇ ਆਲੇ ਘੋੜੇ ਵੇਚਣ ਆਏ, ਬਾਜ਼ੀ ਪਾ ਗਈ। ਘੁੱਗੂ ਅੰਦਰ ਫੂਕ ਮਾਰ ਕੇ ਗੂੰਗੀ ਮਿੱਟੀ ਬੋਲਣ ਲੱਗ ਗਈ। ਬੂਹੇ ਬੂਹੇ ਹੋਕਾ ਦਿੰਦੀ, ਘੁੱਗੂ ਘੋੜੇ ਗੇਰੂ ਰੰਗ ਦੇ, ਨਿਆਣੇ ਢਿਲਕੀ ਕੱਛ ਸਾਂਭਦੇ, ਨੱਸੇ ਆਉਣ ਹੱਥ ਲਾਉਂਦੇ, ਸੰਗਦੇ ਸੰਗਦੇ ਜਿਵੇਂ ਪਲੋਸਣ ਨਵੇਂ ਕਤੂਰੇ। ਘੱਗਰੀ ਵਾਲੀ ਬਾਜ਼ੀਗਰ ਨੇ ਕ੍ਰਿਸ਼ਮਾ ਕਰ ਗਈ, ਗੇਰੂ ਮਿੱਟੀ ਵਿੱਚ ਸਾਹ ਭਰ ਗਈ। ਹੋਏ ਹੋਏ ਕੀ ਬਾਤ। ਉਹਦੀ ਘੱਗਰੀ ਵਿੱਚ ਸਿਉਂਤੀ ਹਰ ਧਰਤੀ ਦੀ ਟਾਕੀ, ਉਹਦੀ ਘੱਗਰੀ ਵਿੱਚ ਸਿਉਂਤੀ ਹਰ ਧਰਤੀ ਦੀ ਟਾਕੀ, ਵੰਨ ਸਵੰਨੀ ਫਿੱਕੀ ਗੂੜੀ ਮੈਲੀ ਅਧਮੈਲੀ ਅੱਧ ਪਾਟੀ, ਕੁਝ ਰੰਗ ਹੱਸਣ ਕੁਝ ਰੰਗ ਰੋਵਣ, ਕੁਝ ਰੰਗ ਚੁੱਪ ਚੁਪੀਤੇ ਬਾਕੀ। ਸਾਰੀਆਂ ਰੁੱਤਾਂ ਲੱਕ ਨਾਲ ਬੰਨ ਕੇ ਜਾਂਦੇ ਜਾਂਦੇ ਰੰਗ ਖਿੰਡਾ ਗਈ। ਵਾਲੇ ਬਾਜ਼ੀਗਰ ਪਰ ਹਵਾ ਵਾਂਗਰਾਂ ਗਲੀਆਂ ਵਿੱਚ ਦੀ ਕਿੱਥੋਂ ਆਈ, ਕਿੱਧਰ ਤੁਰ ਗਈ। ਬੂਹੇ ਬੂਹੇ ਹੋਕਾ ਸੁਣਦਾ, ਨਿੱਕਾ ਜਿਹਾ ਇੱਕ ਤਾਰਾ ਵੱਜਦਾ, ਬਹੁਤੇ ਦੁੱਖ ਚ ਜਿਵੇਂ ਕਿਸੇ ਦੀ ਚੀਕ ਨਿਕਲ ਗਈ। ਨਿੱਕਾ ਜਿਹਾ ਇੱਕ ਤਾਰਾ ਵੱਜਦਾ, ਬਹੁਤੇ ਦੁੱਖ ਚ ਜਿਵੇਂ ਕਿਸੇ ਦੀ ਲੇਰ ਨਿਕਲ ਜੇ। ਉਹ ਇਸ ਪਿੰਡ ਦੀ ਕੀ ਲੱਗਦੀ ਹੈ? ਉਹ ਇਸ ਪਿੰਡ ਦੀ ਕੀ ਲੱਗਦੀ ਹੈ? ਨਾ ਇਹ ਪੇਕਾ ਨਾ ਇਹ ਸਹੁਰਾ, ਹਵਾ ਬਿਰਖ ਦੀ ਕੀ ਲੱਗਦੀ ਹੈ? ਵਾਹ। ਹਵਾ ਬਿਰਖ ਦੀ ਕੀ ਲੱਗਦੀ ਹੈ? ਯਾਦ ਦਾ ਹੁਣ ਨਾਲ ਕੀ ਰਿਸ਼ਤਾ ਹੈ? ਤੁਰ ਜਾਵਣ ਦਾ ਵੀ ਰਿਸ਼ਤਾ ਹੈ, ਵਿਛੜ ਜਾਣ ਦਾ ਵੀ ਰਿਸ਼ਤਾ ਹੈ। ਪਿੰਡ ਦੀਆਂ ਸੁੰਨੀਆਂ ਰੋੜਾਂ ਵਿੱਚੋਂ ਗੱਡੀਆਂ ਦੀਆਂ ਪਹੀਆਂ ਦੀਆਂ ਲੀਹਾਂ ਮਿਸ ਗਈਆਂ ਹਨ। ਉਹਦੇ ਇੱਕ ਤਾਰੇ ਦੀਆਂ ਹੇਕਾਂ ਅਜੇ ਵੀ ਸੁਲਗਣ ਮਲਬੇ ਹੇਠਾਂ, ਕਿਹੋ ਜਿਹਾ ਰਾਗ ਵਜਾ ਗਈ। ਘੱਗਰੀ ਵਾਲੀ ਬਾਜ਼ੀ ਕਰਨੀ ਬਾਜ਼ੀ। ਕਿਆ ਬਾਤ। ਬਹੁਤ ਜੇ ਸਮਾਂ ਹੈ ਤਾਂ ਮੈਂ ਹਾਂਜੀ ਬਿਲਕੁਲ ਹਾਂਜੀ ਸਮਾਂ। ਇਹ ਪਿੱਛੇ ਜਾਣ ਦੀ ਨਜ਼ਮ ਸੀ ਤੇ ਕਵੀ
ਜਾਂ ਮੇਰਾ ਜੀ ਅੱਗੇ ਜਾਣ ਨੂੰ ਵੀ ਕਰਦਾ ਹੈ। ਕਵੀ ਵਾਸਤੇ ਭੂਤ ਭਵਿੱਖ ਦੀਆਂ ਜਿਹੜੀਆਂ ਸੀਮਾਵਾਂ ਉਹ ਤਾਂ ਹੁੰਦੀਆਂ ਹੀ ਨਹੀਂ, ਸੋ ਸ਼ਾਇਦ ਦੋਹਾਂ ਵਿੱਚ ਹੀ ਵਿਚਰਦਾ। ਇਹ ਨਜ਼ਮ ਹੈ ਤੁਰਦੇ ਰਹੀਏ। ਬਹੁਤ ਅੱਛੇ। ਮੰਗਣ ਮੰਗੀਏ ਇਹੋ ਮੰਗੀਏ, ਤੁਰਦੇ ਰਹੀਏ। ਵਾਹ ਜੀ। ਪਿੱਛੋਂ ਹਾਕ ਪਏ ਜੇ ਕੋਈ, ਕੰਨਾਂ ਚੋਂ ਧੂ ਦਈਏ। ਪਿੱਛੇ ਝੱਕ ਕੇ ਸ਼ਾਮਤ ਆਏ, ਪਿੱਛੇ ਮੂੰਹ ਨਾ ਕਰੀਏ। ਤੁਰਦੇ ਰਹੀਏ। ਇਕੱਲੇ ਪੈਰਾਂ ਨਾਲ ਨਾ ਤੁਰੀਏ, ਸਭ ਅੰਗਾਂ ਨਾਲ ਤੁਰੀਏ। ਕੀ ਬਾਤ। ਸਿਰ ਤੁਰਨੋਂ ਜੇ ਨਾਬਰ ਹੋਵੇ, ਗੁਰ ਚਰਨਾਂ ਤੇ ਚਰਨਾਂ ਵਿੱਚ ਤਰੀਏ। ਵਾਹ। ਚਰਨ ਗੁਰੂ ਦੇ ਲਈਏ, ਤੁਰਦੇ ਰਹੀਏ। ਰਾਹ ਵਗਦੇ ਤੇ ਵਗਦੇ ਦਰਿਆ, ਧਰਤੀ ਨੂੰ ਨਹੀਂ ਉਜਰਨ ਦਿੰਦੇ। ਕਿਸੇ ਫੁਹਾਰੇ ਹੇਠ ਨਾ ਬਈਏ, ਠੰਡੀ ਖੂਹੀ ਕੋਲ ਨਾ ਖੜੀਏ। ਤੁਰਦੇ ਰਹੀਏ। ਸੋ ਆਖਰੀ ਲਾਈਨਾਂ ਵਿੱਚੋਂ ਮੈਂ ਕੁਛ ਛੱਡ ਗਿਆ। ਮੈਂ ਸ਼ਾਇਦ ਕਵਿਤਾ ਦਾ ਕੋਈ ਅੱਗਾ ਪਿੱਛਾ ਤਾਂ ਹੁੰਦਾ ਨਹੀਂ, ਮੈਂ ਉਹ ਵੀ ਸੁਣਾ ਦਿੰਦਾ। ਧਰਤੀ ਪਿਆਰ ਦੀ ਚਿੱਠੀ ਕਿੱਥੋਂ ਆਈ, ਕਿਹਨੇ ਪਾਈ, ਜੋ ਤੁਰਦਾ ਸੋ ਪੜਦਾ। ਇੱਕ ਕਦਮ ਨਾਲ ਅੱਖਰ ਪਾਈਏ, ਦੂਜੇ ਨਾਲ ਉਠਾਈਏ। ਅੱਖਰ ਅੱਖਰ ਤੁਰੀਏ, ਜਿਵ ਜਿਵ ਲਿਖੀਏ, ਤਿਵ ਤਿਵ ਪੜੀਏ। ਤੁਰਦੇ 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 ਰਾਹ ਭੁੱਲ ਗਏ। ਮੈਨੂੰ ਉਦਾਸੀਆਂ ਜਿਹੜੀਆਂ ਗੁਰੂ ਨਾਨਕ ਦੇਵ ਦੀਆਂ ਜਨਮ ਸਾਖੀਆਂ ਇਸ ਕਰਕੇ ਖੂਬਸੂਰਤ ਲੱਗਦੀਆਂ ਕਿ ਮਰਦਾਨਾ ਬਾਰ-ਬਾਰ ਰਾਹ ਭੁੱਲਦਾ। ਰਾਹ ਭੁੱਲਦਾ ਤੇ ਸਾਨੂੰ ਉਸ ਦੁਨੀਆ ਦੇ ਦਰਸ਼ਨ ਕਰਵਾਉਂਦਾ ਜਿਹੜੇ ਸ਼ਾਇਦ ਅਸੀਂ ਨਾ ਕਰਦੇ ਜੇ ਉਹ ਰਾਹ ਨਾ ਭੁੱਲਦਾ ਹੁੰਦਾ। ਵਾਹ ਜੀ, ਕੀ ਬਾਤ। ਤੁਰਦੇ ਤੁਰਦੇ ਰਾਹ ਭੁੱਲੀਏ, ਜਿੱਥੇ ਨਹੀਂ ਜਾਣਾ ਸੀ ਜਾਈਏ। ਹਰ ਥਾਂ ਹੋਣ ਦਾ ਕੀਰਤਨ ਹੁੰਦਾ, ਹਰ ਗਲੀ ਚੋਂ ਪਿਆਰਾ ਲੰਘੇ। ਲੰਮੀ ਸੀਟੀ ਮਾਰ ਬੁਲਾਵੇ, ਸੀਟੀ ਅੰਦਰ ਲੁਕਿਆ ਸੀਟੀ ਮਾਰਨ ਵਾਲਾ। ਲੰਮੀ ਸੀਟੀ ਬਹੁਤ ਹੀ ਲੰਮੀ, ਇਹਦਾ ਅੰਤ ਨਾ ਲਈਏ। ਤੁਰਦੇ ਰਹੀਏ। ਇਹ ਨਾਲ ਹੁਣ ਉਹ ਸ਼ਾਇਦ ਮੈਂ ਰਿਪੀਟ ਕਰਦਾ। ਰਾਹ ਵਗਦੇ ਤੇ ਵਗਦੇ ਦਰਿਆ, ਧਰਤੀ ਨੂੰ ਨਹੀਂ ਉਧਰਨ ਦਿੰਦੇ। ਕਿਸੇ ਫੁਹਾਰੇ ਹੇਠ ਨਾ ਬਈਏ, ਠੰਡੀ ਖੂਹੀ ਕੋਲ ਨਾ ਖੜੀਏ। ਔਰ ਜੋ ਮਿਲਦਾ ਸੰਜੋਗੀ ਮਿਲਦਾ, ਜੋ ਮਿਲਦਾ ਸੰਜੋਗੀ ਮਿਲਦਾ। ਮਿਲਣ ਲਈ ਹੀ ਆਉਂਦਾ, ਸੰਗ ਸੰਗ ਵਿੱਚ ਚੁੱਪ ਨਾ ਰਹੀਏ। ਦੁੱਖ ਸੁੱਖ ਪੁੱਛੀਏ, ਜੀ ਆਏ ਨੂੰ ਕਹੀਏ। ਮੰਜੀ ਢਾਹ ਕੇ ਕੋਸੇ ਪਾਣੀ ਪੈਰ ਧੁਆਈਏ। ਆਪ ਉਸ ਤੋਂ ਸੁਣਦੇ ਸੁਣਦੇ ਰਹੀਏ, ਆਪੂ ਕੁਛ ਨਾ ਕਹੀਏ। ਬਹੁਤ ਅੱਛੇ, ਬਹੁਤ ਵਧੀਆ ਪਾਤ ਸਾਹਿਬ। ਕੀ ਬਾਤ। ਅੰਦਰ ਕਹਿੰਦੀ ਕਿ ਆ ਪੋਰਸ਼ਨ ਵੀ ਮੈਂ ਸੁਣਾ ਦਿਆਂ। ਜ਼ਰੂਰ ਜ਼ਰੂਰ। ਇਹ ਮੇਰੀ ਇੱਕ ਕਵਿਤਾ, ਇੱਕ ਪੁਸਤਕ ਹੈ ਲਾਲੀ, ਉਹਦੇ ਵਿੱਚੋਂ ਛੋਟਾ ਜਿਹਾ ਪੀਸ ਕੱਢਿਆ ਹੋਇਆ ਹੈ। ਇਹ ਲਾਲੀ ਦੀ ਦਾਦੀ ਬਾਰੇ ਆ, ਨਾ ਮਰਦਾਨੇ ਬਾਰੇ ਆ। ਉਹਦੇ ਚ ਨਿੱਕੀ ਨਿੱਕੀ ਕਥਾਵਾਂ ਹਨ ਲਾਲੀ ਦੀ ਪੁਸਤਕ ਵਿੱਚ। ਤਾਂ ਇੱਕ ਕਥਾ ਇਹ ਹੈ, ਕਥਾ ਇੱਕ ਆਥਣ ਦੀ। ਦੂਰ ਘਰ ਚੋਂ ਉੱਠਦਾ ਧੂਆਂ, ਵੇਖਦੇ ਮਰਦਾਨੇ ਦੇ ਮੋਢੇ ਉੱਤੇ
ਨਾਨਕ ਜੀ ਹੱਥ ਰੱਖਦੇ ਹਨ। ਦੂਰ ਘਰ ਚੋਂ ਉੱਠਦਾ ਧੂਆਂ ਵੇਖਦੇ ਮਰਦਾਨੇ ਦੇ ਮੋਢੇ ਤੇ ਨਾਨਕ ਜੀ ਹੱਥ ਰੱਖਦੇ ਹਨ। ਰਬਾਬੀ ਜੀ ਘਰ ਦੀ ਯਾਦ ਆ ਰਹੀ ਹੈ। ਵਾਹ ਵਾਹ। ਰਬਾਬੀ ਜੀ ਘਰ ਦੀ ਯਾਦ ਆ ਰਹੀ ਹੈ। ਮਰਦਾਨਾ ਉੱਤਰ ਦਿੰਦਾ, ਘਰ ਤਾਂ ਜੀ ਹੁਣ ਉੱਥੇ ਹੀ ਹੈ ਜਿੱਥੇ ਤੂੰ ਹੈ। ਨਹੀਂ ਪਿਆਰੇ, ਜਿੱਥੇ ਤੇਰਾ ਵਾਸਾ ਉੱਥੇ ਮੇਰਾ ਵਾਸਾ। ਮਰਦਾਨੇ ਦੀਆਂ ਅੱਖਾਂ 'ਚ ਜਲ ਭਰ ਆਉਂਦਾ। ਉਹ ਨਾਨਕ ਦਾ ਹੱਥ ਆਪਣੇ ਮੱਥੇ ਨਾਲ ਲਾ ਲੈਂਦਾ। ਕਹਿੰਦਾ ਤੁਰਨ ਵੇਲੇ ਮੈਂ ਪੁੱਛਿਆ ਸੀ ਆਪਾਂ ਕਿੱਥੋਂ ਤੱਕ ਜਾਣਾ ਹੈ। ਤੁਸੀਂ ਕਿਹਾ ਸੀ ਜਿੱਥੋਂ ਤੱਕ ਤੇਰੇ ਰਬਾਬ ਦੀ ਸੁਰ ਜਾਂਦੀ ਹੈ। ਇਹ ਤਾਂ ਮਿੱਤਰ ਸ਼ਬਦ ਦੇ ਨਾਲ ਹੀ ਤੁਰਦੀ ਹੈ। ਮੈਂ ਕਿਹਾ ਸੀ ਵਰਿਆਂ ਦੇ ਵਰੇ ਕੋਹਾਂ ਦੇ ਕੋਹ ਤੁਰ ਆਏ ਹਾਂ। ਕੇਤੇ ਰੁੱਖ ਬਿਰਖ ਤਟ ਤੀਰਥ ਸੈਲ ਪੱਥਰ ਨਦੀ ਨਾਲੇ ਸਮੁੰਦਰ ਵੇਖੇ ਹਨ। ਪਤਾ ਨਹੀਂ ਤੇਰੇ ਸ਼ਬਦ ਵਿੱਚ ਹੋਰ ਕਿੰਨੀਆਂ ਧਰਤੀਆਂ ਲੁਕੀਆਂ ਹੋਈਆਂ ਹਨ। ਵਾਹਿਗੁਰੂ। ਫਿਰ ਵੀ ਕਦੇ ਕਦੇ ਮੈਨੂੰ ਪਹਿਲੇ ਘਰ ਦਾ ਬੂਹਾ ਦਿਸ ਪੈਂਦਾ। ਮਰਦਾਨਾ ਕਹਿ ਰਿਹਾ, ਫਿਰ ਵੀ ਕਦੇ ਕਦੇ ਪਹਿਲੇ ਘਰ ਦਾ ਬੂਹਾ ਦਿਸ ਪੈਂਦਾ ਹੈ। ਖੜਾਕ ਹੁੰਦਾ ਹੈ। ਸਜਾਦਾ ਉਹਦੇ ਬੇਟੇ ਦਾ ਨਾਮ। ਖੜਾਕ ਹੁੰਦਾ ਹੈ। ਸਜਾਦਾ ਬੂਹੇ ਵੱਲ ਦੌੜਦਾ ਹੈ। ਨਾਨਕ ਜੀ ਤੁਰ ਗਈ ਹੋਵੇਗੀ ਮਾਂ ਤਾਂ ਹੁਣ ਬੂਹੇ ਵੱਲ ਵੇਂਦੀ ਵੇਂਦੀ। ਤੁਰ ਗਿਆ ਹੋਵੇਗਾ ਬਾਪ ਵੀ ਮੇਰੀ ਖੈਰ ਮੰਗਦਾ ਮੰਗਦਾ। ਅੰਤਲੇ ਸਾਹ ਤੱਕ ਵਿੜਕਾਂ ਲੈਂਦਾ। ਗਿੱਝ ਗਈ ਹੋਣੀ ਬੱਚਿਆਂ ਦੀ ਮਾਂ ਚੁੱਪ ਰਹਿਣਾ। ਕਿਹੋ ਜਿਹੀ ਹੈ ਇਹ ਦੁਨੀਆ ਨਾਨਕ, ਕਿਹੋ ਜਿਹੀ ਹੈ ਇਹ ਦੁਨੀਆ ਨਾਨਕ। ਮੋਹ ਦੀ ਤੰਦ ਟੁੱਟਦੀ ਟੁੱਟਦੀ ਵੀ ਜੁੜ ਜਾਂਦੀ ਹੈ। ਮੋਹ ਦੀ ਤੰਦ ਟੁੱਟਦੀ ਵੀ ਅਟਕੀ ਰਹਿ ਜਾਂਦੀ ਹੈ। ਜੇ ਇਹ ਝੂਠੀ ਹੈ ਫਿਰ ਵੀ ਜੀ ਕਰਦਾ ਜੁੜੀ ਰਹੇ। ਜੀ ਕਰਦਾ ਜੁੜੀ ਰਹੇ। ਕਿਆ ਬਾਤ, ਕਿਆ ਬਾਤ, ਕਿਆ ਬਾਤ। ਬਹੁਤ ਅੱਛਾ, ਬਹੁਤ ਖੂਬਸੂਰਤ, ਬਹੁਤ ਸਤਿਕਾਰ ਪਿਆਰ। ਸ਼ੁਕਰੀਆ ਤੁਸੀਂ ਸਾਡੇ ਨਾਲ ਸ਼ਾਮਲ ਹੋਏ। ਤੇ ਆਓ ਹੁਣ ਥੋੜੀ ਜਿਹੀ ਲੰਬੀ ਫਲਾਈਟ ਤੇ ਜਾ ਰਹੇ ਹਾਂ ਲੰਡਨ ਤੋਂ। ਜਿਵੇਂ ਕਿਹਾ ਸੀ ਗਹਿਲੇਵਾਲ ਦੇ ਉੱਪਰੋਂ ਹੁੰਦੇ ਹੋਏ ਸਾਹਨੇਵਾਲ ਤੋਂ ਮੱਤੇਵਾੜੇ ਦਾ ਜੰਗਲ ਦਾ ਹਵਾਈ ਸਰਵੇਖਣ ਕਰਕੇ ਆਪਾਂ ਹੁਣ ਲੈਂਡ ਕਰਾਂਗੇ ਬਿਜਲੀ ਬੋਰਡ ਲੁਧਿਆਣੇ। ਜਸਵੰਤ ਸਿੰਘ ਜ਼ਫਰ ਉਹਨਾਂ ਦੀ ਲੀਡਰਸ਼ਿਪ 'ਚ ਜਿਹੜਾ ਕੰਮ ਚੱਲ ਰਿਹਾ ਉੱਥੇ। ਤੇ ਜਸਵੰਤ ਉਹਨਾਂ ਨੂੰ ਬਿਆਨ ਕਰਨ ਲਈ ਵੇਲੇ ਮੇਰੇ ਕੋਲ ਜਿਹੜੇ ਵਿਸ਼ੇਸ਼ਣ ਹੈ ਉਹ ਪਹਿਲੇ ਹਮ ਕਰਨ ਲੱਗ ਪੈਂਦੇ ਆ ਤੇ ਹੱਥੋਂ ਪਾਈ ਹੋ ਜਾਂਦੇ। ਭਾਵੇਂ ਜਸਵੰਤ ਹੋਰੀ GNE 'ਚ ਸਾਤੋਂ ਮੇਰੇ ਤੋਂ 1 ਸਾਲ ਜੂਨੀਅਰ ਸੀ, ਪਰ ਇਹਨਾਂ ਦੀ ਸਾਹਿਤਕ ਦਿੱਖ ਨੂੰ ਤੇ ਦਿਲਚਸਪੀ ਨੂੰ ਵੇਖ ਕੇ ਜਦੋਂ ਅਸੀਂ ਇਹਨਾਂ ਦੀ ਰੈਗਿੰਗ ਕਰਨੀ ਸ਼ੁਰੂ ਕੀਤੀ ਤਾਂ ਸਾਨੂੰ ਲੱਗਿਆ ਯਾਰ ਇਹ ਗੱਲ ਠੀਕ ਨਹੀਂ, ਇਹ ਤਾਂ ਬੰਦਾ ਬੜਾ ਸਿਆਣਾ। ਤੇ ਅਸੀਂ ਇਹਨਾਂ ਨੂੰ ਆਪਣਾ ਸੀਨੀਅਰ ਹੋਣਾ ਮੰਨ ਲਿਆ, ਹਾਲਾਂਕਿ ਜੂਨੀਅਰ। ਤੇ ਉਸ ਦਿਨ ਤੋਂ ਬਾਅਦ ਫਿਰ ਇਹਨਾਂ ਨੇ ਸਾਨੂੰ ਬੜੇ ਚੰਗੇ ਚੰਗੇ ਰਸਤੇ ਦਿਖਾਏ। ਇੱਕ ਸੰਗਠਨ ਦਾ ਇਹਨਾਂ ਨੇ ਅਰੇਂਜਮੈਂਟ ਕੀਤਾ। ਜਦੋਂ ਪਾਤਰ ਸਾਹਿਬ ਨੂੰ ਪਹਿਲੀ ਵਾਰ ਸਾਡੇ ਰੂਬਰੂ ਕਰਵਾਇਆ
1900 ਮੇਰਾ ਖਿਆਲ ਇਹ 87 ਦੀ ਗੱਲ ਹੈ। ਤੇ ਉਹ ਤਾਂ ਵੈਸੇ ਕਈ ਵਾਰੀ ਅਸੀਂ ਭੰਡਾਂ ਦੇ ਪ੍ਰੋਗਰਾਮ ਹੋਰ ਨਟੰਕੀਆਂ ਬੇਫਜ਼ੂਲ ਗੱਲਾਂ ਵੀ ਕਰਦੇ ਰਹੇ ਆ। ਮੇਰੇ ਕੋਲ ਡਾਇਰੀ ਪਈ ਆ ਜਿਹਦੇ ਚ ਮੈਂ ਡਾਇਲੌਗ ਲਿਖੇ ਹੋਏ ਆ, ਤੇ ਜਿਹਦੇ ਚ ਮੈਂ ਕਹਿੰਦਾ ਇੱਕ ਕੀੜੀ ਤੁਰੀ ਜਾਂਦੀ ਜਿਵੇਂ ਹਾਥੀ ਤੁਰਿਆ ਜਾਂਦਾ, ਇੱਕ ਹਾਥੀ ਤੁਰਿਆ ਜਾਂਦਾ ਜਿਵੇਂ ਕੀੜੀ ਤੁਰੀ ਜਾਂਦੀ। ਤੇ ਜਸਵੰਤ ਹੋਣੀ ਮੈਨੂੰ ਜਵਾਬ ਦੇ ਰਹੇ ਆ, ਇੱਕ ਮੱਖੀ ਉੜੀ ਜਾਂਦੀ ਜਿਵੇਂ ਜਹਾਜ਼ ਉੜਿਆ ਜਾਂਦਾ, ਇੱਕ ਜਹਾਜ਼ ਉੜਿਆ ਜਾਂਦਾ ਜਿਵੇਂ ਮੱਖੀ ਉੜੀ ਜਾਂਦੀ। ਤੇ ਸਾਨੂੰ PAU ਤੋਂ ਅਜਾਇਬ ਚਿੱਤਰਕਾਰ ਹੋਣੀ ਉੱਥੇ ਜੱਜ ਬੈਠੇ ਸੀਗੇ, ਉਹ ਇੱਕ ਪਾਸੇ ਲੈ ਕੇ ਕਹਿੰਦੇ ਯਾਰ ਚਲੋ ਹਾਸਾ ਤਾਂ ਆਉਂਦਾ ਤੁਹਾਡੀਆਂ ਗੱਲਾਂ ਤੋਂ, ਪਰ ਕੋਈ ਮੀਨਿੰਗਫੁਲ ਜੀ ਗੱਲ ਕਰਿਆ ਕਰੋ। ਅੱਛਾ। ਤੇ ਮੈਂ ਫਿਰ ਉਸ ਤੋਂ ਬਾਅਦ ਇੱਧਰ ਆ ਗਿਆ, ਤੇ ਜਸਵੰਤ ਹੁਣੀ ਫਿਰ ਇਹੋ ਜਿਹੀ ਮੀਨਿੰਗਫੁਲ ਗੱਲਾਂ 'ਚ ਪਏ ਕਿ ਹੁਣ ਦੇਖੋ ਭਈ ਜਸਵੰਤ ਜ਼ਫਰ ਦੀ ਕਵਿਤਾ ਕਿਤਾਬਾਂ 'ਚੋਂ ਨਿਕਲ ਕੇ ਪਿਆਸੇ ਦਰਿਆਵਾਂ ਨੂੰ ਜਲ ਛਕਾਉਂਦੀ ਹੈ, ਸਾਹ ਘੁੱਟੀ ਹਵਾ ਲਈ ਆਕਸੀਜਨ ਦਾ ਪ੍ਰਬੰਧ ਕਰਦੀ ਹੈ। ਜਸਵੰਤ ਜ਼ਫਰ ਦੀ ਕਵਿਤਾ ਭੌਤਿਕ ਸਰੀਰ ਤੋਂ ਵੀ ਪਾਰ ਜਾ ਕੇ ਸੰਚਾਰ ਕਰਦੀ ਹੈ। ਜਸਵੰਤ ਜ਼ਫਰ ਦੀ ਕਵਿਤਾ ਕੇਵਲ ਅਸਲੀ ਨਾਨਕ ਨੂੰ ਹੀ ਪਿਆਰ ਕਰਦੀ ਹੈ। ਜ਼ਫਰ ਸਾਹਿਬ ਤੁਹਾਡਾ ਸਵਾਗਤ, ਤੇ ਨਾਲ ਧੰਨਵਾਦ ਬਲਵੀਰ ਭੈਣ ਜੀ ਦਾ ਵੀ, ਜਿਨ੍ਹਾਂ ਨੇ ਤੁਹਾਨੂੰ ਸਾਡੇ ਪ੍ਰੋਗਰਾਮ 'ਚ ਸ਼ਾਮਲ ਹੋਣ ਦੀ ਅਪਰੂਵਲ ਦਿੱਤੀ, ਨਹੀਂ ਤੇ ਪਤਾ ਨਹੀਂ ਤੁਹਾਡੇ ਦਰਸ਼ਨ ਹੋਣੇ ਸੀ ਕਿ ਨਹੀਂ। ਚਲੋ ਅਗਲੇ ਕੁਝ ਮਿੰਟ ਤੁਹਾਡੇ ਨਾਲ ਤੇ ਤੁਹਾਡੇ ਰੂਪ 'ਚ। ਸ਼ੁਕਰੀਆ। ਸ਼ੁਕਰੀਆ ਜੀ ਗੁਰਿੰਦਰ ਜੀ। ਵੈਸੇ ਬਹੁਤ ਸਿਆਣੀਆਂ ਗੱਲਾਂ ਕੀਤੀਆਂ ਤੁਸੀਂ। ਆਮ ਤੌਰ ਤੇ ਆਪਾਂ ਜਿਹੜੇ ਰੂਪ ਇੱਕ ਦੂਜੇ ਦੇ ਜਾਣਦੇ ਜ਼ਿਆਦਾ ਕਾਮੇਡੀ ਵਾਲੇ ਹੀ ਜਾਣਦੇ ਆ, ਤੇ ਤੁਸੀਂ ਜਿਹੜਾ ਵਾਰਮ ਅਪ ਸੈਸ਼ਨ ਸੀ ਤੁਹਾਡੇ ਆਪਣੇ ਸ਼ਹਿਰ ਦਾ, ਮੈਨੂੰ ਤਾਂ ਉਹੀ ਫਾਈਨਲ ਮੈਚ ਨਾਲੋਂ ਵੀ ਦਿਲਚਸਪ ਲੱਗਿਆ ਸੀ, ਤੇ ਚੰਗਾ ਲੱਗਿਆ ਸਾਰਿਆਂ ਨੂੰ ਸੁਣ ਕੇ। ਤੇ ਮੈਂ ਸੋਚਦਾ ਸੀ ਅੱਜ ਸਵੇਰੇ ਕਿ ਮੈਂ ਕਿਹੜੀਆਂ ਕਵਿਤਾਵਾਂ ਸੁਣਾਊਂਗਾ, ਤੇ ਫਿਰ ਮੈਂ ਦੇਖ ਰਿਹਾ ਸੀ ਕਿ ਕੌਣ ਕੌਣ ਸ਼ਾਮਲ ਹੋ ਰਿਹਾ। ਤੇ ਤੁਹਾਨੂੰ ਯਾਦ ਹੋਣਾ, ਜਿਵੇਂ ਤੁਸੀਂ ਦੱਸਿਆ ਹੀ ਆ, ਕਿ ਆਪਾਂ ਜਦੋਂ ਪੜ੍ਹਨ ਲੱਗੇ ਤੇ ਆਪਾਂ ਪਾਤਰ ਸਾਹਿਬ ਉਦੋਂ ਸਟਾਰ ਕਵੀ ਦੇ ਤੌਰ ਤੇ ਸਥਾਪਿਤ ਹੋ ਗਿਆ ਸੀ ਪੰਜਾਬੀ 'ਚ, ਤੇ ਆਪਾਂ ਇਹਨਾਂ ਨੂੰ ਪੜ੍ਹਦੇ ਵੀ ਸੀ ਤੇ ਆਪਣੀਆਂ ਚੀਜ਼ਾਂ ਲਿਖੀਆਂ ਸੁਣਾਉਂਦੇ ਵੀ ਜਾਂ ਪੜ੍ਹਾਉਂਦੇ ਵੀ ਸੀ। ਤੇ ਉਹ ਮੰਚ ਪਿੱਛੇ ਬੈਕਗਰਾਊਂਡ 'ਚ ਇਹ ਹੁੰਦਾ ਸੀ ਕਿ ਕਿੱਦਾਂ ਦਾ ਲਿਖੀਏ ਕਿ ਪਾਤਰ ਸਾਹਿਬ ਨੂੰ ਪਸੰਦ ਆ ਜਾਵੇ, ਇਹਨੂੰ ਚੰਗਾ ਲੱਗੇ। ਜਿਹਦੇ ਕਰਕੇ ਸ਼ੁਰੂ 'ਚ ਆਪਾਂ ਜਦੋਂ ਲਿਖਿਆ ਤੇ ਏਦਾਂ ਵੀ ਲੱਗਦਾ ਸੀ ਕਿ ਸਾਡੇ ਤੇ ਪਾਤਰ ਸਾਹਿਬ ਦਾ ਬਹੁਤ ਪ੍ਰਭਾਵ ਆ। ਤੇ ਅੱਜ ਮੈਂ ਸੋਚਦਾ ਸੀ ਕਿ ਮੈਂ ਏਦਾਂ ਦੀਆਂ ਕਵਿਤਾਵਾਂ ਚੁਣੀਆਂ, ਕਿਉਂਕਿ ਕਵੀ ਦੀਆਂ ਕਵਿਤਾਵਾਂ 'ਚ ਕਈ ਤਰ੍ਹਾਂ ਤਸਵੀਰਾਂ ਦੀਆਂ ਜਾਂ ਵਿਸ਼ਿਆਂ ਦੀਆਂ ਕਵਿਤਾਵਾਂ ਹੁੰਦੀਆਂ। ਮੈਂ ਸੋਚਦਾ ਸੀ ਮੈਂ ਜਿੱਦਾਂ ਦੀਆਂ ਕਵਿਤਾਵਾਂ ਕਰਕੇ ਲਿਖਣ ਕਰਕੇ ਜਾਣਿਆ ਜਾਂਦਾ, ਉਦੋਂ ਥੋੜ੍ਹੀਆਂ ਵੱਖਰੀਆਂ ਕਵਿਤਾਵਾਂ ਸੁਣਾਵਾਂ। ਜਾਂ ਦੂਜੀ ਗੱਲ ਮੰਚ ਬੈਕਗਰਾਊਂਡ ਤੇ ਆਈ ਸੀ ਕਿ ਜਿਹੜੀਆਂ ਕਵਿਤਾਵਾਂ ਨਵਤੇਜ ਭਾਰਤੀ ਜੀ ਨੂੰ ਬਹੁਤ ਪਸੰਦ ਆ ਜਾਣ ਉਹ ਚੁਣੋ। ਤੇ ਇਹਨਾਂ ਨੂੰ ਸੁਣਦਿਆਂ ਮੈਨੂੰ ਲੱਗਾ ਵੀ ਇੱਕ ਕਵਿਤਾ ਮੈਂ ਉਹ ਵੀ ਸ਼ਾਮਲ ਕਰ ਲੈਣਾ ਜਿਹੜੀ ਮੈਡਮ ਸੁਰਿੰਦਰ ਚਾਹਲ ਹੋਰਾਂ ਨੂੰ ਵੀ ਪਸੰਦ ਆ ਜਾਵੇ। ਤੇ ਜਦੋਂ ਤੁਰਦੇ ਰਹੀਏ ਕਵਿਤਾ ਪੜ੍ਹ ਰਹੇ ਸੀ ਤਾਂ ਮੈਨੂੰ ਆਪਣੀ ਲਿਖੀ ਕਵਿਤਾ ਮੇਰੇ ਸਾਹਮਣੇ ਆਈ, ਜਾਗ। ਕਿ ਮੈਂ ਉਸ ਨੂੰ ਦੱਸਿਆ ਬੜੇ ਚਾਅ ਨਾਲ ਕਿ ਸ਼ਾਮੀ ਸੈਰ ਕਰਦਿਆਂ ਚੰਨ ਵੀ ਨਾਲ ਨਾਲ ਤੁਰ ਰਿਹਾ ਸੀ। ਮੈਂ ਉਸ ਨੂੰ ਦੱਸਿਆ ਬੜੇ ਚਾਅ ਨਾਲ ਕਿ ਸ਼ਾਮੀ ਸੈਰ ਕਰਦਿਆਂ ਚੰਨ ਵੀ ਨਾਲ ਨਾਲ ਤੁਰ ਰਿਹਾ ਸੀ। ਉਸ ਕਿਹਾ ਤੁਰਦਿਆਂ ਨਾਲ ਸਿਰਫ ਚੰਨ ਹੀ ਨਹੀਂ, ਪੂਰੀ ਕਾਇਨਾਤ ਤੁਰਦੀ। ਉਸ ਕਿਹਾ ਤੁਰਦਿਆਂ ਨਾਲ ਸਿਰਫ ਚੰਨ ਹੀ ਨਹੀਂ, ਪੂਰੀ ਕਾਇਨਾਤ ਤੁਰਦੀ। ਰੁਕਿਆਂ ਨਾਲ ਰੁਕ ਜਾਂਦੀ, ਰੁੱਸਿਆਂ ਨਾਲ ਰੁੱਸ ਜਾਂਦੀ, ਸੁੱਤਿਆਂ ਨਾਲ ਸੌਂ ਜਾਂਦੀ। ਉਸ ਕਿਹਾ ਤੁਰਦਿਆਂ ਨਾਲ ਸਿਰਫ ਚੰਨ ਹੀ ਨਹੀਂ, ਪੂਰੀ ਕਾਇਨਾਤ ਤੁਰਦੀ। ਰੁਕਿਆਂ ਨਾਲ ਰੁਕ ਜਾਂਦੀ, ਰੁੱਸਿਆਂ ਨਾਲ ਰੁੱਸ ਜਾਂਦੀ, ਸੁੱਤਿਆਂ ਨਾਲ ਸੌਂ ਜਾਂਦੀ। ਇੰਜ ਉਸ ਮੈਨੂੰ ਜਗਾ ਦਿੱਤਾ, ਇੰਜ ਉਸ ਮੈਨੂੰ ਜਗਾ ਦਿੱਤਾ। ਦੂਸਰੀ ਛੋਟੀ ਕਵਿਤਾ ਰੋਣਾ ਨਹੀਂ। 2.5 ਸਾਲ ਦੀ ਬੇਟੀ ਟੀਕੇ ਨੂੰ ਜਾਣਦੀ। 2.5 ਸਾਲ ਦੀ ਬੇਟੀ ਟੀਕੇ ਨੂੰ ਜਾਣਦੀ, ਟੀਕੇ ਵਾਲੇ ਹੱਥ ਨੂੰ ਬਾਰ-ਬਾਰ ਪਰੇ ਕਰਦੀ। 2.5 ਸਾਲ ਦੀ ਬੇਟੀ ਟੀਕੇ ਨੂੰ ਜਾਣਦੀ, ਟੀਕੇ ਵਾਲੇ ਹੱਥ ਨੂੰ ਬਾਰ-ਬਾਰ ਪਰੇ ਕਰਦੀ। ਉਸ ਦੀਆਂ ਬਾਹਾਂ ਕਾਬੂ ਕਰ ਮੈਂ ਟੀਕਾ ਲਗਵਾ ਦਿੰਦਾ।
ਉਸ ਦੀਆਂ ਬਾਹਾਂ ਕਾਬੂ ਕਰ, ਮੈਂ ਟੀਕਾ ਲਗਵਾ ਦਿੰਦਾ, ਬਹੁਤ ਰੋਂਦੀ ਹੈ ਬੇਟੀ। ਮੈਂ ਪਤਿਆ ਕੇ ਆਖਦਾ ਰੋਣਾ ਨਹੀਂ, ਮੈਂ ਪਤਿਆ ਕੇ ਆਖਦਾ ਰੋਣਾ ਨਹੀਂ। ਉਹ ਰੋਂਦੇ ਰੋਂਦੇ ਆਖਦੀ ਬਹੁਤ ਦੁੱਖ ਲੱਗਦਾ ਪਾਪਾ। ਉਹ ਰੋਂਦੇ ਰੋਂਦੇ ਆਖਦੀ ਬਹੁਤ ਦੁੱਖ ਲੱਗਦਾ ਪਾਪਾ। ਮੈਂ ਆਖਦਾ ਤੇਰੇ ਰੋਣ ਨਾਲ ਮੈਨੂੰ ਵੀ ਬਹੁਤ ਦੁੱਖ ਲੱਗਦਾ, ਮੇਰਾ ਵੀ ਰੋਣਾ ਨਿਕਲਦਾ। ਮੈਂ ਆਖਦਾ ਤੇਰੇ ਰੋਣ ਨਾਲ ਮੈਨੂੰ ਵੀ ਬਹੁਤ ਦੁੱਖ ਲੱਗਦਾ, ਮੇਰਾ ਵੀ ਰੋਣਾ ਨਿਕਲਦਾ। ਉਹ ਇੱਕਦਮ ਚੁੱਪ ਕਰ ਜਾਂਦੀ, ਆਪੇ ਆਪਣੀਆਂ ਅੱਖਾਂ ਪੂੰਝ ਆਖਦੀ ਹੁਣ ਕਦੇ ਨਹੀਂ ਰੋਊਂਗੀ ਪਾਪਾ, ਮੇਰਾ ਸੱਚੀ ਮੁੱਚੀ ਰੋਣਾ ਨਿਕਲ ਜਾਂਦਾ, ਮੇਰਾ ਸੱਚੀ ਮੁੱਚੀ ਰੋਣਾ ਨਿਕਲ ਜਾਂਦਾ। ਵਾਹ, ਵੈਰੀ ਗੁੱਡ, ਬਹੁਤ ਖੂਬਸੂਰਤ, ਬਹੁਤ ਹੀ ਖੂਬਸੂਰਤ, ਬਹੁਤ ਪਿਆਰੀ। छुटकारा के आओ करे जद घरों दूर बेगाने थां होईदा तां सूरज अक्सर गलत दिशा च चढ़दा लगदा। जद घरों बेगाने थां होईदा तां सूरज अक्सर गलत दिशा चों चढ़दा लगदा। दिशावां तां मन च हुंदियां, प्यार च होना जां प्यार कोल होना ही हुंदा घर होना। प्यार च होना जां प्यार कोल होना ही हुंदा घर होना। घर होण वेले सूरज ठीक दिशा चों चढ़दा, तारे थों थाई टिके हुंदे। सूरज ठीक दिशा चों चढ़दा, तारे थों थाई टिके हुंदे। बहुत दूजा पासा धरती ते अपने पासे खड़िया दूजे पासे दे लोग पुट्ठे तुरे फिरदे लगदे। धरती ते अपने पासे खड़िया दूजे पासे दे लोग पुट्ठे तुरे फिरदे लगदे। धरती दे दूजे पासे जाके देखिया सब ठीक ठाक लगदा, सीधा सही सधारण बिल्कुल अपने पासे वांग। दूजे पासे जाके देखिया सब ठीक ठाक लगदा, सीधा सही सधारण बिल्कुल अपने पासे वांग। दूजा पासा दूजा हुंदा, पुट्ठा नहीं हुंदा। दूजा पासा दूजा हुंदा, पुट्ठा नहीं हुंदा। दूजे नूं ठीक जानण लई ओहदे कोल जाना पैंदा, ओहदी थां ते खड़ के देखना पैंदा। ओहदे कोल जाना पैंदा, ओहदी थां ते खड़ के देखना पैंदा। वाह, ब्यूटीफुल, बहुत खूबसूरत। मोड़ सीधी सड़क के चलती गड्डी दे पिछले पहिए अगले पहियां दे निशान ते चलदे। सीधी सड़क के चलती गड्डी दे पिछले पहिए अगले पहियां दे निशान ते चलदे। मोड़ ते जाके पिछला पहिया छड़ दिंदा अगले दा निशान। मोड़ ते जाके पिछला पहिया छड़ दिंदा अगले दा निशान। मोड़ जे होवे तिखा जां मुड़ना पै जाए काली तां वध जांदा अगले पिछले निशाना विचला फासला। मोड़ जे होवे तिखा जां मुड़ना पै जाए काली तां वध जांदा अगले पिछले निशाना विचला फासला। सावी नहीं रहिंदी पईयां ते वजन वंड, लाद जे होवे उच्ची तां उल्टण दा भी खतरा। मोड़ जे होवे तिखा जां मुड़ना पै जाए काली तां वध जांदा अगले पिछले निशाना विचला फासला। सावी नहीं रहिंदी पईयां ते वजन वंड, लाद जे होवे उच्ची तां उल्टण दा भी खतरा। जिंदगी जां इतिहास दे मोड़ां वांग ही हुंदे सड़कां दे भी मोड़। जिंदगी जां इतिहास दे मोड़ां वांग ही हुंदे सड़कां दे भी मोड़। बहुत बढ़िया। मैं एक कविता होर सुनादा जी छोटी जी। जरूर श्योर। मैडम सुनिंदर जदों मामे दी भूआ दी कुड़ी सुना रहा सी ते उदों मैनूं इह कविता याद आ रही सी सुनानी। ते मामी मरी ते जिउंदे जी मामी तरसेम कौर मैनूं भुल्ली तां नहीं सी होई, पर उसदा बड़ा कुछ भुल्लिया होया सी, अज मरी ते याद आया।
ਜਿਉਂਦੇ ਜੀ ਮਾਮੀ ਤਰਸੇਮ ਕੌਰ ਮੈਨੂੰ ਭੁੱਲੀ ਤਾਂ ਨਹੀਂ ਸੀ ਹੋਈ, ਪਰ ਉਹਦਾ ਕਿੰਨਾ ਕੁਝ ਭੁੱਲਿਆ ਹੋਇਆ ਸੀ ਅੱਜ ਮਰੀ ਤੇ ਯਾਦ ਆਇਆ ਉਹਦਾ ਮਾਂ ਨੂੰ ਬੀਬੀ ਪਾਸ਼ੀ ਕਹਿਣਾ, ਉਹਦਾ ਆਏ ਪ੍ਰਾਹੁਣੇ ਤੋਂ ਨਿਆਣੇ ਨਿੱਕਿਆਂ ਦਾ ਹਾਲ ਪੁੱਛਣ ਦਾ ਸਲੀਕਾ, ਯਾਦ ਆਏ ਉਹਦੇ ਲੰਮੇ ਪਤਲੇ ਹੱਥ, ਘਰ ਦਾ ਕੰਮਕਾਰ ਜਾਂ ਸਿਰ ਦਾ ਲੀੜਾ ਸਵਾਰਦੇ, ਉਹਦਾ ਕੰਨਾਂ ਤੋਂ ਅੱਗੇ ਤੱਕ ਲੀੜਾ ਰੱਖਣਾ ਯਾਦ ਆਇਆ। ਯਾਦ ਆਏ ਉਹਦੇ ਲੰਮੇ ਪਤਲੇ ਹੱਥ, ਘਰ ਦਾ ਕੰਮਕਾਰ ਜਾਂ ਸਿਰ ਦਾ ਲੀੜਾ ਸਵਾਰਦੇ, ਉਹਦਾ ਕੰਨਾਂ ਤੋਂ ਅੱਗੇ ਤੱਕ ਲੀੜਾ ਰੱਖਣਾ ਯਾਦ ਆਇਆ। ਇਹ ਵੀ ਯਾਦ ਆਇਆ ਕਿ ਮਾਮੀ ਦੀਆਂ ਬਾਹਾਂ ਕਦੇ ਬੱਖੀਆਂ ਬਰੋਬਰ ਸਿੱਧੀਆਂ ਲਮਕਦੀਆਂ ਨਹੀਂ ਸੀ ਦੇਖੀਆਂ। ਇਹ ਵੀ ਯਾਦ ਆਇਆ ਕਿ ਮਾਮੀ ਦੀਆਂ ਬਾਹਾਂ ਕਦੇ ਵੱਖੀਆਂ ਬਰੋਬਰ ਸਿੱਧੀਆਂ ਲਮਕਦੀਆਂ ਨਹੀਂ ਸੀ ਦੇਖੀਆਂ। ਬਹੁਤ ਅੱਛਾ। ਖੜੀ ਗੱਲਾਂ ਕਰਦੀ ਮਾਮੀ ਦੇ ਹੱਥ ਵੀ ਇੱਕ ਦੂਏ ਨੂੰ ਛੂੰਹਦੇ ਹੁੰਦੇ ਜਾਂ ਅੱਧ ਜੁੜੇ ਹੁੰਦੇ। ਵਾਹ। ਯਾਦ ਆਇਆ ਉਹਦਾ ਨਾ ਘੂਰਨਾ, ਨਾ ਡੰਟਣਾ, ਨਾ ਉੱਚਾ ਬੋਲਣਾ, ਨਾ ਬੈਸਣਾ। ਯਾਦ ਆਇਆ ਉਹਦਾ ਤਿਉੜੀ ਰਹਿਤ ਮੱਥਾ। ਵਾਹ ਵਾਹ ਵਾਹ। ਯਾਦ ਆਈ ਉਹਦੇ ਚੋਂ ਨਣਦ ਜਾਂ ਜਠਾਣੀ ਵਾਲੇ ਲੱਛਣਾਂ ਦੀ ਗੈਰ ਹਾਜ਼ਰੀ। ਮਾਮੀ ਅੰਦਰੋਂ ਸੱਸ ਕਦੇ ਨਾ ਦਿਸੀ ਸੀ, ਮਾਮੀ ਕੋਈ ਜ਼ਿਆਦਾ ਹੀ ਮਾਮੀ ਸੀ। ਵਾਹ ਵਾਹ। ਯਾਦ ਆਈ ਉਹਦੇ ਚੋਂ ਨਣਦ ਜਾਂ ਜਠਾਣੀ ਵਾਲੇ ਲੱਛਣਾਂ ਦੀ ਗੈਰ ਹਾਜ਼ਰੀ। ਮਾਮੀ ਅੰਦਰੋਂ ਸੱਸ ਕਦੇ ਨਾ ਦਿਸੀ ਸੀ, ਮਾਮੀ ਕੁਝ ਜ਼ਿਆਦਾ ਹੀ ਮਾਮੀ ਸੀ। ਯਾਦ ਆਈ ਉਹਦੀ ਨਿਰਲੇਪਤਾ ਸਭ ਰੌਲਿਆਂ ਤੋਂ, ਉਹਦੀ ਅਣਜਾਣਤਾ ਕਈ ਆਮ ਗੱਲਾਂ ਤੋਂ। ਅੱਜ ਮਾਮੇ ਨੇ ਕਿਹਾ ਕਬੀਲਦਾਰੀ ਦੇ ਹੱਕ ਨੂੰ ਬੜੀ ਸਿਆਣੀ ਸੀ। ਅੱਜ ਮਾਮੇ ਨੇ ਕਿਹਾ ਕਬੀਲਦਾਰੀ ਦੇ ਹੱਕ ਨੂੰ ਬੜੀ ਸਿਆਣੀ ਸੀ। ਤਾਂ ਯਾਦ ਆਇਆ ਆਏ ਗਏ ਤੇ ਮਾਮੇ ਦਾ ਮਾਮੀ ਨੂੰ ਭੋਲੋ ਕਹਿ ਕੇ ਟੀਚਰ ਕਰਨ ਦਾ ਦਿਖਾਵਾ ਕਰਨਾ। ਵਾਹ ਜੀ। ਤਾਂ ਯਾਦ ਆਇਆ ਆਏ ਗਏ ਤੇ ਮਾਮੇ ਦਾ ਮਾਮੀ ਨੂੰ ਭੋਲੋ ਕਹਿ ਕੇ ਟੀਚਰ ਕਰਨ ਦਾ ਦਿਖਾਵਾ ਕਰਨਾ। ਇਹ ਸਭ ਮੈਨੂੰ ਕਿਉਂ ਭੁੱਲਿਆ ਹੋਇਆ ਸੀ, ਜੋ ਯਾਦ ਕਰਾਉਣ ਲਈ ਮਾਮੀ ਨੂੰ ਮਰਨਾ ਪਿਆ। ਇਹ ਸਭ ਮੈਨੂੰ ਕਿਉਂ ਭੁੱਲਿਆ ਹੋਇਆ ਸੀ, ਜੋ ਯਾਦ ਕਰਾਉਣ ਲਈ ਮਾਮੀ ਨੂੰ ਮਰਨਾ ਪਿਆ। ਵਾਹਿਗੁਰੂ। ਬਹੁਤ ਚੰਗਾ, ਬਹੁਤ ਚੰਗਾ। ਬਾਬਾ ਜੀ ਇੱਕ ਮਕਾਨ ਵਾਲੀ ਸੁਣਾ ਦਿਓ ਕਵਿਤਾ ਜਿਹੜੀ ਪਲੀਜ਼। ਮਕਾਨ ਜਿਹੜਾ ਬਣ ਰਿਹਾ। ਅੱਛਾ, ਉਹ ਬਿਲਕੁਲ ਇਹਦੇ ਨਾਲ ਦੀ ਕਵਿਤਾ, ਬੜੀ ਤੁਸੀਂ ਥਾਂ ਤੋਂ ਬੋਲੇ ਆ। ਲਓ ਜੀ ਚਾਤਰਿਕ ਸਾਹਿਬ, ਤੁਸੀਂ ਅੱਜ ਬਹੁਤ ਮੈਨੂੰ ਨਿਹਾਲ ਕੀਤਾ। ਤੁਸੀਂ ਜਦੋਂ ਸ਼ੁਰੂ ਚ ਹੀ ਆਪਣਾ ਰੰਗ ਦਿਖਾਇਆ, ਜਿੱਦਾਂ ਗੁੰਦਮਾ ਰੰਗ ਦਿਖਾਇਆ, ਤੇ ਬਹੁਤ ਮੈਂ ਪ੍ਰਭਾਵਿਤ ਹੋਇਆ, ਬਹੁਤ ਮੈਨੂੰ ਚੰਗਾ ਲੱਗਾ। ਆਸ਼ੀਰਵਾਦ। ਖੂਨ ਪਸੀਨਾ ਸਿਆਹੀ, ਮੇਰਾ ਖਿਆਲ ਇਹੀ ਸੁਣਨਾ ਚਾਹੁੰਦੇ ਹੋ ਤੁਸੀਂ। ਹਾਂਜੀ ਹਾਂਜੀ ਹਾਂਜੀ। ਮਜ਼ਦੂਰ ਇੱਟਾਂ ਵੱਟੇ ਢੋ ਰਹੇ, ਬਹੁਤ ਖੂਬਸੂਰਤ। ਰਾਜ ਚਿਣ ਰਹੇ, ਮਜ਼ਦੂਰ ਇੱਟਾਂ ਵੱਟੇ ਢੋ ਰਹੇ, ਰਾਜ ਚਿਣ ਰਹੇ। ਮੇਰਾ ਸਿਆਹੀ ਦੀ ਕਮਾਈ ਨਾਲ ਮਕਾਨ ਬਣ ਰਿਹਾ ਹੌਲੀ ਹੌਲੀ। ਮਜ਼ਦੂਰ ਇੱਟਾਂ ਵੱਟੇ ਢੋ ਰਹੇ, ਰਾਜ ਚਿਣ ਰਹੇ। ਮੇਰਾ ਸਿਆਹੀ ਦੀ ਕਮਾਈ ਨਾਲ ਮਕਾਨ ਬਣ ਰਿਹਾ ਹੌਲੀ ਹੌਲੀ। ਨਾਲ ਨਾਲ ਮੈਂ ਵੀ ਬਣ ਰਿਹਾ, ਨਾਲ ਨਾਲ ਮੈਂ ਵੀ ਬਣ ਰਿਹਾ। ਬਣ ਕੇ ਮਕਾਨ ਬੰਦੇ ਨੂੰ ਨਵਾਂ ਜਹਾਨ ਦਿੰਦਾ, ਬਣਦਾ ਮਕਾਨ ਬੰਦੇ ਨੂੰ ਬੜਾ ਗਿਆਨ ਦਿੰਦਾ। ਬਹੁਤ ਅੱਛਾ। ਸਿਆਹੀ ਦੀ ਕਮਾਈ ਨਾਲ ਬਣਦੇ ਮਕਾਨ ਨੇ ਮੈਨੂੰ ਦੱਸਿਆ ਕਿ ਕਿਰਾਏ ਦੇ ਮਕਾਨ ਦੀ ਕੰਧ ਵਿੱਚ ਕਿੱਲ ਠੋਕਣ ਤੇ ਮਾਲਕ ਮਕਾਨ ਦਾ ਸੀਨਾ ਕਿਉਂ ਪਾੜਦਾ ਸੀ। ਸਿਆਹੀ ਦੀ ਕਮਾਈ ਨਾਲ ਬਣਦੇ ਮਕਾਨ ਨੇ ਮੈਨੂੰ ਦੱਸਿਆ ਕਿ ਕਿਰਾਏ ਦੇ ਮਕਾਨ ਦੀ ਕੰਧ ਵਿੱਚ ਕਿੱਲ ਠੋਕਣ ਤੇ ਮਾਲਕ ਮਕਾਨ ਦਾ ਸੀਨਾ ਕਿਉਂ ਪਾੜਦਾ ਸੀ। ਉਹਦਾ ਮਕਾਨ ਪਸੀਨੇ ਦੀ ਕਮਾਈ ਦਾ ਸੀ। ਉਹਦਾ ਮਕਾਨ ਪਸੀਨੇ ਦੀ ਕਮਾਈ ਦਾ ਸੀ। ਮੇਰੇ ਬੱਚੇ ਦੇ ਮਾਮੂਲੀ ਸੱਟ ਲੱਗਣ ਤੇ ਪਤਨੀ ਦੀਆਂ ਅੱਖਾਂ ਚੋਂ ਪਰਲ ਪਰਲ ਅਥਰੂ ਵਗਦੇ ਤਾਂ ਮੈਂ ਖਿੱਚਦਾ ਕਿ ਰੋਣ ਦੀ ਕਿਹੜੀ ਗੱਲ ਹੋਈ। ਮੇਰੇ ਬੱਚੇ ਦੇ ਮਾਮੂਲੀ ਸੱਟ ਲੱਗਣ ਤੇ ਪਤਨੀ ਦੀਆਂ ਅੱਖਾਂ ਚੋਂ ਪਰਲ ਪਰਲ ਅਥਰੂ ਵਗਦੇ ਤਾਂ ਮੈਂ ਖਿੱਚਦਾ ਕਿ ਰੋਣ ਦੀ ਕਿਹੜੀ ਗੱਲ ਹੋਈ। ਪਰ ਹੁਣ ਮੈਂ ਖਿੱਚਦਾ ਤਾਂ ਮੈਨੂੰ ਸਮਝਾਉਂਦਾ ਸਿਆਹੀ ਦੀ ਕਮਾਈ ਨਾਲ ਬਣਦਾ ਇਹ ਮਕਾਨ ਕਿ ਖਿੱਚਣਾ ਭਲਿਆ ਮਾਨਸਾ ਬੱਚੇ ਮਾਵਾਂ ਦੇ ਖੂਨ ਦੀ ਕਮਾਈ ਨਾਲ ਬਣੇ। ਹੁਣ ਮੈਂ ਖਿੱਚਦਾ ਤਾਂ ਮੈਨੂੰ ਸਮਝਾਉਂਦਾ ਕਿ ਖਿੱਚਣਾ ਭਲਿਆ ਮਾਨਸਾ
ਬੱਚੇ ਮਾਵਾਂ ਦੇ ਖੂਨ ਦੀ ਕਮਾਈ ਨਾਲ ਬਣੇ ਹਨ। ਬਣ ਕੇ ਮਕਾਨ ਬੰਦੇ ਨੂੰ ਨਵਾਂ ਜਹਾਨ ਦਿੰਦਾ, ਬਣਦਾ ਮਕਾਨ ਬੰਦੇ ਨੂੰ ਬੜਾ ਗਿਆਨ ਦਿੰਦਾ। ਮਿਹਰਬਾਨੀ। ਵਾਹ ਜੀ ਵਾਹ, ਵਾਹ ਜੀ ਵਾਹ, ਵਾਹ ਜੀ ਵਾਹ, ਵਾਹ ਜੀ ਵਾਹ, ਮਜ਼ਾ ਆ ਗਿਆ। ਬਹੁਤ ਸ਼ੁਕਰੀਆ ਜਸਵੰਤ ਜੀ। ਮੈਨੂੰ ਲੱਗਦਾ ਜਿਹੜੀ ਟੈਕਨੋਲੋਜੀ, ਇੰਜੀਨੀਅਰਿੰਗ, ਸਾਹਿਤ, ਚਿੱਤਰਕਲਾ, ਇਹ ਸਾਰੀਆਂ ਦੀ ਜਿਹੜੀ ਸਿਨਰਜੀ ਆ, ਇਹ ਜਦੋਂ ਇਹਦੀ ਜਿਹੜੀ ਇਕੱਠੀ ਹੋ ਕੇ ਜਿਹੜੀ ਬਾਈ ਪ੍ਰੋਡਕਟ ਬਣਾਉਂਦੀ ਆ, ਉਹ ਬੜੀ ਆਪਣੇ ਆਪ ਇੱਕ ਯੂਨੀਕ ਪ੍ਰੋਡਕਟ ਹੁੰਦੀ, ਜਿਹੜੀ ਕਹਿ ਲਓ ਵੀ ਆਮ ਸਿਲੇਬਸ ਜਾਂ ਆਮ ਜਿਹੜੀ ਟ੍ਰੈਡੀਸ਼ਨਲ ਪੋਇਟਰੀ ਆ ਉਹਦੇ 'ਚ ਨਹੀਂ ਲੱਭਦੀ। ਸੋ ਇਹਦੇ ਲਈ ਤੁਹਾਡੀ ਖਾਸ ਜਗ੍ਹਾ ਸਾਰਿਆਂ ਦੇ ਦਿਲਾਂ 'ਚ। ਬਹੁਤ ਬਹੁਤ ਸ਼ੁਕਰੀਆ ਤੁਸੀਂ ਸ਼ਾਮਲ ਹੋਏ। ਮੈਂ ਪਿਛਲੇ ਪ੍ਰੋਗਰਾਮਾਂ 'ਚ ਜਦੋਂ ਵੀ ਪਾਤਰ ਸਾਹਿਬ ਦੀ ਇੰਟਰੋਡਕਸ਼ਨ ਦੇਣ ਦੀ ਕੋਸ਼ਿਸ਼ ਕੀਤੀ, 3-4 ਵਾਰ ਜਦੋਂ ਤੁਸੀਂ ਮੌਂਟਰੀਅਲ ਆਏ, ਤਾਂ ਮੈਨੂੰ ਲੱਗਿਆ ਅਸਲ 'ਚ ਮੈਂ ਤੁਹਾਡੀ ਇੰਟਰੋਡਕਸ਼ਨ ਨਹੀਂ, ਆਪਣੀ ਇੰਟਰੋਡਕਸ਼ਨ ਦੇ ਰਿਹਾ, ਕਿਉਂਕਿ ਤੁਹਾਨੂੰ ਤਾਂ ਸਾਰੇ ਜਾਣਦੇ ਹੀ ਹੈ। ਕਿਉਂਕਿ ਜਦੋਂ ਦੇ ਅਸੀਂ ਛੋਟੇ ਹੁੰਦੇ, ਉਸ ਤੋਂ ਬਾਅਦ ਕਾਲਜ, ਯੂਨੀਵਰਸਿਟੀ 'ਚ, ਜਿਵੇਂ ਜਸਵੰਤ ਹੋਰਾਂ ਨੇ ਦੱਸਿਆ, ਤੁਹਾਡੇ ਨਾਲ ਇੰਟਰੈਕਟ ਹੋਏ, ਤੁਹਾਨੂੰ ਸੁਣਿਆ, ਤੇ ਮੈਨੂੰ ਲੱਗਾ ਜਿਹੜਾ ਤੁਹਾਡਾ ਨਾਮ ਉਹ ਆਪਣੇ ਆਪ 'ਚ ਇੰਨਾ ਭਰਪੂਰ ਔਰ ਪਰਫੈਕਟ ਹੋ ਗਿਆ ਕਿ ਸਾਨੂੰ ਹੁਣ ਕੋਈ ਅੱਗੇ ਕੋਈ ਵੀ ਤੁਹਾਡਾ ਪੁਰਸਕਾਰ ਜਾਂ ਤੁਹਾਡੀਆਂ ਕਿਤਾਬਾਂ ਜਾਂ ਤੁਹਾਡੀਆਂ ਪਦਵੀਆਂ ਨੂੰ ਨਾਲ ਜੋੜਨ ਦੀ ਲੋੜ ਨਹੀਂ। ਉਹ ਵਿਸ਼ੇਸ਼ਣ ਬੜੇ ਇਨਕੰਪਲੀਟ ਲੱਗਦੇ ਆ। ਸੋ ਅੱਜ ਦੇ ਇਸ ਪ੍ਰੋਗਰਾਮ 'ਚ ਵੀ ਮੈਂ ਤੁਹਾਨੂੰ ਬਿਨਾਂ ਕਿਸੇ ਇੰਟਰੋਡਕਸ਼ਨ ਤੋਂ ਸਾਰਿਆਂ ਦੇ ਰੂਬਰੂ ਕਰ ਰਿਹਾ। ਤੇ ਇਸ ਤੋਂ ਪਹਿਲਾਂ ਕਿ ਮੈਂ ਕੁਝ ਹੋਰ ਬੋਲਾਂ, ਮੈਂ ਚਾਹੁੰਦਾ ਕਿ ਤੁਸੀਂ ਸਾਨੂੰ ਦੂਰ ਆਪਣੀਆਂ ਨਜ਼ਮਾਂ ਦੀ ਗਹਿਰਾਈ 'ਚ ਲੈ ਜਾਓ ਤੇ ਅੱਜ ਦੇ ਇਸ ਪ੍ਰੋਗਰਾਮ ਨੂੰ ਦੇ ਜਿਹੜੀ ਇਹ ਆਖਰੀ ਕੜੀ ਹੈ ਉਹਨੂੰ ਆਪਣਾ ਜਿਹੜਾ ਆਸ਼ੀਰਵਾਦ ਦਿਓ। ਸੁਰਜੀਤ ਪਾਤਰ ਜੀ। ਸਾਰੇ ਗੁਰਿੰਦਰ, ਹਰਜਿੰਦਰ और मोहनप्रीत, चात्रिक जी, पावा जी, मॉन्ट्रियल की सारी संगत, अपने सी अपने जूतला जी ने सारे, जिस तरह जफर ने कहा कि वाकई वो फाइनल मैच का उदों भी हो गया सीगा ते हुण उस तो बाद ਭਾਰਤੀ ਸਾਹਿਬ ਨੂੰ ਸੁਣ ਕੇ, ਜ਼ਫਰ ਨੂੰ ਸੁਣ ਕੇ ਹੁਣ ਇੱਕ ਕਵਿਤਾ ਦੀ ਐਸੀ ਸਿਖਰ ਸਿਰਜੇਗੀ। ਉਹ ਸਿਖਰ ਤੇ ਬੈਠ ਕੇ ਬੋਲਣਾ ਔਰ ਉਹ ਇੱਕ ਕੰਮ ਹੁੰਦਾ ਕਿ ਮੈਂ ਇਹਨਾਂ ਇਮੇਜਸ ਨਾਲ ਭਰਿਆ ਪਿਆ, ਜਿਹੜੇ ਮੈਂ ਸੁਣੇ ਹੋਣੇ ਉਹ ਸਾਰੇ ਮੇਰੇ ਵਜੂਦ 'ਚ ਰਲੇ ਮਿਲੇ ਆ। ਤੋ ਮੈਂ ਤੁਹਾਨੂੰ 2-3 ਆਪਣੀਆਂ ਨਜ਼ਮਾਂ, ਇਹ ਹੁੰਦਾ ਕਿ ਕਵੀ ਦਾ ਜੀ ਕਰਦਾ ਹੁੰਦਾ ਕਿ ਮੈਂ ਕੋਈ ਨਵੀਂ ਚੀਜ਼ ਪੜ੍ਹਾਂ ਜਿਹੜੀ ਨਾ ਸੁਣੀ ਹੋਵੇ, ਤਾਂ ਉਹਨੂੰ ਜ਼ਿਆਦਾ ਅੱਛਾ ਲੱਗਦਾ। ਮੈਂ ਵੀ ਥੋੜ੍ਹੀਆਂ ਘੱਟ ਸੁਣੀਆਂ ਚੀਜ਼ਾਂ ਸੁਣਾਉਣੀਆਂ ਚਾਹੁੰਦਾ। ਤੋ ਇੱਕ ਬਹੁਤ ਛੋਟੀ ਜਿਹੀ 2 ਲਾਈਨਾਂ ਦੀ ਕਵਿਤਾ, ਜਦੋਂ ਨਤੇਜ ਜੀ ਨੇ ਲਾਲੀ ਹੋਣਾ ਨੂੰ ਯਾਦ ਕੀਤਾ। ਇਹਨਾਂ ਦੀ ਬਹੁਤ ਖੂਬਸੂਰਤ ਕਿਤਾਬ ਹੈ ਲਾਲੀ ਹੋਣਾ ਬਾਰੇ, ਤੇ ਮੈਂ ਲਾਲੀ ਹੋਣਾ ਦੇ ਜਿਸ ਦਿਨ ਉਹ ਵਿਛੜੇ ਜਹਾਨ ਤੋਂ ਗਏ, ਉਸ ਦਿਨ ਜਿਸ ਦਿਨ ਸੰਸਕਾਰ ਸੀ, ਮੈਂ ਉੱਥੇ ਸੀ ਤੇ ਮੇਰੇ ਜਾਨੀ 2 ਸਤਰਾਂ ਉਸ ਵੇਲੇ ਮਨ 'ਚ ਆਈਆਂ। ਮੈਂ ਲਿਖਿਆ ਕਿ ਅੱਖਾਂ ਦੀ ਨਮੀ ਦਾ ਵੀ ਕੁਛ ਕ੍ਰਿਸ਼ਮਾ ਸੀ ਰਲਿਆ, ਅੱਖਾਂ ਦੀ ਨਮੀ ਦਾ ਵੀ ਕੁਛ ਕ੍ਰਿਸ਼ਮਾ ਸੀ ਰਲਿਆ, ਮੇਰੇ ਰਾਂਗਲੇ ਸੱਜਣ ਦਾ ਸਤ ਰੰਗਾ ਸਿਵਾ ਬਲਿਆ। ਦੀ ਨਮੀ ਦਾ ਵੀ ਕੁਛ ਕ੍ਰਿਸ਼ਮਾ ਸੀ ਰਲਿਆ, ਮੇਰੇ ਰਾਂਗਲੇ ਸੱਜਣ ਦਾ ਸਤਰੰਗਾ ਸਿਵਾ ਬਲਿਆ। ਕਿ ਉਹ ਇੰਨੇ ਰੰਗਲੇ ਇਨਸਾਨ ਸੀ ਕਿ ਉਹਨਾਂ ਦਾ ਸਿਵਾ ਲੱਗਾ ਕਿ ਉਹ ਰੰਗਾਂ 'ਚ ਬਲ ਰਿਹਾ। ਤੋ ਮੈਂ ਇੱਕ ਮੇਰੀ ਕਵਿਤਾ ਜਿਹੜੀ ਮੈਨੂੰ ਚੰਗੀ ਲੱਗਦੀ ਹੁੰਦੀ ਆ, ਉਹ ਹੈ ਕਿ ਜ਼ੇਬ ਨਿਸਾ ਦੀ ਝਰਨੇ ਬਾਰੇ ਜ਼ੇਬ ਨਿਸਾ ਦੀ ਕਵਿਤਾ।
ਇਹ ਸੀ ਕਿ ਝਰਨਿਆਂ ਬਾਰੇ ਮੈਂ ਬੜੀਆਂ ਕਵਿਤਾਵਾਂ ਪੜ੍ਹੀਆਂ, ਝਰਨਿਆਂ ਬਾਰੇ ਮੈਂ ਬੜੀਆਂ ਕਵਿਤਾਵਾਂ ਪੜ੍ਹੀਆਂ, ਕਿਸੇ ਕਵੀ ਦੀਆਂ ਸਤਰਾਂ ਮੈਨੂੰ ਹਾਲੇ ਤੱਕ ਚੇਤੇ ਨੇ। ਉਹ ਲਿਖਦਾ ਹੈ, ਝਰਨਾ ਵਗਦਾ ਏਦਾਂ ਲੱਗਦਾ ਜਿਵੇਂ ਕਿਸੇ ਸੋਹਣੀ ਦੀ ਪਿੱਠ ਤੇ ਲੰਮੇ ਲੰਮੇ ਵਾਲ ਪਲਮਦੇ। ਝਰਨਿਆਂ ਬਾਰੇ ਮੈਂ ਬੜੀਆਂ ਕਵਿਤਾਵਾਂ ਪੜ੍ਹੀਆਂ, ਕਿਸੇ ਕਵੀ ਦੀਆਂ ਸਤਰਾਂ ਮੈਨੂੰ ਹਾਲੇ ਤੱਕ ਚੇਤੇ ਨੇ। ਉਹ ਲਿਖਦਾ ਹੈ, ਝਰਨਾ ਵਗਦਾ ਏਦਾਂ ਲੱਗਦਾ ਜਿਵੇਂ ਕਿਸੇ ਸੋਹਣੀ ਦੀ ਪਿੱਠ ਤੇ ਲੰਮੇ ਲੰਮੇ ਵਾਲ ਪਲਮਦੇ। ਤੇ ਇੱਕ ਚੀਨੀ ਕਵੀ ਨੇ ਲਿਖਿਆ, ਝਰਨਾ ਵਗਦਾ ਏਦਾਂ ਲੱਗਦਾ ਰੱਬ ਜਿਉਂ ਮੇਰੀ ਭਾਸ਼ਾ ਦੇ ਵਿੱਚ ਕਵਿਤਾ ਲਿਖਦਾ ਹੋਵੇ। ਰੱਬ ਜਿਉਂ ਮੇਰੀ ਭਾਸ਼ਾ ਦੇ ਵਿੱਚ ਕਵਿਤਾ ਲਿਖਦਾ ਹੋਵੇ। ਸੈਂਕੜ ਅਣਦਿਸਦੇ ਹੱਥਾਂ ਸੰਗ ਲੱਖ ਕਰੋੜ ਬਲੌਰੀ ਸਤਰਾਂ, ਹੇਠਾਂ ਵੱਲੋਂ ਆਉਂਦੀਆਂ ਸਤਰਾਂ, ਹੁਣੇ ਹੁਣੇ ਲਿਖ ਹੁੰਦੀਆਂ ਸਤਰਾਂ। ਪਰ ਇੱਕ ਕਵਿਤਾ ਜਿਹੜੀ ਮੇਰਾ ਸੀਨਾ ਚੀਰ ਗਈ ਸੀ, ਉਹ ਸੀ ਜ਼ੇਬ ਨਿਸਾ ਦੀ ਕਵਿਤਾ। ਉਹ ਵੀ ਐਵੇਂ 2 ਸਤਰਾਂ ਦੀ। ਜ਼ੇਬ ਨਿਸਾ, ਹਾਂ ਉਹੀ ਸ਼ਾਹਜਹਾਨ ਦੀ ਪੋਤੀ, ਧੀ ਔਰੰਗਜ਼ੇਬ ਦੀ। ਜ਼ੇਬ ਨਿਸਾ ਲਿਖਦੀ ਹੈ, ਝਰਨਾ ਵਗਦਾ ਏਦਾਂ ਲੱਗਦਾ ਜਿਉਂ ਪੱਥਰਾਂ ਤੇ ਪਟਕ ਪਟਕ ਕੇ ਮੱਥਾ ਰਾਤ ਦਿਨੇ ਕੋਈ ਰੋਂਦਾ ਹੋਵੇ। ਰਾਤ ਦਿਨੇ ਕੋਈ ਰੋਂਦਾ ਹੋਵੇ। ਝਰਨਿਆਂ ਕੀ ਹੋਇਆ ਏ ਤੈਨੂੰ, ਦੱਸ ਤਾਂ ਮੈਨੂੰ ਕੀ ਤੇਰਾ ਸੰਤਾਪ, ਪੱਥਰਾਂ ਉੱਤੇ ਪਟਕ ਪਟਕ ਕੇ ਮੱਥਾ, ਇਹ ਜੋ ਰਾਤ ਦਿਨੇ ਤੂੰ ਕਰਦਾ ਰਹਿੰਦਾ ਏ ਵਿਰਲਾਪ। ਕੀ ਤੱਕਿਆ ਕੀ ਚੇਤੇ ਆਇਆ, ਕੀ ਤੱਕਿਆ ਕੀ ਚੇਤੇ ਆਇਆ, ਵਕਤ ਸਜ਼ਾ ਦਿੰਦਾ ਹੈ ਸਾਨੂੰ ਇਉਂ ਵੀ ਸਾਡੇ ਕਰਮਾਂ ਦੀ। ਵਕਤ ਸਜ਼ਾ ਦਿੰਦਾ ਹੈ ਸਾਨੂੰ ਇਉਂ ਵੀ ਸਾਡੇ ਕਰਮਾਂ ਦੀ, ਕਿ ਸਾਡੇ ਧੀਆਂ ਪੁੱਤਰਾਂ ਦੇ ਸੋਹਣੇ ਨੈਣਾਂ ਵਿੱਚ ਇਉਂ ਭਰ ਜਾਂਦੀ ਘੋਰ ਉਦਾਸੀ, ਕਿ ਕਲ ਕਲ ਕਰਦੇ ਝਰਨੇ ਵੀ ਏਦਾਂ ਲੱਗਦੇ ਨੇ ਜਿਉਂ ਪੱਥਰਾਂ ਤੇ ਪਟਕ ਪਟਕ ਕੇ ਮੱਥਾ ਰਾਤ ਦਿਨੇ ਕੋਈ ਰੋਂਦਾ। ਸੋ ਇੱਕ ਬਹੁਤ ਹੀ ਵਧੀਆ ਸੀ, ਖੂਬਸੂਰਤ। ਜੀ ਵਾਕਰ ਸਾਹਿਬ। ਹਾਂਜੀ, ਇੱਕ ਕਵਿਤਾ ਹੈ, ਜਦ ਉਹਨਾਂ ਬੁੱਲੇ ਨੂੰ ਪੁੱਛਿਆ। ਜਿਹੜੀ ਕਾਗਜ਼ਾਤ ਦੇਖਣ ਦੀ ਇੱਕ ਭਾਰਤ ਵਰਸ਼ 'ਚ ਇੱਕ ਸਮਝ ਲਓ ਅਜੇ ਵੀ ਉਹ ਸੁਲਗ ਰਹੀ ਹੈ ਗੱਲ, ਕਿ ਜਦ ਉਹਨਾਂ ਬੁੱਲੇ ਨੂੰ ਪੁੱਛਿਆ, ਬੁੱਲਾ ਆਂਦਾ ਕੀ ਜਾਣਾ ਮੈਂ ਕੌਣ, ਨਾ ਮੈਂ ਮੋਮਨ ਵਿੱਚ ਮਸੀਤਾਂ, ਨਾ ਮੈਂ ਵਿੱਚ ਕੁਫਰ ਦੀਆਂ ਰੀਤਾਂ, ਨਾ ਮੈਂ ਪਾਕਾਂ ਵਿੱਚ ਪਲੀਤਾਂ, ਨਾ ਮੈਂ ਮੂਸਾ ਨਾ ਫਰਿਆਉਣ, ਬੁੱਲਾ ਕੀ ਜਾਣਾ ਮੈਂ ਕੌਣ। ਜੋ ਮਰਜ਼ੀ ਆਖੀ ਜਾ ਬੁੱਲਿਆ, ਸਾਥੋਂ ਤੇਰਾ ਕੁਝ ਨਹੀਂ ਭੁੱਲਿਆ, ਭੇਤ ਹੈ ਸਾਨੂੰ ਤੂੰ ਹੈ ਕੌਣ। ਜੋ ਮਰਜ਼ੀ ਆਖੀ ਜਾ ਬੁੱਲਿਆ, ਸਾਥੋਂ ਤੇਰਾ ਕੁਝ ਨਹੀਂ ਭੁੱਲਿਆ, ਭੇਤ ਹੈ ਸਾਨੂੰ ਤੂੰ ਹੈ ਕੌਣ। ਤੇਰਾ ਅਸਲ ਨਾਮ ਅਬਦੁੱਲਾ, ਲੁਕਣ ਛਿਪਣ ਨੂੰ ਬਣ ਗਿਆ ਬੁੱਲਾ, ਉੱਠ ਸ਼ਰੀਫ 'ਚ ਜੰਮਿਆ ਸੀ ਤੂੰ ਸੈਯਦ ਤੇਰੀ ਜਾਤ। ਆਖੀ ਬੁੱਲਿਆ, ਸਾਥੋਂ ਤੇਰਾ ਕੁਝ ਨਹੀਂ ਭੁੱਲਿਆ, ਭੇਤ ਹੈ ਸਾਨੂੰ ਤੂੰ ਹੈ ਕੌਣ। ਤੇਰਾ ਅਸਲ ਨਾਮ ਅਬਦੁੱਲਾ, ਲੁਕਣ ਛਿਪਣ ਨੂੰ ਬਣ ਗਿਆ ਬੁੱਲਾ, ਉੱਚ ਸ਼ਰੀਫ 'ਚ ਜੰਮਿਆ ਸੀ ਤੂੰ ਸੈਯਦ ਤੇਰੀ ਜਾਤ, ਸ਼ਾਹ ਇਨਾਇਤ ਰਾਈ ਤੇਰਾ ਮੁਰਸ਼ਦ, ਭੇਤ ਹੈ ਸਾਨੂੰ ਤੂੰ ਹੈ ਕੌਣ। ਬਸ ਇਹੋ ਹੀ ਭੇਤ ਨਹੀਂ ਲੱਗਿਆ ਤੂੰ ਇੱਧਰ ਕਿੱਦਾਂ ਆ ਵਸਿਆ, ਬਸ ਇਹੋ ਹੀ ਭੇਤ ਨਹੀਂ ਲੱਗਿਆ ਤੂੰ ਇੱਧਰ ਕਿੱਦਾਂ ਆ ਵਸਿਆ, ਸਾਥੋਂ ਚੋਰੀ ਲੋਕਾਂ ਦਿਆਂ ਦਿਲਾਂ ਦੇ ਅੰਦਰ। ਸਾਨੂੰ ਸ਼ੱਕ ਹੈ ਸਾਜ਼ਾਂ ਦੀਆਂ ਸੁਰਾਂ ਵਿੱਚ ਰਲ ਕੇ ਗਾਇਕਾਂ ਦੇ ਸੀਨਿਆਂ ਦੇ ਅੰਦਰ ਲੁਕਦਾ ਛਿਪਦਾ ਆ ਗਿਆ। ਬਹੁਤ ਲੁਕਦਾ ਛਿਪਦਾ ਆ ਗਿਆ ਹੋਣਾ ਕੁਝ ਵੀ ਹੈ, ਪਰ ਹੁਣ ਗੱਲ ਇਹ ਹੈ ਸਾਨੂੰ ਚਾਹੀਦੇ ਕਾਗਜ਼ਾਤ। ਕੁਝ ਵੀ ਹੈ ਪਰ ਹੁਣ ਗੱਲ ਇਹ ਹੈ ਸਾਨੂੰ ਚਾਹੀਦੇ ਕਾਗਜ਼ਾਤ। ਇਹ ਲਓ, ਇਹ ਕੁਝ ਦੋਹੇ ਨੇ, ਕੁਝ ਕਾਫੀਆਂ ਨੇ,
ਸੀ ਹਰਫੀਆਂ ਨੇ ਸਤਵਾਰਾ ਹੈ। ਇਹ ਲੋ ਇਹ ਕੁਝ ਦੋਹੇ ਨੇ, ਕੁਝ ਕਾਫੀਆਂ ਨੇ, ਸੀ ਹਰਫੀਆਂ ਨੇ ਸਤਵਾਰਾ ਹੈ। ਹਾਂ ਇਹ ਵੀ ਸਾਨੂੰ ਚਾਹੀਦੇ, ਹਾਂ ਇਹ ਵੀ ਸਾਨੂੰ ਚਾਹੀਦੇ। ਕੋਈ ਉੱਚ ਕਮੇਟੀ ਬੈਠੇਗੀ, ਕੁਝ ਚੀਰ ਫਾੜ ਕਰ ਦੇਖੇਗੀ, ਪਰਖੇਗੀ ਇਹਨਾਂ ਦਾ ਹਰਫ ਹਰਫ, ਨਿਰਖੇਗੀ ਇਹਨਾਂ ਦਾ ਵਾਕ ਵਾਕ, ਪਰ ਉਹ ਵੀ ਸਾਨੂੰ ਚਾਹੀਦੇ। ਪਰ ਉਹ ਵੀ ਸਾਨੂੰ ਚਾਹੀਦੇ। ਕੋਈ ਸਨਦ ਫਰਦ, ਕੋਈ ਬੈਨਾਮਾ, ਕੋਈ ਖਸਰਾ ਨੰਬਰ, ਇੰਤਕਾਲ, ਕੋਈ ਰਾਹਦਾਰੀ, ਕੋਈ ਵਾਲਦੀਅਤ, ਉਹਨਾਂ ਤੋਂ ਹੀ ਨਿਰਣਾ ਹੋਵੇਗਾ ਕਿ ਕੀ ਹੈ ਸਟੇਟਸ, ਕੀ ਰੁਤਬਾ। ਉਹਨਾਂ ਤੋਂ ਹੀ ਨਿਰਣਾ ਹੋਵੇਗਾ ਕਿ ਕੀ ਹੈ ਸਟੇਟਸ, ਕੀ ਰੁਤਬਾ। ਉਹਨਾਂ ਤੋਂ ਹੀ ਨਿਰਣਾ ਹੋਵੇਗਾ ਕਿ ਲੋਕਾਂ ਦੇ ਦਿਲਾਂ ਵਿੱਚ ਵਸਦੇ ਹੋ ਤਾਂ ਵਸਦੇ ਹੋ ਕਿਸ ਹੈਸੀਅਤ ਵਿੱਚ, ਮਸ਼ਕੂਕ ਨਾਗਰਿਕ ਹੋ ਜਾਂ ਕਿ ਘੁਸਪੈਠੀਏ ਹੋ ਜਾਂ ਰਿਫਿਊਜੀ। ਉਹਨਾਂ ਤੋਂ ਹੀ ਨਿਰਣਾ ਹੋਵੇਗਾ ਕਿ ਕੀ ਹੈ ਸਟੇਟਸ, ਕੀ ਰੁਤਬਾ। क्या बात, क्या बात, क्या बात। तो एक महाराज तरन्नुम विच कर दियो कोई कृपा। एक चीज तो बाद एक चीज वैसे सुना दो, अखीर ते तरन्नुम सुना दे। हाँ एक मैं इधर तहत पढ़ देना, फिर मैं एक मर्जी दी चीज तहत पढ़ दे, एक मर्जी दी चीज तरन्नुम। एक मैं छोटी जी बस चीज जिन लग पे था वो ਇਹ ਸੀ ਕਿ ਮੈਂ ਦੋ ਪੰਜਾਬੀ ਲੋਕ ਧਾਰਾ 'ਚ ਇੱਕ ਫਾਰਮ ਹੈ ਝਗੜੇ। ਜੀ ਜੀ ਆ ਕਿ ਸ਼ੀਸ਼ੇ ਤੇ ਚਿਹਰੇ ਦਾ ਝਗੜਾ, ਲੱਸੀ ਤੇ ਚਾਹ ਦਾ। ਤੇ ਇਹਦੇ ਵਿੱਚ ਮੈਂ ਦੋ ਝਗੜੇ ਲਿਖੇ ਕਿ ਨਾਮ ਤੇ ਹੋਂਦ ਦਾ ਹੋ ਗਿਆ ਝਗੜਾ, ਹੋਂਦ ਕਵੇ ਤੂੰ ਕੀ ਹੈ। ਨਾਮ ਤੇ ਹੋਂਦ ਦਾ ਹੋ ਗਿਆ ਝਗੜਾ, ਹੋਂਦ ਕਵੇ ਤੂੰ ਕੀ ਹੈ। ਮੈਂ ਜੰਮਾਂ ਤਾਂ ਤੂੰ ਜੰਮਦਾ, ਮੇਰਾ ਤੂੰ ਪਰਛਾਵਾਂ ਹੀ। ਬਿਲਕੁਲ। ਨਾਮ ਕਵੇ ਤੂੰ ਸੱਚ ਫਰਮਾਇਆ, ਮੈਂ ਇਨਕਾਰ ਨਹੀਂ ਕਰਦਾ। ਤੇਰੇ ਜੰਮਿਆਂ ਹੀ ਮੈਂ ਜੰਮਦਾ, ਪਰ ਮਰਿਆ ਮੈਂ ਨਹੀਂ ਮਰਦਾ। ਵਾਹ ਵਾਹ। ਤੇਰੇ ਜੰਮਿਆਂ ਹੀ ਮੈਂ ਜੰਮਦਾ, ਪਰ ਮਰਿਆ ਮੈਂ ਨਹੀਂ ਮਰਦਾ। ਨਾ ਕਬਰੀ ਤੇਰੇ ਨਾਲ ਗਲਾਂ, ਨਾ ਸਿਵਿਆਂ ਦੇ ਵਿੱਚ ਸੜਦਾ। ਜੁਗਾਂ ਜੁਗਾਂ ਤੱਕ ਜਿਉਂਦਾ ਰਹਿਣਾ, ਧੁੱਪਾਂ ਛਾਵਾਂ ਜਰਦਾ। ਤੇਰੇ ਕੀਤੇ ਕਰਮਾਂ ਦਾ ਨਹੀਂ ਮੈਂ ਖਮਿਆਜ਼ਾ ਭਰਦਾ। ਤੇਰੇ ਜੰਮਿਆਂ ਮੈਂ ਜੰਮਦਾ, ਪਰ ਮਰਿਆ ਮੈਂ ਨਹੀਂ ਮਰਦਾ। ਝਗੜਾ ਨਾ ਕਰਨੀ, ਬਣਿਆ ਰਹਿਣ ਦੇ ਪਰਦਾ। ਬਹੁਤ ਹੀ ਵਧੀਆ। ਇੱਕ ਥੋੜੀ ਜਿਹੀ ਪੁਰਾਣੀ ਹੈ ਕਿ ਪੰਛੀ ਤਾਂ ਉੱਡ ਗਏ ਨੇ, ਰੁੱਖ ਵੀ ਸਲਾਹਾਂ ਕਰਨ, ਚਲੋ ਇੱਥੋਂ ਚੱਲੀਏ। ਪੰਛੀ ਤਾਂ ਉੱਡ ਗਏ ਨੇ, ਰੁੱਖ ਵੀ ਸਲਾਹਾਂ ਕਰਨ, ਚਲੋ ਇੱਥੋਂ ਚੱਲੀਏ। ਘਰ ਘਰ ਪੁੱਤ ਕਹਿਣ, ਛੱਡ ਬਾਪੂ ਹੁਣ ਕੀ ਰੱਖਿਆ ਜ਼ਮੀਨ ਵਿੱਚ, ਵੇਚ ਕੇ ਸਿਆੜ ਚਾਰ ਕਰਕੇ ਜੁਗਾੜ ਕੋਈ, ਚੱਲ ਇੱਥੋਂ ਚੱਲੀਏ। ਤੂੰ ਨਹੀਂ ਸੁਣੇ ਟਿਕੀ ਰਾਤੇ ਪਿੰਡ ਦੇ ਮਸਾਣਾ ਵਿੱਚ, ਮੋਏ ਕਿਰਸਾਨ ਸਾਰੇ ਇਹੀ ਬ੍ਰਿੰਦਗਾਨ ਗਾਉਂਦੇ, ਚਲੋ ਇੱਥੋਂ ਚੱਲੀਏ। ਤੇ ਆਹ ਜਿਹੜੇ ਨਸ਼ਿਆਂ ਦੇ ਉਡਣ ਖੋਲੇ ਵਿੱਚ ਬੈਠ ਜਾਂਦੇ, ਉਹਨਾਂ ਨੇ ਵੀ ਬਸ ਇੱਥੋਂ ਜਾਣ ਦਾ ਹੀ ਰਾਹ ਜਾਣੀ ਲੱਭਿਆ। ਤੇ ਆਹ ਜਿਹੜੇ ਕੁੱਖਾਂ ਵਿੱਚ ਧੀਆਂ ਨੂੰ ਸੁਨੇਹਾ ਦਿੰਦੇ ਨਸ਼ਤਰਾਂ ਦੀ ਭਾਸ਼ਾ ਵਿੱਚ, ਉਹ ਵੀ ਇਹੋ ਆਖਦੇ ਨੇ, ਇੱਥੇ ਕਿੱਥੇ ਆ ਗਈਆਂ, ਇੱਥੇ ਆ ਕੇ ਕੀ ਲੈਣਾ। ਤੋਮਤਾਂ ਤੇ ਲਾਹਨਤਾਂ, ਵਹਿਸ਼ਤਾਂ ਤੇ ਸ਼ਹਿਵਤਾਂ, ਦਾਗ ਲੈਣੇ ਦੁੱਖ ਦੇ, ਜਨਾਹ ਦੇ, ਤੇਜ਼ਾਬ ਦੇ। ਜਾਓ ਜਾਓ ਚਲੇ ਜਾਓ, ਜਿਹੜੇ ਇੱਥੇ ਆਏ ਹੋਏ ਉਹ ਤਾਂ ਅੱਗੇ ਆਖਦੇ ਨੇ, ਚਲੋ ਇੱਥੋਂ ਚੱਲੀਏ। ਵਾਹ, ਬਹੁਤ ਅੱਛਾ। ਜਿਹੜੇ ਇੱਥੇ ਆਏ ਹੋਏ ਉਹ ਤਾਂ ਅੱਗੇ ਆਖਦੇ ਨੇ, ਚਲੋ ਇੱਥੋਂ ਚੱਲੀਏ। ਇਹੀ ਇੱਥੇ ਤਾਲ ਹੈ ਤੇ ਇਹੀ ਇੱਥੇ ਰਾਗ ਹੈ, ਇਹੀ ਹੈ ਬ੍ਰਿੰਦਗਾਨ, ਇਹੀ ਹੈ ਸਮੂਹ ਗਾਨ।
गैर सरकारी अज यही कौमी गीत है, चलो इत्थों चलीए, चलो इत्थों चलीए। है कोई कवि इत्थे, है कोई संगीतकार, साजियां दी टोली कोई, जेड़ी होर राग चोहे, जेड़ी होर ताल छेड़े, बेगमपुरे दा रूप धरत मेरी हो जाए, मेरी इस धरत ते हलेमी राज हो जाए। कोई ना रंझाए किसे, कोई ना कहे कि इत्थे चलो इत्थों चलीए। हर कोई यही आखे असीं इत्थे वसना, असीं इस धरत नूं बना है वसन जोग, रसन जोग, असीं इत्थे वसना। है कोई कवि इत्थे, है कोई संगीतकार, साजियां दी टोली कोई। वाह वाह वाह, कमाल, बहुत कमाल, क्या बात, क्या बात, बहुत कमाल, बहुत ही खूबसूरत। एक मैं साहब अगर वो लगी नजर पंजाब ਨੂੰ ਸੁਣਾ ਸਕੋ ਤੇ मैं तन्नू आहा एक तरन्नुम दे अंदर कुछ भी हाँ मैं तरन्नुम में एक गजल है मेरी 3-4 शेरों दे मैं ਤੁਹਾਨੂੰ ਮੈਂ ਸੁਣਾਉਣਾ ਕਿ ਜਿਹੜੀ ਮੈਂ ਅੱਜ ਕੱਲ ਗਾਉਂਦਾ ਰਹਿਣਾ ਉਹ ਸੁਣਾਉਣਾ। ਹੁਣ ਉਹ ਇਹਦਾ ਜਾਨੀ ਮਤਲਬ ਇਦਾਂ ਹੈ ਕਿ ਮੇਰਾ ਕਹਿਕਸ਼ਾਂ ਦਾ ਜੋ ਤਾਜ ਸੀ, ਮੇਰਾ ਕਹਿਕਸ਼ਾਂ ਦਾ ਜੋ ਤਾਜ ਸੀ, ਨਾ ਸੀ ਝਖੜਾਂ 'ਚ ਵੀ ਡੋਲਿਆ। ਵਾਹ। ਅਤੇ ਕੈਸਾ ਹੌਕਾ ਹੈ ਤੂੰ ਲਿਆ, ਮੇਰਾ ਤਾਜ ਮਿੱਟੀ 'ਚ ਰੁਲ ਗਿਆ। ਵਾਹ ਵਾਹ ਵਾਹ। ਮੇਰਾ ਕਹਿਕਸ਼ਾਂ ਦਾ ਜੋ ਤਾਜ ਸੀ, ਨਾ ਸੀ ਝਖੜਾਂ 'ਚ ਵੀ ਡੋਲਿਆ। ਅਜੇ ਕੈਸਾ ਹੌਕਾ ਹੈ ਤੂੰ ਲਿਆ, ਮੇਰਾ ਤਾਜ ਮਿੱਟੀ 'ਚ ਰੁਲ ਗਿਆ। ਮੇਰਾ ਕਹਿਕਸ਼ਾਂ ਦਾ ਜੋ ਤਾਜ ਸੀ ਜੀ। ਇਹ ਹੈ ਇਸ਼ਕ ਦੀ ਦਰਗਾਹ ਮੀਆਂ, ਜੇ ਹੈ ਤਾਜ ਪਿਆਰਾ ਤਾਂ ਜਾਮੀਆਂ। ਵਾਹ ਵਾਹ। ਇਹ ਹੈ ਇਸ਼ਕ ਦੀ ਦਰਗਾਹ ਮੀਆਂ, ਜੇ ਹੈ ਤਾਜ ਪਿਆਰਾ ਤਾਂ ਜਾਮੀਆਂ। ਜਿਹਨੂੰ ਸਿਰ ਦੀ ਨਾ ਪਰਵਾਹ ਮੀਆਂ, ਜਿਹਨੂੰ ਸਿਰ ਦੀ ਨਾ ਪਰਵਾਹ ਮੀਆਂ, ਉਹਦਾ ਜਾਨ ਦਾ ਸਜਦਾ ਕਬੂਲਿਆ। ਮੇਰਾ ਕਹਿਕਸ਼ਾਂ ਦਾ ਜੋ ਤਾਜ ਸੀ। और शेर है, मेरा मुड़ सुअंबर जित तू, मेरी नज़म ने मैनू आखिया। मेरा मुड़ सुअंबर जित तू, मेरी नज़म ने मैनू आखिया। कल दुनिया ओ आदमी, तैनू हिजरो गम च हरा गया। मेरा कहकशां दा जो ताज सी, तेरे नैना विच जेड़े अक्स सन, मेरे कोल आ तू लुका लए। तेरे नैना विच जेड़े अक्स सन, मेरे कोल आ तू लुका लए। मेरे दिल दा शीशा तां सोहणिया, मेरे दिल दा शीशा तां सोहणिया, तेरे एहतियात ने तोड़िया। वाह वाह वाह, एहतियात ने तोड़िया। बहुत ही अच्छा, बहुत ही वाह जी वाह। और इसका आखिरी शेर पढ़ रहे हैं। इरशाद। उठ तू उच्चे सुच्चे ख्याल बुन, कोई रिश्मा किरणा दा जाल बुन। वाह। उठ उच्चे सुच्चे ख्याल बुन, कोई रिश्मा किरणा दा जाल बुन।
ਤੈਨੂੰ ਹੋਰ ਨਹੀਂ ਕਿਸੇ ਬੋਚਣਾ ਜੇ ਤੂੰ ਹੁਣ ਬੁਲੰਦੀ ਤੋਂ ਗਿਰ ਗਿਆ ਤੇਰਾ ਕਹਿਕਸ਼ਾਂ ਦਾ ਤਾਜ ਸੀ ਨਾ ਸੀ ਝਖੜਾਂ 'ਚ ਵੀ ਡੋਲਿਆ ਅੱਜ ਇਹ ਕੈਸਾ ਹੌਕਾ ਹੈ ਤੂੰ ਲਿਆ ਮੇਰਾ ਤਾਜ ਮਿੱਟੀ 'ਚ ਰੁਲਿਆ ਮੇਰਾ ਕਹਿਕਸ਼ਾਂ ਦਾ ਜੋ ਤਾਜ ਸੀ। बहुत अच्छे जी, बहुत खूबसूरत, बहुत ही खूबसूरत। सत श्री अकाल जी। ਡਾਕਟਰ ਸਾਹਿਬ ਬਹੁਤ ਆਨੰਦ ਆਇਆ ਔਰ ਤਰਨਮ ਤੋਂ ਬਗੈਰ ਮਹਿਫਿਲ ਅਧੂਰੀ ਰਹਿ ਜਾਣੀ ਸੀ। ਤੁਸੀਂ ਇਹ ਬੇਨਤੀ ਨੂੰ ਸਵੀਕਾਰ ਕੀਤਾ ਉਹਦੇ ਲਈ ਵੀ ਬਹੁਤ ਬਹੁਤ ਸ਼ੁਕਰੀਆ। ਤੇ ਜਿਵੇਂ ਮੈਂ ਪਹਿਲਾਂ ਕਿਹਾ ਸੀ, ਜਸਵੰਤ ਹੋਣਾ ਨੂੰ ਪਤਾ ਹੋਣਾ, ਸਾਡੇ ਇੰਜੀਨੀਅਰਿੰਗ ਕਾਲਜ ਲੁਧਿਆਣੇ 'ਚ ਇੱਕ ਪ੍ਰੋਫੈਸਰ ਹੁੰਦੇ ਸੀ ਸ਼ਮਿੰਦਰ ਸਿੰਘ। ਤੇ ਜਦੋਂ ਅਸੀਂ ਇੱਕ ਆਨੰਦ ਉਤਸਵ ਫੰਕਸ਼ਨ ਕਰਾਉਂਦੇ ਸੀ, ਉਹਦੇ 'ਚ ਜਦੋਂ ਸਿਲੈਕਸ਼ਨ ਕਮੇਟੀ ਦੀ ਮੀਟਿੰਗ ਹੋਣੀ ਤੇ ਇੱਕ ਵਾਰੀ ਉਹਨਾਂ ਨੇ ਕੀ ਕੀਤਾ, ਸਾਰਿਆਂ ਤੋਂ ਜਿਹੜੀ ਢਿੱਲੀ ਆਈਟਮ ਸੀ ਉਹ ਵੀ ਵਿੱਚ ਰੱਖ ਲਈ। ਤੇ ਅਸੀਂ ਉਹਨਾਂ ਨੂੰ ਕਿਹਾ ਵੀ ਤੁਸੀਂ ਇਹ ਆਈਟਮ ਕਿਉਂ ਰੱਖੀ ਹੈ? ਕਹਿੰਦੇ ਦੇਖੋ ਭਈ ਜੇ ਤੁਸੀਂ ਸਾਰੀਆਂ ਵਧੀਆ ਆਈਟਮਾਂ ਰੱਖਾਂਗੇ ਤਾਂ ਫਿਰ ਆਡੀਅנס ਨੇ ਬਾਹਰ ਵਾਸ਼ਰੂਮ ਵਗੈਰਾ ਵੀ ਜਾਣਾ ਹੁੰਦਾ। ਤੇ ਉਹਨਾਂ ਨੇ ਧੱਕੇ ਨਾਲ ਉਹ ਆਈਟਮ ਇਨਕਲੂਡ ਕਰਾਈ। ਸੋ ਤੇ ਜੇ ਹੁਣ ਹਰਜਿੰਦਰ ਜੀ ਤੁਹਾਡੀ ਇਜਾਜ਼ਤ ਹੋਵੇ ਤੇ ਮੈਂ ਉਹ ਜਿਹੀ ਢਿੱਲੀ ਆਈਟਮ ਇੱਕ ਪੇਸ਼ ਕਰਾਂ, ਉਹਦੇ ਨਾਲ ਫਿਰ ਪ੍ਰੋਗਰਾਮ ਨੂੰ ਨਜ਼ਰ ਲੱਗੂਗੀ। ਬਿਲਕੁਲ ਬਿਲਕੁਲ ਵਾਲਿਆਂ ਨੇ ਵੀ ਨਹੀਂ ਜਾਣ। ਓਕੇ, ਮੇਰੀ ਨਜ਼ਮ ਦਾ ਮਾਨ ਹੈ ਜੀ ਬਾਪੂ ਦਾ ਸਾਈਕਲ। ਮੈਂ ਇਹਨੂੰ ਸਾਈਕਲ ਨਹੀਂ ਸਾਈਕਲ ਕਹੂੰਗਾ। ਇਹ ਵੀ ਭਾਰਤੀ ਸਾਹਿਬ ਵਾਂਗੂ ਪਿੱਛੇ ਨੂੰ ਜਾਣ ਵਾਲੀ ਗੱਲ ਹੈ ਤੇ ਮੈਂ ਹਾਲੇ ਪਿੱਛੇ ਨੂੰ ਥੋੜਾ ਜ਼ਿਆਦਾ ਜਾਣਾ ਅੱਗੇ ਨੂੰ ਜਾਣ ਨਾਲੋਂ। ਬਾਬਾ ਜੀ ਇਹ ਮਾਸਟਰਪੀਸ ਹੈ, ਢਿੱਲੀ ਨਹੀਂ ਹੈ, ਬਹੁਤ ਖੂਬਸੂਰਤ ਕਵੀ, ਮੈਨੂੰ ਬਹੁਤ ਪਸੰਦ ਹੈ। ਸ਼ੁਕਰੀਆ। ਘਰ ਦੇ ਡਰਾਈਵੇ 'ਚ ਖੜੀਆਂ, ਘਰ ਦੇ ਡਰਾਈਵੇ 'ਚ ਖੜੀਆਂ ਕਾਰਾਂ ਦੇ ਝੁਰਮਟ ਵਿੱਚ ਅਕਸਰ ਪ੍ਰਗਟ ਹੁੰਦਾ ਬਾਪੂ ਦੇ ਸਾਈਕਲ ਦਾ ਪਰਛਾਵਾਂ। ਘਰ ਦੇ ਡਰਾਈਵੇ 'ਚ ਖੜੀਆਂ ਕਾਰਾਂ ਦੇ ਝੁਰਮਟ ਵਿੱਚ ਅਕਸਰ ਪ੍ਰਗਟ ਹੁੰਦਾ ਬਾਪੂ ਦੇ ਸਾਈਕਲ ਦਾ ਪਰਛਾਵਾਂ। ਬਾਪੂ ਦਾ ਇਹ ਸਾਈਕਲ ਨਿਮਾਣਾ ਹੋ ਕੇ ਵਗਦਾ, ਕਦੇ ਨਾ ਮੰਗਦਾ ਗੈਰਜਾਂ, ਸੜਕਾਂ ਪੱਕੀਆਂ, ਵੱਟਾਂ ਬੰਨਿਆਂ ਉੱਤੇ ਸਰਕਸਾਂ ਕਰਦਾ ਭੱਜਦਾ। ਬਾਪੂ ਜਦੋਂ ਭਜਾਉਂਦਾ ਬਾਹਲਾ ਸਜਦਾ, ਬਾਪੂ ਜਦੋਂ ਭਜਾਉਂਦਾ ਬਾਹਲਾ ਸਜਦਾ। ਭੋਰਾ ਹਵਾ ਜੀ ਛੱਕ ਕੇ ਸਾਈਕਲ 'ਚ ਹਵਾ 'ਚ ਉੱਡਦਾ, ਭੋਰਾ ਹਵਾ ਜੀ ਛੱਕ ਕੇ ਸਾਈਕਲ ਹਵਾ 'ਚ ਉੱਡਦਾ। ਕਦੇ ਨਾ ਕਰਦਾ ਕਿਸ਼ਤ ਵਧੀਕੀਆਂ, ਨਾ ਹੀ ਮਾਰਦਾ ਧੂਆਂ, ਕਦੇ ਨਾ ਟਿਕਟਾਂ ਛਕਦਾ। ਸਾਊ ਬਣ ਕੇ ਸਭ ਦੇ ਸੌਦੇ ਢੋਂਦਾ, ਇਹ ਸਾਊ ਬਣ ਕੇ ਸਭ ਦੇ ਸੌਦੇ ਢੋਂਦਾ। ਖਲ ਵੜੇਵੇਂ ਲੈ ਬਾਪੂ ਮੁੜਦਾ, ਗਾਈਆਂ ਮੱਝਾਂ ਨੀਝਾਂ ਲਾ ਲਾ ਤੱਕਣ ਸਾਈਕਲ ਜਦੋਂ ਖੜਾਉਂਦਾ। ਪੁੱਤਾਂ ਵਾਂਗੂ ਬਾਪੂ ਰੱਖਦਾ, ਸਾਈਕਲ ਮੋਢੇ ਉੱਤੇ ਚੱਕ ਕੇ ਬਈ ਪਾਰ ਕਰਾਉਂਦਾ। ਪੁੱਤਾਂ ਵਾਂਗੂ ਇਹਨੂੰ ਬਾਪੂ ਰੱਖਦਾ, ਸਾਈਕਲ ਮੋਢੇ ਉੱਤੇ ਚੱਕ ਕੇ ਬਈ ਪਾਰ ਕਰਾਉਂਦਾ। ਨਿੱਕੇ ਨਿੱਕੇ ਨਖਰੇ ਝੱਲਦਾ, ਫਸਿਆ ਪਹੁੰਚਾ ਕੱਢਦਾ, ਗਰੀਸ ਛੁਆ ਕੇ ਇਸ ਨੂੰ ਚੁੱਪ ਕਰਾਉਂਦਾ। ਪਰਦੇ ਕੱਜਦਾ ਬਾਪੂ ਰਿਜ਼ਕ ਕਮਾਉਂਦਾ, ਮਹਿੰਦਰ ਫੌਜੀ ਕੋਲੋਂ ਜਾ ਕੇ ਪੈਂਚਰ ਜਦੋਂ ਲਗਾਉਂਦਾ। ਕੋਲੋਂ ਜਾ ਕੇ ਪੈਂਚਰ ਜਦੋਂ ਲਗਾਉਂਦਾ। ਮੇਰੇ ਬੱਚਿਆਂ ਨਾਲੋਂ ਸਾਈਕਲ ਵੱਧ ਜਾਣਦਾ, ਮਿੱਠੇ ਕੌੜੇ ਰਿਸ਼ਤੇ। ਮੇਰੇ ਬੱਚਿਆਂ ਨਾਲੋਂ ਸਾਈਕਲ ਵੱਧ ਜਾਣਦਾ, ਮਿੱਠੇ ਕੌੜੇ ਰਿਸ਼ਤੇ। ਹਮਸਫਰਾਂ ਦੇ ਰਸਤੇ ਦੌੜਾ ਜਾਂਦਾ, ਅਫਸੋਸ ਵਿਆਹੀ ਸਭ ਨੂੰ ਮਿਲ ਕੇ ਆਉਂਦਾ, ਦੁੱਖ ਸੁੱਖ ਸਭ ਹੰਡਾਉਂਦਾ। ਪਰ ਮੈਨੂੰ ਗੁੱਸਾ ਚੜ੍ਹਦਾ, ਪਰ ਮੈਨੂੰ ਗੁੱਸਾ ਚੜ੍ਹਦਾ, ਛੱਡ ਸਕੂਲੇ ਮੈਨੂੰ ਇਹ ਬਾਪੂ ਦੇ ਨਾਲ ਸ਼ਹਿਰ ਨੂੰ ਵਗਦਾ। ਛੱਡ ਸਕੂਲੇ ਮੈਨੂੰ ਸਾਈਕਲ ਬਾਪੂ ਦੇ ਨਾਲ ਸ਼ਹਿਰ ਨੂੰ ਵਗਦਾ। ਮੈਥੋਂ ਵੱਧ ਗੁਰਬਾਣੀ ਸੁਣਦਾ, ਸਫ਼ਰ ਕਰਦਿਆਂ ਅਕਸਰ ਬਾਪੂ ਸੁਖਮਨੀ ਗਾਉਂਦਾ। ਟਾਇਰ ਟਾਇਰ ਪ੍ਰਕਰਮਾ ਕਰਦਾ, ਘੁੰਮ ਘੁੰਮ ਰੱਬ ਤੇ ਆਉਂਦਾ, ਸਾਈਕਲ ਅਦਬ ਸਿਖਾਉਂਦਾ। ਟਾਇਰ ਟਾਇਰ ਪ੍ਰਕਰਮਾ ਕਰਦਾ, ਵਾਹ।
ਵਾਓ ਮੈਨੂੰ ਗੁੱਸਾ ਚੜਦਾ ਛੱਡ ਸਕੂਲੇ ਮੈਨੂੰ, ਸਾਈਕਲ ਬਾਪੂ ਦੇ ਨਾਲ ਸ਼ਹਿਰ ਨੂੰ ਵਗਦਾ, ਮੈਥੋਂ ਵੱਧ ਗੁਰਬਾਣੀ ਸੁਣਦਾ, ਸਫ਼ਰ ਕਰਦਿਆਂ ਅਕਸਰ ਬਾਪੂ ਸੁਖਮਨੀ ਗਾਉਂਦਾ, ਟਾਇਰ ਟਾਇਰ ਪਰਕਰਮਾ ਕਰਦਾ, ਘੁੰਮ ਘੁੰਮ ਰੱਬ ਤੇ ਆਉਂਦਾ, ਸਾਈਕਲ ਅਦਬ ਸਿਖਾਉਂਦਾ, ਬਾਪੂ ਦੇ ਸਾਈਕਲ ਦਾ ਪਰਛਾਵਾਂ ਕਾਰਾਂ ਦੇ ਝੁਰਮਟ ਵਿੱਚ ਅਕਸਰ ਪ੍ਰਗਟ ਹੁੰਦਾ, ਪਿੱਤਰਾਂ ਵਾਂਗੂ ਜਾਪੇ, ਪਿੱਤਰਾਂ ਵਾਂਗੂ ਜਾਪੇ, ਨਿਰਾ ਹੀ ਲੱਗਦਾ ਸਮਾਧ ਜਿਹਾ, ਇਹ ਤਿੰਨ ਪੁਸ਼ਤਾਂ ਦਾ ਸਾਂਝੀ ਹਵਾਵਾਂ ਵਿੱਚ ਸਮਾਉਂਦਾ, ਹੁਣ ਵੀ ਕਦੇ ਕਦੇ ਇਹ ਨਜ਼ਮਾਂ ਆਣ ਲਿਖਾਉਂਦਾ, ਬਾਪੂ ਦੇ ਸਾਈਕਲ ਦਾ ਪਰਛਾਵਾਂ। ਬਹੁਤ ਅੱਛਾ, ਬਹੁਤ ਹੀ ਕੀ ਬਾਤ ਬਹੁਤ ਮਿਹਰਬਾਨੀ। ਬਹੁਤ ਅੱਛਾ। ਸੋ ਇਹਦੇ ਨਾਲ ਹੁਣ ਮੈਂ ਬੇਨਤੀ ਕਰਦਾ ਤੇ ਹੁਣ ਮੈਂ ਬੇਨਤੀ ਕਰਦਾ ਕਿ ਕਲੋਜ਼ਿੰਗ ਰਿਮਾਰਕਸ ਭਾਰਤੀ ਜੀ ਤੁਸੀਂ, ਤੇ ਫਿਰ ਉਸ ਤੋਂ ਬਾਅਦ ਪਾਤਰ ਸਾਹਿਬ। ਮੈਂ ਸੁਣਿਆ ਕਲੋਜ਼ਿੰਗ ਰਿਮਾਰਕ ਤੋਂ ਦੇ। ਹਾਂਜੀ, ਇਹ ਬਹੁਤ ਪ੍ਰਸੰਨਤਾ ਦੀ ਫੀਲਿੰਗ ਹੈ, ਭਾਵ ਹੈ ਮੇਰੇ ਅੰਦਰ ਕਿ ਅਸੀਂ ਇਹੋ ਜਿਹੀ ਆਫਤ ਦਾ ਕਵਿਤਾ ਨਾਲ ਟਾਕਰਾ ਕਰ ਰਹੇ ਹਾਂ। ਕਵਿਤਾ ਬੰਦੇ ਦੇ ਜ਼ਖਮਾਂ ਤੇ ਫੈਹਾ ਰੱਖਦੀ ਹੈ। ਕਵਿਤਾ ਬੰਦੇ ਨੂੰ ਦੂਰੀ ਤੋਂ ਨੇੜੇ ਲਿਆਉਂਦੀ ਹੈ। ਦੁੱਖ ਵੇਲੇ ਤੇ ਵਿਪਤਾ ਵੇਲੇ ਅਸੀਂ ਅੰਦਰ ਜਾਂਦੇ ਹਾਂ ਤੇ ਅੰਦਰ ਜਿਹੜਾ ਹੈ ਉਹ ਸਾਡੇ ਇਮੋਸ਼ਨਸ ਨਾਲ, ਭਾਵਾਂ ਨਾਲ ਭਰਿਆ ਹੋਇਆ ਹੈ। ਗਿਆਨ ਤੇ ਵਿਵੇਕ ਤੇ ਰੈਸ਼ਨੈਲਿਟੀ, ਜਿਹਨੂੰ ਅੰਗਰੇਜ਼ੀ ਵਿੱਚ ਅਸੀਂ ਕਹਿੰਦੇ ਹਾਂ, ਉਹ ਵਿਪਤਾ ਵੇਲੇ ਘੱਟ ਕੰਮ ਆਉਂਦੀਆਂ। ਵਿਪਤਾ ਵੇਲੇ ਉਹੀ ਕੰਮ ਆਉਂਦਾ ਜਿਹੜਾ ਸਾਨੂੰ ਵਿਰਸੇ ਚ ਨਾ ਕਹੋ, ਸਾਡੇ ਖੂਨ ਚ ਰਚਿਆ ਹੋਇਆ ਕਿ ਜਦੋਂ ਵੀ ਕਿਸੇ ਕੋਈ ਦੁਖੀ ਹੁੰਦਾ ਜਾਂ ਮੈਂ ਦੁਖੀ ਹੁੰਦਾ ਤਾਂ ਦੁੱਖ ਦੀ ਜਿਹੜੀ ਸਾਂਝ ਹੈ ਉਹ ਕਵਿਤਾ ਦੀ ਸਾਂਝ ਹੈ। ਤੇ ਇਹੋ ਜਿਹੇ ਮੌਸਮ ਚ, ਇਹੋ ਜਿਹੇ ਵਬਾ ਚ ਹਵਾ ਗਰਮ ਵਗ ਰਹੀ ਹੈ, ਜਦੋਂ ਕਵਿਤਾ ਦੀ ਸ਼ਰਨ ਲੈਣੀ ਜਿਹੜੀ ਬਹੁਤ ਜ਼ਰੂਰੀ ਹੈ। ਮੈਂ ਤੁਹਾਡਾ ਸਭ ਦਾ ਧੰਨਵਾਦ ਕਰਦਾ, ਖਾਸ ਤੌਰ ਤੇ ਮੌਂਟਰੀਅਲ ਵਾਲੇ ਸੱਜਣਾਂ ਦਾ, ਜਿਨ੍ਹਾਂ ਨੇ ਇਹ ਸਬੱਬ ਬਣਾਇਆ। ਇੱਕ ਨਿੱਕਾ ਜਿਹਾ ਦਰਖਤ, ਨਿੱਕਾ ਜਿਹਾ ਬਿਰਛ ਜਿਹੜਾ ਹੈ, ਉਹਦੇ ਥੱਲੇ ਅਸੀਂ ਕਵਿਤਾ ਦੇ ਬਿਰਛ ਥੱਲੇ ਬੈਠੇ ਇੱਕ ਦੂਸਰੇ ਨਾਲ ਪੁਰਾਣੀਆਂ ਗੱਲਾਂ ਕਰ ਰਹੇ ਹਾਂ, ਨਵੀਆਂ ਗੱਲਾਂ ਕਰ ਰਹੇ ਹਾਂ, ਤੇ ਕੋਈ ਪੰਛੀ ਵੀ ਸਾਡੇ ਨਾਲ। ਸਲਾਮ ਤੁਹਾਨੂੰ। ਬਹੁਤ ਧੰਨਵਾਦ, ਧੰਨਵਾਦ। ਬਹੁਤ ਸੋਹਣਾ। ਪਾਤਰ ਸਾਹਿਬ, ਤੁਸੀਂ ਦੋ ਲਫ਼ਜ਼ ਅਨਮਿਊਟ ਕਰਨਾ ਪਏਗਾ। तो मैं बहुत कुछ ਵਿੱਚੋਂ ਮਿਸ ਕਰ ਗਿਆ, ਤਾਂ ਗੁਰਿੰਦਰ ਦੀ ਪੂਰੀ ਨਜ਼ਮ ਮਿਸ ਕਰ ਗਿਆ, और थोड़ा मेरा ਇੱਥੇ ਕਨੈਕਸ਼ਨ ਖਰਾਬ ਹੋ ਗਿਆ। तो ਭਾਰਤੀ ਜੀ ਨੂੰ ਮੈਂ ਉਹਨਾਂ ਦੇ ਆਖਰੀ ਦੋ ਬਾਤ ਜਿਹੜੇ ਉਹਨਾਂ ਨੇ ਅੱਜ ਕਹੇ ਉਹ ਸੁਣੇ ਆ ਕਿ ਦਰਦ 'ਚ ਕਿਸ ਤਰ੍ਹਾਂ ਜਾਣੀ ਅਸੀਂ ਕਵਿਤਾ ਵਿੱਚ ਹੀ ਬਣਾ ਲੈਂਦੇ ਹਾਂ, ਔਰ ਕਵਿਤਾ ਹੀ ਸਾਨੂੰ ਪਾਰ ਕਰਦੀ ਆ। ਕਿ ਮੇਰਾ ਇੱਕ शेर सी के फकीरां दे सुखन कुछ यार कुछ तारीख दे मंजर, जदों मैं जख्म खा लेना मेरी खातर ना बन। फकीरां दे सुखन कुछ यार कुछ तारीख दे मंजर,
ਜਦੋਂ ਮੈਂ ਜ਼ਖਮ ਖਾ ਲੈਣਾ ਮੇਰੀ ਖਾਤਰ ਪਨਾਹ ਬਣ। ਵਾਹ। ਸੋ ਫਕੀਰਾਂ ਦੇ ਸੁਖਨ ਨੇ। ਕਵਿਤਾ ਫਕੀਰ ਨਾਨਕ ਸ਼ਾਹ ਵੀ ਫਕੀਰ ਹੈ, ਬਾਦਸ਼ਾਹ ਦਰਵੇਸ਼ ਵੀ ਫਕੀਰ ਆ, ਬੁੱਲੇ ਸ਼ਾਹ ਵੀ ਫਕੀਰ ਹੈ, ਭਾਰਤੀ ਸਾਹਿਬ ਵੀ ਫਕੀਰ ਨੇ। तो ये जो शायरी सब हर एक शायर समझ लो कि एक ਉਹਦਾ ਅੰਦਰ ਫਕੀਰਾਨਾ ਵੀ ਤੇ ਸ਼ਾਹਾਨਾ ਵੀ ਦੋਨੋਂ ਕੁਝ ਮਿਲਿਆ ਹੁੰਦਾ। ਸੋ ਮੈਂ ਸਮਝਦਾ ਕਿ ਕਵਿਤਾ ਜਿਹੜੀ ਆ ਉਹ ਸਾਨੂੰ ਡਿੱਗਦਿਆਂ ਨੂੰ ਬੋਚ ਲੈਂਦੀ ਆ, ਸ਼ਬਦ ਸੰਭਾਲ ਲੈਂਦੇ ਆ। ਸੋ ਇੱਕ ਬਹੁਤ ਵੱਡੀ ਸ਼ਕਤੀ ਆ ਕਿ ਸੋ ਤੁਸੀਂ ਮੌਂਟਰੀਅਲ ਵਾਲਿਆਂ ਨੇ ਇਹ ਬਹੁਤ ਕਮਾਲ ਕਰਤੀ, ਹਮੇਸ਼ਾ ਹੀ ਕਮਾਲ ਕਰਦੇ ਹੋ। ਮੈਂ ਜਦੋਂ ਪਹਿਲੀ ਵਾਰ ਆਇਆ ਸੀ ਉਦੋਂ ਵੀ ਦੇਖਿਆ, ਹੁਣ ਵੀ ਦੇਖਿਆ ਕਿ ਤੁਸੀਂ ਇੱਕ ਉੱਚੀ ਸੁੱਚੀ ਪਿਆਰੀ ਸੋਹਣੀ ਸ਼ਾਇਰੀ ਦਾ ਜੋ ਪਰਚਮ ਹੈ ਉਹ ਬੁਲੰਦ ਰੱਖਿਆ, ਔਰ ਤੁਹਾਡੀਆਂ ਆਪਣੀਆਂ ਨਜ਼ਮਾਂ ਦਾ ਜੋ ਸਤਰ ਹੈ, ਜੋ ਉਹਨਾਂ ਦੀ ਪੱਧਰ ਹੈ, ਉਹ ਵੀ ਬਹੁਤ ਕਾਬਲੇ ਰਸ਼ਕ ਹੈ, ਰਸ਼ਕ ਕਰਨ ਵਾਲੀ ਚੀਜ਼ ਹੈ। ਸੋ ਚਾਤਰਿਕ ਹੋਣਾ ਨੇ ਸ਼ਬਦਾਂ ਦੇ ਨ੍ਰਿਤ ਨਾਲ ਸ਼ੁਰੂ ਕੀਤੀ ਅੱਜ ਦੀ ਮਹਿਫਲ, ਔਰ ਕਿੱਦਾਂ ਉਹਨਾਂ ਨੇ ਕਿੱਥੋਂ ਲੱਭ ਕੇ ਕਿਆ ਮੋਤੀ ਪਰੋਏ, ਉਹ ਕਮਾਲ ਸੀ। ਔਰ ਫਿਰ ਰਜਿੰਦਰ ਨੇ ਜਦੋਂ ਕਿਹਾ ਕਿ ਵੀ ਰੰਗ ਜਿਹੜੇ ਕੁਦਰਤੀ ਰੰਗ ਰੱਖੇ ਸੀ ਮੇਰੇ ਬੇਟੇ ਸੀ, ਉਹ ਕਿਆ ਰੰਗਾਂ ਦੀ ਗੱਲ ਕਿਆ। ਔਰ ਇਸ ਤਰ੍ਹਾਂ ਹੀ ਮੋਹਨਪ੍ਰੀਤ ਨੇ ਉਹ ਕਹਿੰਦਾ ਕਿ ਵੀ ਸਾਰੀ ਦੁਨੀਆ ਭਾਵੇਂ ਅਗਨ ਕੁੰਡ ਬਣ ਜਾਏ, ਮੇਰਾ ਘਰ ਠੰਡਾ ਹਰ ਰਹੇ। ਬੜਾ ਵਿਅੰਗ ਸੀ ਇਹਦੀ ਪਾਵਾ ਸਾਹਿਬ ਦੀ ਸੂਰਜ, ਔਰ ਫਿਰ ਆਤਮ ਜੋ ਚੇਤਨ ਤੇ ਚੇਤਨ ਦੀ ਗੱਲ ਜੂਤਲਾ ਸਾਹਿਬ ਨੇ ਕੀਤੀ। ਸੋ ਇਹ ਸਭ ਮੈਂ ਸਮਝਦਾ ਕਿ ਬਹੁਤ ਅੱਛਾ ਲੱਗਾ, ਬਹੁਤ ਹੀ ਅੱਛਾ ਲੱਗਾ ਇਹਨਾਂ ਨੂੰ ਸਾਰਿਆਂ ਨੂੰ ਸੁਣਨਾ। ਬਾਕੀ ਜੋ ਸਾਡੇ ਕੋਈ ਸਥਾਪਿਤ ਨਾਮ ਨੇ ਉਹ ਤਾਂ ਸਭ ਅਸੀਂ ਜਾਣਦੇ ਹੀ ਹਾਂ, ਪਰ ਤੁਸੀਂ ਸਥਾਪਿਤ ਹੋ ਗਏ ਹੋ, ਤੁਸੀਂ ਵੀ ਸਥਾਪਤਾਂ ਦੇ ਵਿੱਚ ਹੁਣ ਸ਼ਾਮਲ ਹੋ, ਤੇ ਬਹੁਤ ਚੰਗਾ ਲੱਗਾ ਤੁਹਾਡੇ ਨਾਲ ਜੁੜਨਾ। ਹਮੇਸ਼ਾ ਹੀ ਚੰਗਾ ਲੱਗਦਾ, ਤੇ ਸਾਡੇ ਵੱਲੋਂ ਬਹੁਤ ਬਹੁਤ ਆਸ਼ੀਰਵਾਦ, ਬਹੁਤ ਬਹੁਤ ਪਿਆਰ। ਤੁਸੀਂ ਹੱਸਦੇ ਰਹੋ ਹਮੇਸ਼ਾ। ਮੈਂ ਕਦੀ ਪ੍ਰਦੇਸ਼ ਬਾਰੇ ਬਹੁਤ ਇੱਦਾਂ ਲਿਖਿਆ ਸੀ ਕਿ ਜੋ ਵਿਦੇਸ਼ਾਂ 'ਚ ਰੁਲਦੇ ਨੇ ਰੋਜ਼ੀ ਲਈ, ਪਰ ਫਿਰ ਪਿੱਛੇ ਮੈਂ ਕਵਿਤਾ ਲਿਖੀ, ਸ਼ੁਕਰ ਹੈ ਪਰਦੇਸ ਹੈ ਇੱਕ ਥਾਂ ਉਹਦੇ ਪਰਲੋਕ ਤੋਂ ਸਾਹ ਲੈਣ ਲਈ, ਬਚਣ ਦੇ ਲਈ ਜਾਤੀਵਾਦੀ ਹੈਂਕੜੋਂ, ਹੈ ਸਿਆਰੇ ਹਾਕਮਾਂ ਤੋਂ ਕਿਰਤ ਦੀ ਬੇਕਦਰੀਓਂ, ਸ਼ੁਕਰ ਹੈ ਕਿ ਮਰਨ ਬਾਝੋਂ ਮਿਲ ਗਿਆ ਦੂਜਾ ਜਨਮ, ਸ਼ੁਕਰ ਹੈ ਨਾਨਕ ਜੀ ਸਾਨੂੰ ਦੱਸ ਦਿੱਤਾ ਕਿ ਨਹੀਂ ਪਰਦੇਸ ਕੇਵਲ ਧਰਤ ਦੇ ਟੁਕੜੇ ਦਾ ਨਾਮ, ਆਪਣੇ ਮਨ ਦੀ ਇੱਕ ਦਸ਼ਾ ਦਾ ਨਾਮ ਵੀ ਪਰਦੇਸ। ਸ਼ੁਕਰ ਹੈ ਨਾਨਕ ਜੀ ਸਾਨੂੰ ਦੁਹਰਾ ਦਿਓ ਇੱਕ ਵਾਰੀ ਉਹ। ਸ਼ੁਕਰ ਹੈ ਨਾਨਕ ਜੀ ਸ਼ੁਕਰ ਹੈ ਨਾਨਕ ਜੀ ਦਿੱਤਾ, ਸ਼ੁਕਰ ਹੈ ਪਰਦੇਸ ਹੈ ਇੱਕ ਥਾਂ ਉਰੇ ਪਰਲੋਕ ਤੋਂ ਸਾਹ ਲੈਣ ਲਈ, ਬਚਣ ਦੇ ਲਈ ਜਾਤੀਵਾਦੀ ਹੈਂਕੜੋਂ, ਹੈ ਸਿਆਰੇ ਹਾਕਮਾਂ ਤੋਂ ਸਹਿਮੀ ਹੋਈ ਚੁੱਪ ਤੋਂ ਕਿਰਤ ਦੀ ਕਦਰੀਓਂ, ਹੈ ਕਿ ਮਰਨ ਬਾਝੋਂ ਕਿਆ ਦੂਜਾ ਜਨਮ। ਸ਼ੁਕਰ ਹੈ ਨਾਨਕ ਜੀ ਸਾਨੂੰ ਦੱਸ ਦਿੱਤਾ ਕਿ ਨਹੀਂ ਪਰਦੇਸ ਕੇਵਲ ਧਰਤ ਦੀ ਟੁਕੜੇ ਦਾ ਨਾਮ, ਆਪਣੇ ਮਨ ਦੀ ਇੱਕ ਦਸ਼ਾ ਦਾ ਨਾਮ ਵੀ ਪਰਦੇਸ ਹੈ। ਸ਼ੁਕਰ ਹੈ ਨਾਨਕ ਜੀ ਸਾਨੂੰ ਆਰਤੀ ਤਾਂ ਚੱਲਦੀ ਹੈ ਹਰ ਜਗ੍ਹਾ, ਗੁਰੂ ਘਰਾਂ ਤੇ ਮੰਦਿਰਾਂ ਤੋਂ ਪਾਰ ਵੀ। ਸ਼ੁਕਰ ਹੈ ਨਾਨਕ ਜੀ ਸਾਨੂੰ ਦੱਸ ਦਿੱਤਾ ਕਿ ਲਫ਼ਜ਼ ਸੋਹਣੇ ਬੀਜੀਏ, ਜੇ ਕਰਮ ਸੋਹਣੇ ਬੀਜੀਏ ਤਾਂ ਧਰਤੀਆਂ ਬੇਗਾਨੀਆਂ ਵੀ ਆਪਣੀਆਂ ਬਣ ਜਾਂਦੀਆਂ। ਸ਼ੁਕਰ ਹੈ। ਕਿਆ ਬਾਤ, ਬਹੁਤ ਹੌਸਲਾ ਹੋ ਗਿਆ ਸਾਨੂੰ ਹੁਣ ਤੁਹਾਡੀ ਨਜ਼ਮ ਸੁਣ ਕੇ। ਬਹੁਤ ਪਿਆਰ ਤੇ ਬਹੁਤ ਸਤਿਕਾਰ। ਜਸਵੰਤ, ਤੁਸੀਂ ਜਾਂਦੇ ਜਾਂਦੇ ਦੋ ਲਫ਼ਜ਼। ਮੈਂ ਬਸ ਇੱਕ ਸ਼ੇਰ ਸੁਣਾ ਦਿੰਦਾ ਕਿ ਦਿਸ਼ਾ ਵੀ ਠੀਕ ਰੱਖਣ ਲਈ ਤੇ ਸੋਹਣੀ ਚਾਲ ਰੱਖਣ ਲਈ, ਦਿਸ਼ਾ ਵੀ ਠੀਕ ਰੱਖਣ ਲਈ ਤੇ ਸੋਹਣੀ ਚਾਲ ਰੱਖਣ ਲਈ ਤੁਹਾਨੂੰ ਪਿਆਰ ਕਰਦਾ ਹਾਂ ਮੈਂ ਆਪਣਾ ਖਿਆਲ ਰੱਖਾਂ। ਤੇ ਇਸ ਦੇ ਨਾਲ
ਤੁਹਾਡਾ ਸਾਰਿਆਂ ਦਾ, ਤੁਹਾਡੇ ਹਰ ਵਕਤ ਦਾ, ਹਰ ਮਿੰਟ ਦਾ ਜਿਹੜਾ ਇਸ ਪ੍ਰੋਗਰਾਮ ਸ਼ਾਮਲ ਹੋਣ ਲਈ ਤੁਸੀਂ ਖਰਚਿਆ, ਆਪਣੇ ਜ਼ਰੂਰੀ ਕੰਮਾਂ ਕਾਰਾਂ ਤੋਂ ਨੂੰ ਛੱਡ ਕੇ ਸਾਡੇ ਨਾਲ ਸ਼ਾਮਲ ਹੋਏ। ਇਹ ਜਿਹੜੇ ਹਾਲਾਤ ਹੋਏ ਆ। ਇੱਕ ਮੈਂ ਇੱਕ ਗੱਲ ਭੁੱਲ ਗਿਆ ਸੀ, ਉਹ ਤੇਰੀ ਐਂਕਰਿੰਗ ਬਾਰੇ ਆ। ਹੋਣੀ ਚਾਹੀਦੀ ਸੀ ਜਿਹੜੀ ਜਾਨੀ ਐਦਾਂ ਸਾਨੂੰ ਜੋੜੀ ਰੱਖਦੀ ਆ, ਔਰ ਕਮਾਲ ਨਾਲ ਤੂੰ ਪਰੋਣਾ ਜਿੱਥੇ ਕਿਤੇ ਅਸੀਂ ਉਦਾਸੀ ਨਾਲ ਗੰਢਣ ਲੱਗੀਏ ਤਾਂ ਸਾਨੂੰ ਫਿਰ ਨਕਾਰ ਦੇਣਾ। ਸਾਨੂੰ ਪੂਰੇ ਪਾਣੀ ਮੁੜ ਕੇ ਨਿੱਤਰ ਜਾਂਦੇ ਆ। तो तेरा भी बहुत बहुत शुक्रिया। बहुत धन्यवाद। मैनू कई बार मैं आशिए तो बाहर चला जाना ते ਉਹਨੂੰ ਐਕਸੈਪਟ ਕਰਨ ਲਈ ਬਹੁਤ ਸ਼ੁਕਰੀਆ। ਗੁਰਿੰਦਰ ਅਗਰ ਜੇ ਸੁਰਿੰਦਰ ਜੀ ਹੈਗੇ ਤਾਂ ਉਹਨਾਂ ਤੋਂ ਵੀ ਦੋ ਕਲਾਸ ਤਾਂ ਬੁਲਵਾਓ ਉਹਨਾਂ ਤੋਂ। ਬਿਲਕੁਲ ਬਿਲਕੁਲ। ਗੀਤ ਜੀ ਕੋ ਸੁਰਿੰਦਰ ਗੀਤ ਜੀ ਐਲਬਰਟਾ ਦਾ ਸੁਨੇਹਾ ਸਾਡੇ ਲਈ, ਕਿਊਬਿਕ ਲਈ। ਤੁਸੀਂ ਮਿਊਟ ਹੋ, ਅਨਮਿਊਟ ਕਰਨਾ। ਕੁਛ ਗੱਲਾਂ ਚੁੱਪ ਦੀ ਜ਼ੁਬਾਨ ਵਿੱਚ ਵੀ ਕਹੀਆਂ ਜਾਂਦੀਆਂ। ਜਦੋਂ ਬੰਦੇ ਨੂੰ ਸੁਣਨੋਂ ਘੱਟ ਜਵੇ ਉਦੋਂ ਤਾਂ ਜ਼ਿਆਦਾ ਹੀ। ਮੈਂ ਬਹੁਤ ਧਿਆਨ ਨਾਲ ਤੁਹਾਡੀਆਂ ਕਵਿਤਾਵਾਂ ਸੁਣੀਆਂ। ਵੀਰ ਜੀ ਜਸਵੰਤ ਜਫਰ, ਭਾਰਤੀ ਤੇ ਵੀਰ ਜੀ ਪਾਤਰ, ਇਹਨਾਂ ਤਾਂ ਅਕਸਰ ਮੈਂ ਕਈ ਬਹੁਤ ਵਾਰੀ YouTube ਤੇ ਵੀ ਸੁਣਦੀ ਆ ਜਦੋਂ ਇਕੱਲੀ ਹੁੰਦੀ ਆ। ਤੇ ਵੀਰ ਜੀ ਭਾਰਤੀ ਨੂੰ ਤਾਂ ਅੱਜ ਕੱਲ੍ਹ ਜ਼ਿਆਦਾ ਹੀ ਸੁਣਦੀ ਆ YouTube ਤੇ ਇਹਨਾਂ ਦਾ ਨੰਬਰ ਹੈ ਨਹੀਂ ਮੇਰੇ ਕੋਲੇ। ਤੇ ਮੈਂ ਵੀਰ ਜੀ ਅਜਮੇਰ ਨੂੰ ਬਹੁਤ ਵਾਰੀ ਕਿਹਾ ਮੇਰਾ ਸੁਨੇਹਾ ਪਹੁੰਚਾ ਦੇ, ਪਤਾ ਨਹੀਂ ਮੇਰਾ ਸੁਨੇਹਾ ਪੁੱਜਦਾ ਕਿ ਨਹੀਂ ਪੁੱਜਦਾ। ਬਸ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਕਿ ਤੁਸੀਂ ਅੱਜ ਮੈਨੂੰ ਵੀ ਸ਼ਾਮਿਲ ਕੀਤਾ। ਬਹੁਤ ਕੁਝ ਸਿੱਖਣ ਨੂੰ ਮਿਲਿਆ ਤੇ ਆਸ ਕਰਦੀ ਹਾਂ ਤੇ ਅਗਾਂਹ ਨੂੰ ਵੀ ਮੈਨੂੰ ਤੁਸੀਂ ਚੇਤੇ ਰੱਖੋ। ਬਹੁਤ ਬਹੁਤ ਧੰਨਵਾਦ। ਬਸ ਇਹੀ ਕਹਿਣਾ ਚਾਹੁੰਦਾ। ਤੁਸੀਂ ਸਾਡੇ ਨਾਲ ਜੁੜੇ। ਤੇ ਆਖਿਰ ਵਿੱਚ ਸੁਰਿੰਦਰ ਆਂਟੀ ਜੀ, ਚਾਲ ਜੀ, ਤੁਸੀਂ ਵੀ ਦੋ ਲਫ਼ਜ਼ ਆਪਣੇ ਪਿਆਰ ਦੇ ਨਾਲ ਸਾਡੇ ਸਾਰਿਆਂ ਨਾਲ ਸਾਂਝੇ ਕਰੋ। ਆਸ਼ੀਰਵਾਦ ਦਿਓ, ਆਸ਼ੀਰਵਾਦ। ਬੋਲ ਕੇ ਸਾਂਝੇ ਕਰੋ, ਬੋਲ ਕੇ ਸਾਂਝੇ ਕਰੋ। ਬਹੁਤ ਵਧੀਆ ਲੱਗਿਆ ਸਾਰਾ ਕੁਝ। ਮੈਂ ਪਤਾ ਨਹੀਂ ਪਹਿਲੀ ਵਾਰੀ ਬੋਲੀ ਆ ਜ਼ੂਮ ਤੇ, ਲੱਗਦਾ ਨਹੀਂ। ਐਕਸਪੀਰੀਅੰਸ ਹੋ ਬਾਕੀ ਸਾਰਾ ਵਧੀਆ ਰਹੇ। ਨੁਤੇਜ ਨੇ ਕਹਿਤਾ ਮੇਰੇ ਵੱਲੋਂ। ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਧੰਨਵਾਦ। ਡਿਨਰ ਦਾ ਟਾਈਮ ਹੋ ਗਿਆ ਇੰਡੀਆ 'ਚ। ਸੋ ਜਿਵੇਂ ਫ੍ਰੈਂਚ ਵਿੱਚ ਕਹਿੰਦੇ ਆ ਬੋਨ ਐਪੀਟੀ, ਹੈਵ ਅ ਗੁੱਡ ਡਿਨਰ। ਹਾਂਜੀ, ਇੰਜੋਏ ਕਰੋ। ਤੇ ਉਮੀਦ ਹੈ ਫਿਰ ਆਪਾਂ ਫੇਸ ਟੂ ਫੇਸ ਜਲਦੀ ਜੁੜਾਂਗੇ ਜਦੋਂ ਹਾਲਾਤ ਸੁਧਰਨਗੇ। ਤੇ ਇੱਕ ਵਾਰ ਫਿਰ ਇਕੱਠੇ ਮਿਲ ਕੇ ਫੇਸ ਟੂ ਫੇਸ ਉਹਦਾ ਫਿਰ ਯਾਦ ਕਰਾਂਗੇ ਇਹਨਾਂ ਮੌਕਿਆਂ ਨੂੰ। ਬਹੁਤ ਸ਼ੁਕਰੀਆ। ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਸ਼ੁਕਰੀਆ ਜੀ। ਧੰਨਵਾਦ ਜੀ, ਧੰਨਵਾਦ। ਕੋਟਾਨ ਕੋਟ ਧੰਨਵਾਦ।